ਜੀ ਸਾਰੇ ਦੋਸਤਾਂ ਨੂੰ ਜੀ ਆਇਆਂ ਨੂੰ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਇਸ ਹਿਸਟਰੀ ਲੈਕਚਰ ਸੀਰੀਜ਼ ਦੇ ਵਿੱਚ ਅੱਜ 21 ਸਤੰਬਰ ਦਾ ਦਿਨ ਹੈ ਤੇ 21 ਸਤੰਬਰ ਦਾ ਦਿਨ ਰਹਿਮਤ ਖਾਨ ਖਰਲ ਦੀ ਸ਼ਹਾਦਤ ਦਾ ਦਿਨ ਹੈ। ਅੱਜ ਰਹਿਮਤ ਖਾਨ ਖਰਲ ਸਾਡੀ ਇਸ ਪੂਰੀ ਬਾਰ ਦਾ ਸਾਡਾ ਮਾਣ ਹੈ ਔਰ ਅੰਗਰੇਜ਼ਾਂ ਦੇ ਖਿਲਾਫ ਇੱਥੇ ਇੱਕ ਵੱਡੀ ਆਵਾਜ਼, ਇੱਕ ਵੱਡੀ ਸਟਰਗਲ ਉਹਨਾਂ ਦੇ ਨਾਂ ਹੈ ਔਰ ਸਾਡੇ ਪੰਜਾਬ ਦਾ ਇੱਕ ਬਹੁਤ ਵੱਡਾ ਸਿਰ ਕੱਢਵਾਂ ਸਪੁੱਤਰ ਨੇ ਜਿਨ੍ਹਾਂ ਨੇ ਪੰਜਾਬ ਦਾ ਨਾਮ ਰੱਖਿਆ ਔਰ ਇੱਥੇ ਇੱਕ ਜਿਹੜੀ ਅੰਗਰੇਜ਼ਾਂ ਦੀ ਐਡੀ ਖੌਫਨਾਕ ਜਿਹੜਾ ਉਹਨਾਂ ਦੀ ਬਾਦਸ਼ਾਹਤ ਸੀ ਜਾਂ ਜਿਹੜਾ ਸਾਮਰਾਜ ਸੀ ਉਹਦੇ ਖਿਲਾਫ ਖਲੋਣਾ, ਮੈਂ ਸਮਝਦਾ ਵਾਂ ਕਿ ਇੱਕ ਬੜੀ ਅਹਿਮ ਗੱਲ ਹੈ ਕਿ ਐਡੇ ਖੌਫ ਦੇ ਦਿਨਾਂ ਦੇ ਵਿੱਚ ਉਸ ਥਾਂ ਦੇ ਸਾਹਮਣੇ ਖਲੋਣਾ ਇੱਕ ਬੜੀ ਵੱਡੀ ਗੱਲ ਸੀ। ਸੋ ਰਹਿਮਤ ਖਾਨ ਖਰਲ ਜੀ ਦਾ ਅੱਜ ਦਿਨ ਸੀ ਔਰ ਬਿਲਕੁਲ ਅੱਜ ਦਾ ਅਸੀਂ ਇਹ ਸਮਝਦੇ ਹਾਂ ਕਿ ਅਸੀਂ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਇਸ ਫੋਰਮ ਨੂੰ ਸਮਝਦੇ ਹਾਂ ਕਿ ਪੰਜਾਬ ਦੇ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਸਾਡੇ ਦਿਨ ਨੇ ਉਹ ਕੋਈ ਵੀ ਨਹੀਂ ਜਾਣਾ ਚਾਹੀਦਾ ਸੀ। ਉਹਦੇ ਤੇ ਜ਼ਰੂਰ ਆਪਣੀ ਹਾਜ਼ਰੀ ਦਈਏ, ਆ ਕੇ ਜ਼ਰੂਰ ਇਕੱਠ ਕਰੀਏ। ਤੇ ਅੱਜ ਦਾ ਜਿਹੜਾ ਇਹ ਅੱਜ ਦਾ ਦਿਨ ਇੱਕ ਅਸੀਂ ਸਮਝਦੇ ਹਾਂ ਕਿ ਸਾਡੀ ਤਾਰੀਖ ਦਾ ਇੱਕ ਅਹਿਮ ਦਿਨ ਹੈ ਔਰ ਇਹ ਦਿਨ ਬਹੁਤ ਸਾਰੀਆਂ ਗੱਲਾਂ ਦੇ ਨਾਲ ਵੀ ਜੁੜਿਆ ਹੋਇਆ ਜਿਹੜੀਆਂ ਅਸੀਂ ਕਰਾਂਗੇ ਅੱਜ। ਬਹਰਾਲ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਜਿਹੜਾ ਹੈ ਉਹ ਆਪਣੇ ਪੰਜਾਬ ਦੀ ਤਾਰੀਖ ਦੇ, ਆਪਣੇ ਪੰਜਾਬ ਦੇ ਪੰਜਾਬੀ ਸਪੁੱਤਰਾਂ ਦੇ ਹਰ ਦਿਨ ਨੂੰ ਅਸੀਂ ਕਰਨਾ ਚਾਹੁੰਦੇ ਹਾਂ। ਜਿੰਨੀ ਸਾਡੇ ਕੋਲ ਹਿੰਮਤ ਹੋਏ ਅਸੀਂ ਜ਼ਰੂਰ ਕਰਦੇ ਹਾਂ। ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਅੱਜ ਇਸ ਸਪੈਸ਼ਲ ਦਿਨ ਤੇ ਗੱਲ ਕਰਨ ਸਾਡੇ ਨਾਲ ਜਿਹੜੇ ਅੱਜ ਸਾਡੇ ਬਹੁਤ ਹੀ ਪਿਆਰੇ ਮਹਿਮਾਨ ਨੈਣ ਸੁਖ ਜੀ ਨੇ। ਨੈਣ ਸੁਖ ਨੂੰ ਸਾਡੇ ਪੂਰੀ ਦੁਨੀਆ 'ਚ ਲੋਕੀ ਜਾਣਦੇ, ਡਾਹਾ ਅਵਾਰਡ ਉਹਨਾਂ ਦੇ ਨਾਂ ਹੋਇਆ, ਨਾਵਲਿਸਟ ਨੇ, ਕਹਾਣੀਕਾਰ ਨੇ ਔਰ ਐਡਵੋਕੇਟ ਨੇ ਹਾਈ ਕੋਰਟ ਦੇ, ਔਰ ਨਾਲ ਦੀ ਨਾਲ ਇੱਕ ਇੰਸਟੀਚਿਊਟ ਆਫ ਆਰਟ ਐਂਡ ਕਲਚਰ ਲਾਹੌਰ ਦੇ ਵਿੱਚ ਇੱਕ ਆਰਟ ਐਂਡ ਕਲਚਰ ਇੰਸਟੀਚਿਊਟ ਹੈ ਔਰ ਸਾਡੇ ਪੰਜਾਬ ਦਾ ਵਾਹਦ ਇੰਸਟੀਚਿਊਟ ਹੈ ਜਿੱਥੇ ਪੰਜਾਬੀ ਕੰਪਲਸਰੀ ਪੜ੍ਹਾਈ ਜਾਂਦੀ ਹੈ ਤੇ ਨੈਣ ਸੁਖ ਸਾਹਿਬ ਉੱਥੇ ਪੜ੍ਹਾ ਵੀ ਰਹੇ ਨੇ। ਅੱਜ ਸਾਡੇ ਨਾਲ ਨੇ ਗੱਲਬਾਤ ਕਰਨ ਵਾਸਤੇ ਰਹਿਮਤ ਖਾਨ। ਦੂਸਰੀ ਸਾਡੇ ਨਾਲ ਜਿਹੜੀ ਪਰਸਨੈਲਿਟੀ ਹੈ, ਸਭ ਤੋਂ ਜ਼ਿਆਦਾ ਮੈਂ ਇਹਨਾਂ ਦਾ ਮਸ਼ਹੂਰ ਆ ਡਾਕਟਰ ਤਰਾਬੁਲ ਹਸਨ ਸਰਗਾਣਾ ਹੋਰਾਂ ਦਾ, ਕਿ ਡਾਕਟਰ ਸਾਹਿਬ ਦੀ ਜਿਹੜੀ ਪਰਸਨੈਲਿਟੀ ਹੈ ਔਰ ਡਾਕਟਰ ਸਾਹਿਬ ਦਾ ਜਿਹੜਾ ਪਿਆਰ ਹੈ ਕਦੀ ਵੀ ਉਹਨਾਂ ਨੇ ਜਿਹੜਾ ਹੈ ਨਾ ਉਹ ਪਿੱਛੇ ਨਹੀਂ ਹਟੇ। ਪੰਜਾਬ ਦੀ ਤਾਰੀਖ ਦੇ ਹਵਾਲੇ ਨਾਲ ਬਹੁਤ ਬਿਹਤਰੀਨ ਕੰਮ ਉਹਨਾਂ ਦਾ ਆਇਆ ਔਰ ਅਸੀਂ ਗੱਲ ਵੀ ਕਰ ਰਹੇ ਸਾਂ ਕਿ ਡਾਕਟਰ ਤਰਾਬੁਲ ਹਸਨ ਸਰਗਾਣਾ ਸਾਹਿਬ ਨੇ ਬਹੁਤ ਵੱਡਾ ਕੰਮ ਕੀਤਾ ਕਿ ਆਪਣੀ ਪੂਰੀ PhD ਦਾ ਕੰਮ ਰਹਿਮਤ ਖਾਨ ਖਰਲ ਤੇ ਕੀਤਾ। ਆਪ ਪ੍ਰੋਫੈਸਰ ਨੇ ਬਹਾਉਦੀਨ ਜ਼ਿਕਰੀਆ ਯੂਨੀਵਰਸਿਟੀ ਦੇ ਵਿੱਚ ਮੁਲਤਾਨ ਤੋਂ। ਅੱਜ ਉਹ ਵੀ ਸਾਡੇ ਨਾਲ ਮੌਜੂਦ ਨੇ ਔਰ ਉਹਨਾਂ ਦੀ ਕਿਤਾਬ ਵੀ ਆਕਸਫੋਰਡ ਯੂਨੀਵਰਸਿਟੀ ਪ੍ਰੈਸ ਤੋਂ ਛਪ ਚੁੱਕੀ ਹੈ। ਉਹਨਾਂ ਕੋਲੋਂ ਅਸੀਂ ਉਹਦੇ ਬਾਰੇ ਵੀ ਪੁੱਛਾਂਗੇ ਔਰ ਅੱਜ ਦਾ ਦਿਨ ਜਿਹੜਾ ਹੈ ਉਹਦੇ ਜਿਹੜੇ ਸਾਡੇ ਅੱਜ ਖਾਸ ਮਹਿਮਾਨ ਨੇ ਡਾਕਟਰ ਤਰਾਬੁਲ ਹਸਨ ਸਰਗਾਣਾ ਸਾਹਿਬ ਤੇ ਨਾਲ ਦੀ ਨਾਲ ਜਿਹੜੇ ਸਾਡੇ ਦੋਸਤ ਸਾਨੂੰ ਵੇਖ ਰਹੇ ਨੇ, ਮੈਂ ਉਹਨਾਂ ਨੂੰ ਰਿਕੁਐਸਟ ਕਰਾਂਗਾ ਕਿ ਪਲੀਜ਼ ਇਹਨੂੰ ਸ਼ੇਅਰ ਕਰ ਦਿਓ ਔਰ ਵੱਧ ਤੋਂ ਵੱਧ ਅੱਜ ਆਪਣੀਆਂ ਗੱਲਾਂ ਇੱਥੇ ਤੁਸੀਂ ਸਾਂਝੀਆਂ ਕਰੋ ਵੱਧ ਤੋਂ ਵੱਧ ਤੇ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਨਾ ਭਰਪੂਰ ਹੋਵੇ। ਸੋ ਮੈਂ ਹੁਣ ਦਾਵਤ ਦੇਵਾਂਗਾ ਡਾਕਟਰ ਤਰਾਬੁਲ ਹਸਨ ਸਰਗਾਣਾ ਜੀ ਨੂੰ ਕਿ ਉਹ ਆਉਣ ਤੇ ਅੱਜ ਦੀ ਗੱਲਬਾਤ ਜਿਹੜੀ ਹੈ ਉਹਨੂੰ ਸ਼ੁਰੂ ਕਰਨ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ। ਜਨਾਬ ਮਿਹਰਬਾਨੀ ਜੀ, ਬਹੁਤ ਸ਼ੁਕਰੀਆ ਡਾਕਟਰ ਸਾਹਿਬ। ਅੱਜ ਦਾ ਜਿਹੜਾ ਦਿਨ ਏਡਾ ਵੱਡਾ ਦਿਨ ਔਰ ਜ਼ਾਹਿਰ ਹੈ ਅਸੀਂ ਸਮਝਦੇ ਕਿ ਸਾਡੇ ਵੱਲ ਡਾਕਟਰ ਤਰਾਬੁਲ ਹਸਨ ਸਰਗਾਣਾ ਸਾਹਿਬ ਇੱਕ ਅਥਾਰਟੀ ਨੇ ਰਹਿਮਤ ਖਾਨ ਖਰਲ ਦੇ ਹਵਾਲੇ ਨਾਲ। ਸੋ ਹੁਣ ਅਸੀਂ ਤੁਹਾਡੇ ਕੋਲ ਸਾਰੀ ਗੱਲਬਾਤ ਸੁਣਾਂਗੇ। ਸਕਰੀਨ ਹੁਣ ਸਰ ਤੁਹਾਡੇ ਕੋਲ ਹੈ ਤੇ ਅਸੀਂ ਤੁਹਾਡੀ ਗੱਲਬਾਤ ਤੋਂ ਬਾਅਦ ਹਾਜ਼ਰ ਹੋਣੇ ਸਰ। ਠੀਕ ਸਰ, ਮਿਹਰਬਾਨੀ ਜਨਾਬ। ਸਭ ਤੋਂ ਪਹਿਲੇ ਮੈਂ ਸ਼ੁਕਰਗੁਜ਼ਾਰ ਹਾਂ ਕਿ ਇਸ ਅਜ਼ੀਮ ਪਲੇਟਫਾਰਮ ਤੋਂ ਉਹਨਾਂ ਦੂਸਰੀ ਦਫਾ ਮੈਨੂੰ ਗੱਲਬਾਤ ਕਰਨ ਦਾ ਮੌਕਾ ਦਿੱਤਾ ਹੈ ਤੇ ਇਸ ਗੱਲ ਤੇ ਮੈਂ ਉਹਨਾਂ ਨੂੰ ਖਰਾਏ ਤਹਿਸੀਨ ਪੇਸ਼ ਕਰਨਾ ਕਿ ਉਹਨਾਂ ਨੇ ਅਹਿਮ ਦਿਨ ਨੂੰ ਯਾਦ ਰੱਖਦੇ ਹੋਏ ਇੱਕ ਅਜ਼ੀਮ ਹੀਰੋ ਹੈ ਕਿ ਸਾਡੀ ਟੈਕਸਟ ਬੁੱਕਸ ਦੇ ਵਿੱਚ ਫਰਾਮੋਸ਼ ਹੈ, ਇਗਨੋਰਡ ਹੀਰੋ ਹੈ ਖਰਲ ਸ਼ਹੀਦ। ਉਹਨਾਂ ਦੇ ਉੱਤੇ ਉਹਨਾਂ ਨੇ ਇਹ ਆਇਆ ਉਹਨਾਂ ਦੇ ਯੌਮ ਸ਼ਹਾਦਤ ਦੇ ਹਵਾਲੇ ਨਾਲ ਖਸੂਸੀ ਪ੍ਰੋਗਰਾਮ ਕੀਤਾ ਹੈ। ਉਹ ਕੌਮ ਹਮੇਸ਼ਾ ਜ਼ਿੰਦਾ ਰਹਿੰਦੀ ਜਿਹੜੀ ਕੌਮ ਆਪਣੇ ਹੀਰੋਜ਼ ਨੂੰ ਯਾਦ ਰੱਖਦੀ ਹੈ। ਬਦਕਿਸਮਤੀ ਸਾਡੀ ਇਹ ਹੈ ਕਿ ਅਸੀਂ ਖੁਦ ਵੀ ਦੋਸਤਾਰ ਹਾਂ, ਚੱਠਾ ਸਾਹਿਬ ਵੀ ਹੈ, ਅਸੀਂ ਜਿਹੜੀ ਤਾਰੀਖ ਪੜ੍ਹਾਉਂਦੇ ਪਏ ਹਾਂ ਇੱਥੇ ਉਹਦੇ ਵਿੱਚ ਸਾਡੇ ਸਨਸ ਆਫ ਦਾ ਸੋਇਲ ਨੇ ਜਿਹੜੇ ਇਸ ਮਿੱਟੀ ਦੇ
फरजांद ने जिन्हें इस मिट्टी की खातिर दिया ने साडी टेक्स्ट बुक्स की तारीख उन्होंने का जिक्र नहीं मिलता ते इसे वास्ते नहीं मिलता कि असी कभी उन्होंने याद ही नहीं किया। भट्टा साहब ते उन्होंने टीम लेके तहसीन है उन्होंने इस अजीम हीरो का इस दिन मौके मनाया। मैंने बड़ा अफसोस होता है मैं इतने जो पंजाब हिस्ट्री पढ़ाना मैं वो जो शॉर्ट क्वेश्चन होते हैं वो वाली हर दफा मेरी कोशिश होती है कि ये जी तहरीक है वो तेरा मूवमेंट है उन्हें किसी न किसी हीरो के शॉर्ट क्वेश्चन पाया जब मैं राय अहमद खान हर क्वेश्चन पाना बच्चे पेपर करके भेज रहे साढ़े हाल किसने लिखे होता जी वो गवर्नर हाँ किसने लिखे होता जी वो मुस्लिम लीग दे प्रेसिडेंट है किसने मुस्लिम लीग दे जनरल सेक्रेटरी हाँ मैं समझना है साडी को आने वाली नस्ल नो अपने हीरो नाल मुतारफ नहीं करवाया। इस तक राय अहमद खान खरल दा ताल्लुक है तो इस धरती दे एक अजीम फर्जंद ਅਸੀਂ ਵੇਖਦੇ ਆ ਅੱਜ ਦੇ ਦੌਰ ਵਿੱਚ ਵੀ ਕੋਈ ਬੰਦਾ ਜਿਹੜਾ ਐਸਐਚਓ ਨਾਲ ਨਹੀਂ ਟੱਕਰ ਲੈ ਸਕਦਾ ਤੇ ਉਸ ਜ਼ਮਾਨੇ ਦੇ ਵਿੱਚ ਜਦੋਂ ਅੰਗਰੇਜ਼ਾਂ ਦੀ ਇਤਨੀ ਤਾਕਤਵਰ ਹਕੂਮਤ आई ਤੇ ਕੋਈ ਉਹਨਾਂ ਦੇ ਸਾਹਮਣੇ ਪਰ ਨਹੀਂ ਮਾਰਦਾ इस अजीम इंसान ने बगैर किसी मतलब असलिया तो बगैर इनफरादी कुव्वत तो इन्होंने एक हौसला किया और उन्होंने सामने डट के खड़े हो गए। राय अहमद खान खरल को एक क्रेडिट जाता है कि वो न सिर्फ आप खड़े हुए बल्कि उन्होंने उतों सैयद आला तो लेके समझ लो आज के लफ्ज़ ननकाना साहब और शेखपुरा तो लेके मुल्तान तक बहावलपुर तक के कबाइल नो या जाती तौर पर मुलाकात की इस अजीम काज वास्ते राय अहमद खान उभारने की कोशिश की। जिसका नतीजा ये निकला कि लोगों के एक अवेयरनेस आई कि ये अंग्रेज जो है जालिम हुकूमत है और ये विदेशियों की हुकूमत है फॉरनर की हुकूमत है के खिलाफ उठ खड़ना साडा एक नेशनल काज है। राय अहमद खान खरल की ये मूवमेंट जी है इसका आगाज तकरीबन 8 जुलाई 1957 ਹੋਇਆ। ਡਾਕਟਰ ਸਾਹਿਬ ਐਕਸਕਿਊਜ਼ ਮੀ ਤੁਸੀਂ ਜਰਾ ਨਾ ਇਹਦਾ ਨੈਟ ਦਾ ਕਨੈਕਸ਼ਨ ਚੈੱਕ ਕਰੋ ਸਾਊਂਡ ਦੀ ਬਹੁਤ ਪ੍ਰੋਬਲਮ ਹੈ ਥੋੜਾ ਟ੍ਰਾਂਸਮਿਸ਼ਨ नहीं सर बहुत ना ब्रेक हो रही है विचों डिस्टॉर्शन है काफी ज्यादा थोड़ा इंटरनेट का प्रॉब्लम है तुसी दोबारा कनेक्ट करो सर जी माजरत सारे दोस्तों तो साडे थोड़े इंटरनेट का इशू जला है भी साडे नाल बस थोड़ी देर च जिस असी कनेक्ट हो जाने दोबारा जी डॉक्टर साहब जी जनाब बेहतर होया है या उसी तरह ठीक है सर कंटिन्यू करो। अच्छा जी ते राय अहमद खान खरल दी जेडी मूवमेंट है ये मैं ये गल करदा प्यास कि एदा बाकायदा आगाज समझ लीए कि ये 8 जुलाई 1857 तो ये शुरू हुई है जदों पाकपतन शरीफ जेड़ा हुण जिला बन गया है ये उस टाइम जिला गोगेरा 1857 ਦੇ ਵਿੱਚ ਗੋਗੇਰਾ ਇੱਕ ਜ਼ਿਲ੍ਹਾ ਹੈ ਮੁਲਤਾਨ ਡਿਵੀਜ਼ਨ ਦੇ 3 ਜ਼ਿਲ੍ਹੇ ਹਨ ਜਿਨ੍ਹਾਂ 'ਚ ਇੱਕ ਜ਼ਿਲ੍ਹਾ ਗੋਗੇਰਾ ਹੈ ਇੱਕ ਮੁਲਤਾਨ ਤੇ ਇੱਕ ਜੰਗ ਇਹਨਾਂ 3 ਜ਼ਿਲ੍ਹਿਆਂ ਇਹ ਪਾਕਪਤਨ ਜ਼ਿਲ੍ਹਾ ਗੋਗੇਰਾ ਦੀ ਤਹਿਸੀਲ ਹੈ ਇਹਦੇ ਪਿੰਡ ਲੱਖੋਕੇ ਦੇ ਵਿੱਚ ਜੋਇਆ ਫੈਮਿਲੀ ਜਿਹੜੀ ਹੈ ਉਹਨਾਂ ਨੇ ਅੰਗਰੇਜ਼ਾਂ ਨੂੰ ਜਿਹੜੇ ਉਹਨਾਂ ਦੇ ਅਹਿਲਕਾਰ ਗਏ ਉਹਨਾਂ ਕੋਲੋਂ ਰੈਵਨਿਊ ਲੈਣ ਵਾਸਤੇ ਤਾਂ ਉਹਨਾਂ ਨੇ ਇਨਕਾਰ ਕਰ ਦਿੱਤਾ ਅੰਗਰੇਜ਼ਾਂ ਨੇ ਉਹਨਾਂ ਨੂੰ ਉੱਥੋਂ ਅਰੈਸਟ ਕਰ ਲਿਆ ਔਰ ਗੋਗੇਰਾ ਜੇਲ੍ਹ ਵਿੱਚ ਉਹਨਾਂ ਨੇ ਪਾ ਦਿੱਤਾ ਜਦੋਂ ਰਾਏ ਅਹਿਮਦ ਖਾਨ ਖਰਲ ਜਿਹੜੇ ਹਨ ਉਹ ਇਸ ਇਲਾਕੇ ਦੇ ਸਰਦਾਰ ਹਨ ਇਸ ਇਲਾਕੇ 'ਚ ਸਾਰੀਆਂ ਕੌਮਾਂ ਉਹਨਾਂ ਨੂੰ ਆਪਣਾ ਵੱਡਾ ਮੰਨਦੀਆਂ ਹਨ ਔਰ ਇਲਾਕੇ ਦੇ ਵਿੱਚ ਉਹਨਾਂ ਦੀ ਬੜੀ ਇੱਜ਼ਤ ਔਰ ਤਕਰੀਮ ਆਈ ਜਦੋਂ जोया बिरादरी के लोग गिरफ्तार हुए तो उन्होंने बाकी जेडे बच जाने वाली औरतां या बच्चे उन्हें आके राय अहमद खान खरल ने फरियाद की कि जनाब इंज साडे बंदियां ने पकड़ के लाए हैं वो गए उन्होंने
एलिफिंस्टन ਜਿਹੜਾ डिप्टी कमिश्नर आई ਉਹਦੇ ਨਾਲ मुलाकात की ਤੇ ਉਹਨੂੰ ਆਖਿਆ ਕਿ ਇਹ ਬੰਦੇ ਤੁਸੀਂ ਛੱਡੋ। ਰਾਏ ਸਾਹਿਬ ਦੇ ਅਸਰ ਰਸੂਖ ਦੀ ਵਜ੍ਹਾ ਨਾਲ, ਰਾਏ ਸਾਹਿਬ ਦੇ ਮਜਬੂਰ ਕਰਨ ਨਾਲ ਉਹ ਬੰਦੇ ਰਿਹਾ ਹੋ ਗਏ। ਇਸੇ ਦੌਰਾਨ ਇਹਨਾਂ ਨੇ ਅੰਗਰੇਜ਼ਾਂ ਨੇ ਰਾਏ ਸਾਹਿਬ ਨੂੰ ਆਖਿਆ ਕਿ ਤੁਸੀਂ ਸਾਨੂੰ ਇਸ ਜੰਗ ਵਾਸਤੇ ਬੰਦੇ ਰਿਕਰੂਟ ਕਰਾਓ ਤੇ ਸਾਨੂੰ ਤੁਸੀਂ ਘੋੜੇ ਦਿਓ। ਇਹਦੇ ਵਿੱਚ ਇਹ ਵੀ ਅਸੀਂ ਵੇਖਦੇ ਹਾਂ ਕਿ ਉਹਨਾਂ ਨੇ ਰਾਏ ਸਾਹਿਬ ਨੂੰ ਲਾਲਚ ਵੀ ਦਿੱਤਾ। ਜਿਹੜਾ ਇਹਦਾ ਇੱਕ ਨਾ ਇਸ ਡੋਲੇ ਦੇ ਵਿੱਚ ਜਿਹੜੇ ਹਨ ਕਿ ਅੰਗਰੇਜ਼ ਬਰਕੱਲੀ ਆਂਦਾ ਹੈ ਰਾਏ ਅਹਿਮਦ ਦੇਵੇਂ ਘੋੜੀਆਂ तेरी लंदनों लिख लिया उसा नेक नामी। राय अहमद आंदा है रन्ना बोए ते घोड़ियां वंड किसे न दितियां होंदियां बुत दे विच सा सलामी। यानी लंदनों नेक नामी लिख लिया लियावन दा मतलब ये है कि तुहानू सर्टिफिकेट ऑफ एप्रीसीएशन ते नाल तुहानू जागीरां ज़ाहिर मिलसन। उन्हां लालच भी दिता, लेकिन क्योंकि वो एक अजीम मुहिब वतन हान और इस मट्टी दे फरजंद हान, वो किसी ना दबाव विच आए ना किसी लालच विच आए। और इहो एक लीडर दा करैक्टर होंदा है कि ना वो विके ते ना झुके। राय अहमद खान खरल जिहड़े ने वो एक इस गल दा इजहार है कि उन्हां नू खरीदिया भी नहीं जा सकिया ते उन्हां नू डराया भी नहीं जा सकिया। उन्होंने बरकली दी इस ऑफर नू कबूल नहीं किया ते उन्हां आख्या कि नहीं भाई असी तुहाडे साथ नहीं देना। फिर उन्होंने एक मीटिंग कॉल की सारे इलाके दे जिमीदारां दी। सारे इलाके दे जितने इहदे विच फतियाणा, इहदे विच तरहाना, वट्टू, कुरेशी, मुरदाने, इहदे विच काठियाज ते ये सारे जिहड़े बदरू जिहड़े उत्थे इलाके दियां कौमां हां नेड़े नेड़े दे जिमीदार तबका उन्होंने अपने कोल इकट्ठा किया। उन्होंने उन्हां दस्सिया कि यह सूरत हाल है, असी फैसला किया अंग्रेज दे नाल लड़न दा ते तुसी साडा साथ दिओ। इस मीटिंग दे विच कमालिया दे सरफराज खान खरल भी आए। वो उत्थे ते बैठे रह गए, लेकिन रातों रात वो उत्थों निकले ते ओ जनाब एलिफिंस्टन डिप्टी कमिश्नर गोगेरा कोल पहुंच गए। उन्होंने जाके इतला दी कि है सारे जिमीदार अज अहमद खान ने इकट्ठे किए ते मीटिंग की है ते तुहाडे नाल लड़न दा उन्हें फैसला किया है। उन्हें फौरन जी कमिश्नर मुल्तान GW हैमिल्टन नू इतला दी। GW हैमिल्टन ने जनाब फौरन मुल्तान दे जिहड़े जिमीदार हैं ना, जिन्हां दे विच अगर मेरी किताब दे विच इन्हां सारियां दा बड़े तफसील नाल जिक्र है ते इहदे विच कुरैशी ते गिलानी ते डाहा ते हराय इवन सरगाने भी मैनू लोग आंदे तू अपनी कौम नू ते छड्ड देवें आ हैं तू सरगाणियां नू भी नहीं माफ किया। मैं आख्या जेड़ा रोल है ना असा वो लिखिया, ठीक है ना। ओ जनाब इन्हां सारियां कौम बद्दो ज़ई ते सद्दो ज़ई ते सारे खाकवानी ते जनाब इन्हां सारियां नू उन्होंने सदिया कमिश्नर साहब हैमिल्टन ने इन्हां ने उन्हां दा साथ देवन दा ऐलान किया। 17 सितंबर नू अंग्रेज एलिफिंस्टन ने बरकली की क्यादत सिपाही भेजे कि राय अहमद खान को गिरफ्तार करके लै आओ। ये 16 नू मीटिंग हुई आई 16 सितंबर नू ते 17 सितंबर नू उन्हें जनाब भेजा कि जाओ उन्होंने गिरफ्तार करके लै आओ। राय साहब ते उत्थे कोई ना, इन्होंने फिर जानवरां नू अग ला दी, उथों बंदे भी पकड़ ले, उन्होंने डंगर भी सारे मवेशी जिहड़े हैं वो भी पकड़ के लै आए। अग्गा फिर जनाब इन्होंने इतला मिली 21 सितंबर नू एलिफिंस्टन नू कि दरिया पार एक पिंड है गशकोरी कि ये सारे जिहड़े ना राय अहमद खान खरल ते उन्हां दे साथी ये उत्थे मौजूद हैं। इन्हां जी उत्थे हमला किया और इस हमला करन तो पहले उन्हां मुल्तान और लाहौरों इमदादां मंगवाइयां। सारे अपने कमिश्नर हैमिल्टन ते उत्थे जिहड़े ए रॉबर्ट्स कमिश्नर लाहौर हैं पर्सनली वो अपने अपने लश्कर लैके उत्थे पहुंचे इस मूवमेंट को कुचलण वास्ते। उन्हें उत्थे बहरहाल इन्हां दा इस हमले दे विच अंग्रेज़ां नूं इन्हां नुकसान बड़ा पहुंचाया, लेकिन जिहड़ा इस तहरीक नूं नुकसान होया वो ये कि इस तहरीक दे कायद 21 सितंबर नूं असर दी नमाज पढ़दे हुए
उत्थे शहीद हो गए। ना सिर्फ वो शहीद हो गए बल्कि इन्हां दे जिहड़े एक होर इंतहाई काबिल एतमाद साथी और खरल कबीले की दूसरी शाख बेगे के खरल उन्होंने आंदे, वो बेगे के खरल का सरदार है सरदार राय सारंग खरल, वो भी शहीद हो गए। लेकिन इसे मौके ते ठीक मैं राय अहमद खान दे नाल राय अहमद खान खरल दे उन्हां सारे दोस्तां साथियां नूं इखराज तहसीन पेश करदा कि जिन्हां राय साहब की शहादत तो बाद ना सिर्फ राय साहब का बदला लिया अगले दिन 22 सितंबर नूं मुराद फतियाना ने, सूजा बदरू, मोखा वैणीवाल, ये सारे नादर शाह कुरैशी, वलीदाद मुर्दाना, मुहम्मद काठिया, बहावल फतियाना, ये सारे लोग जिहड़े हैं इन्हां ना सिर्फ बदला लिया बल्कि एक और बड़ी अहम गल है कि 20 सितंबर नूं अंग्रेज दिल्ली दोबारा फतह करने में कामयाब हो गए हैं। उत्थे जिहड़ी वॉर ऑफ इंडिपेंडेंस आई वो समझ लो खत्म हो गया है कि उत्थे दिल्ली ते दोबारा अंग्रेज़ों का कब्जा हो गया है। इत्थे 21 सितंबर नूं इस मूवमेंट दे कायद राय अहमद खान खरल की शहादत हुई है, लेकिन इन्हां दे साथियों ने हिम्मत नहीं हारी। उन्होंने ना सिर्फ अंग्रेज़ों के उत्ते दोबारा हमले किए, उन्होंने तबाह किया, उन्होंने बरकले जिन्होंने बरकली आख्या जाता है इत्थे लोकली, उन्होंने मतलब इन्होंने हलाक किया। बल्कि उस तो बाद कई जगह ते इन्हां दे वड्डे वड्डे मारके होए जिंदे विच अंग्रेज़ां नूं इन्हां नाकाबिल तलाफी नुकसान पहुंचाया। अंग्रेज़ां इन्हां चों मुराद फतियाना, बहावल फतियाना, मोखा वेणीवाल ते नादर शाह कुरैशी, वलीदाद मुर्दाना इन्हां नूं पकड़ के ते होर बहुत सारियां नूं काले पानी यानी जज़ायर अंडमान भी भेजिया। लेकिन ये सख्तियां भी जिहड़ियां हन इन्हां कबीलियां नूं दबा नहीं सकियां ते जनवरी 1858 तक इन्हां ने अंग्रेज़ां नूं टफ टाइम दिता। हालांकि इन्हां नूं कितों ना कोई इमदाद मिली, ना इन्हां नूं कितों कोई सपोर्ट मिली, ना असला मिलिया। मैं जिवें कि पिछले लेक्चर च गुजारिश की है कि इन्हां ने जनाब बाद मुहम्मद काठिया ने, बहावल फतियाना, सलाबत राणा ने इन्हां ने नवाब बहावलपुर नूं भी खत लिखिया कि जनाब इसलिए तू साडे च साहिब इख्तदार है, तेरे कोल वसाइल हैं, असी जिहाद कर रहे हैं, तू साडा साथ दे। लेकिन वो नवाब साहब जिहड़े हैं उन्होंने की किया, उन्होंने जनाब वो खत उनके जवाब उन्हें खत जिहड़ा लिखिया ना इन्हां नूं कि तुसीं बेवकूफ लोग हो, एडी वड्डी ताकत नाल तुसीं लड़न दा फैसला कीता है ते तुसीं ये समझ किवें लिया कि मैं तुहाडी हिमायत कर सां, जद कि तुहानूं ये पता भी है कि मेरे जनाब अंग्रेज़ों के नाल बहुत अच्छे तल्लुकात ने। वो दोवें खत उसने अंग्रेज़ों के हवाले लॉरेंस के हवाले कर दिते। ते ये मूवमेंट जिहड़ी है इहदे विच सानूं ये पता लगदा है कि बदकिस्मती असल ये है कि अगर ये हीरो जिहड़ा है ना जी पता नहीं ये मैनूं गल आखनी चाहिए है या नहीं, लेकिन बहरहाल मैं जाती तौर पर यह समझदा कि अगर इहो हीरो किसी ऐसे एरिया च पैदा होया हुंदा जिन्हां ने तारीख लिखी है, यानी UPCP वाले जिन्हां ने तारीखां लिखियां साडी पाकिस्तान दे जितने हिस्टोरियन होन सारे मेजोरिटी उन्हें उर्दू स्पीकिंग लोग हैं, उन्हें जी तारीख लिखी वो जै अगर कोई एक थोड़ा जिहा भी काम किया ना कि वो बहुत बड़े लीडर के तौर पर सामने आया। लेकिन साडे हीरो ने क्योंकि पंजाबियों ने ਇਹਦਾ ਕਿਸੇ ਹੋਰ ਨੂੰ ਦੋਸ਼ ਨਹੀਂ ਦੇਣਾ ਚਾਹੀਦਾ ਕਿ ਜੀ ਉਹਨਾਂ ਸਾਡੇ ਨਾਲ ਇੰਜ ਕੀਤਾ ਹੈ। ਇਹਦੇ ਜ਼ਿੰਮੇਦਾਰ ਅਸੀਂ ਆਪ ਹੈ ਪੰਜਾਬੀ। ਅਸਾਂ ਆਪਣੇ ਹੀਰੋਜ਼ ਨੂੰ ਭੁੱਲ ਗਏ। ਅਸੀਂ ਉਹਨਾਂ ਦਾ ਅੱਜ ਹੁਣ ਇਹ ਅਲਹਮਦੁਲਿਲਾ ਵੇਖ ਕੇ ਮੈਨੂੰ ਖੁਸ਼ੀ ਹੋਈ ਕਿ ਅੱਜ ਸਾਰਾ ਦਿਨ ਸੋਸ਼ਲ ਮੀਡੀਆ ਤੇ ਰਾਏ ਅਹਿਮਦ ਖਾਨ ਖਰਲ ਦੀ ਸ਼ਹਾਦਤ ਦੇ ਤਜ਼ਕਰੇ ਹੈ। ਤੇ ਉਹ ਹੱਕ ਜਿਹੜਾ ਹੁੰਦਾ ਹੈ ਉਸਨੇ ਆਖਿਰ ਸਾਹਮਣੇ ਆਉਣਾ ਹੁੰਦਾ ਹੈ, ਉਹਨੂੰ ਕਿਤਨੀ ਦੇਰ ਦਬਾਇਆ ਜਾ ਸਕਦਾ ਹੈ। ਸਾਡੀ ਅਸਲ ਤਾਰੀਖ ਜਿਹੜੀ ਹੈ ਅਸੀਂ ਐਡੇ ਮਤਲਬ ਨਹੀਂ ਕੋਈ ਪੰਜਾਬੀ ਨਿਕੰਮੇ ਨਹੀਂ ਹੈ ਕਿ ਅਸਾਂ ਕੁਝ ਕੀਤਾ ਹੀ ਨਹੀਂ। ਸਾਡੇ ਹੀਰੋਜ਼ ਬਹੁਤ ਹਨ, ਸਾਡੇ ਲੋਕ ਲੜੇ ਹਨ, ਸਾਡੇ ਲੋਕਾਂ ਕੁਰਬਾਨੀਆਂ ਦਿੱਤੀਆਂ ਹਨ, ਲੇਕਿਨ ਇਸ ਗੱਲੋਂ ਨਿਕੰਮੇ ਹੈ ਕਿ ਅਸਾਂ ਉਹਨਾਂ ਕੁਰਬਾਨੀਆਂ ਨੂੰ ਹਾਈਲਾਈਟ ਨਹੀਂ ਕੀਤਾ। ਅਸੀਂ ਉਹਨਾਂ ਨੂੰ ਆਪਣੀ ਤਾਰੀਖ ਜਿਹੜੀ ਅਸੀਂ ਪੜ੍ਹਾਉਂਦੇ ਹਾਂ ਉਹ ਪਤਾ ਨਹੀਂ ਸਾਨੂੰ ਕੀ ਖੌਫ ਹੈ ਕਿ ਅਸੀਂ
शायद ਉਹਦੀ ਇੱਕ ਵਜ੍ਹਾ ਇਹ ਵੀ ਹੈ ਕਿ 1857 ਦੇ ਵਿੱਚ ਜਿਹੜੇ ਲੋਕ ਅੰਗਰੇਜ਼ਾਂ ਦੇ ਨਾਲ ਹੈ ਉਹ ਹੁਣ ਇਕਤਦਾਰ ਵਿੱਚ 1947 ਤੋਂ ਲੈ ਕੇ ਹੁਣ ਤਾਈਂ ਕਿਉਂਕਿ ਉਹ ਇਕਤਦਾਰ ਵਿੱਚ ਹਨ ਲਿਹਾਜ਼ਾ ਉਹ ਹੀਰੋਜ਼ ਦੀ ਤਾਰੀਖ ਪੜ੍ਹਨ ਹੀ ਨਹੀਂ ਦਿੰਦੇ ਤੇ ਇਹ ਯੰਗ ਹਿਸਟੋਰੀਅਨਸ ਜਿਹੜੇ ਹਨ ਲਾਇਲਪੁਰ ਯੰਗ ਹਿਸਟੋਰੀਅਨਸ ਇਹ ਇਹਨਾਂ ਨੂੰ ਮੈਂ ਦੁਬਾਰਾ ਖਰਾਜ ਤਹਿਸੀਨ ਪੇਸ਼ ਕਰਦਾ ਕਿ ਇਹਨਾਂ ਨੇ ਇੱਕ ਤਾਂ ਪੰਜਾਬੀ ਜ਼ਬਾਨ ਦੀ ਖਿਦਮਤ ਸ਼ੁਰੂ ਕੀਤੀ ਹੈ ਨਾਲ ਤੌਹੀਦ ਚੱਠਾ ਸਾਹਿਬ ਨੂੰ ਇਹ ਕ੍ਰੈਡਿਟ ਹੈ ਕਿ ਇਹ ਪੰਜਾਬੀ ਤਾਰੀਖ ਦੀ ਵੀ ਦਰੁਸਤਗੀ ਕਰਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜਿਵੇਂ ਕਿ ਸਈਦ ਭੁੱਟਾ ਸਾਹਿਬ ਕਰ ਰਹੇ ਨੇ ਡਾਕਟਰ ਸਈਦ ਖਾਵਰ ਭੁੱਟਾ ਸਾਹਿਬ ਉਹਨਾਂ ਮਾਸ਼ਾਅੱਲਾ ਇਸ ਬੜਾ ਕੰਮ ਸ਼ਮ ਕੀਤਾ ਤੇ ਇਵੇਂ ਤਰ੍ਹਾਂ ਇਹ ਨੈਣ ਸੁਖ ਸਾਹਿਬ ਨੇ ਰਿਆਜ਼ ਤੂਤੂ ਸਾਹਿਬ ਹਨ ਇਹ ਚੰਦ ਲੋਕ ਹਨ ਜਿਹੜੇ ਹੁਣ ਮਤਲਬ ਇਸ ਫੀਲਡ ਵਿੱਚ ਆ ਕੇ ਆਪਣਾ ਆਪਣਾ ਹਿੱਸਾ ਪਾ ਰਹੇ ਨੇ ਮੈਂ ਵੀ ਇੱਕ ਛੋਟੀ ਜਿਹੀ ਕੋਸ਼ਿਸ਼ ਕੀਤੀ ਹੈ ਕਿ ਅਗਰ ਦੋਸਤਾਂ ਨੂੰ ਪਸੰਦ ਆਈ ਤਾਂ ਉਹ ਮੈਂ ਵੀ ਇੱਕ ਇਹ ਜਿਹੜਾ ਹੈ ਪੰਜਾਬ ਐਂਡ ਦਾ ਵਾਰ ਆਫ ਇੰਡੀਪੈਂਡੈਂਸ ਇਹ ਕਿਤਾਬ ਲਿਖੀ ਹੈ ਕਿਉਂਕਿ ਮੈਂ ਜਦੋਂ ਤਾਰੀਖ ਪੜ੍ਹਦਾ ਸੀ ਮੈਂ ਇਸ ਗੱਲ ਜ਼ਰੂਰ ਸੋਚਦਾ ਕਿ ਯਾਰ ਇਹ ਹੋ ਨਹੀਂ ਸਕਦਾ ਕਿ ਸਾਡੇ ਸਾਰੇ ਪੰਜਾਬੀ ਜਿਹੜੇ ਨੇ ਉਹ ਸਾਰੇ ਅੰਗਰੇਜ਼ ਦੇ ਨਾਲ ਖਲੋ ਗਏ ਹੋਣ ਇਹ ਨਹੀਂ ਨਾਮੁਮਕਿਨ ਗੱਲ ਹੈ ਜਦੋਂ ਅਸੀਂ BA ਦੇ ਵਿੱਚ ਹਿਸਟਰੀ ਪੜ੍ਹੀ ਨਾ ਉਹਦੇ ਲਿਖਿਆ ਹੋਇਆ ਹੈ ਕਿ ਪੰਜਾਬ ਨੇ अंग्रेजों का साथ दिया मैं क्या है ये किमें हो सकता है इतनी वड्डी कौम सारी दी सारी जनाब जमीर वेच के बह गई होवे नहीं कोई थोड़े बहुत तो होंदे सारी कौम जिहड़ी होंदी मैन हैसल कौम कोई जमीर नहीं बेचता ये मैं क्या मुमकिन नहीं है लिहाजा ये ते काम करना चाहिए मैं जो काम किया तो बहुत सारे लोग सामने आए ने राय अहमद खान खरल इन्हां चों क्योंकि इस तहरीक के कायद हैं मरी दे विच बड़ी एक रेजिस्टेंस हुई उत्थों दे लोग बड़े उठे लेकिन वो अपने विचों गद्दारी में कर जाते हैं हर जगह ते और ये कोई सिर्फ इस मूवमेंट नाल नहीं होया सारी मूवमेंट्स नाल हुंदा है कि विचों लोग हुंदे जिहड़े दूसरी साइड ते विक जांदे लेकिन साडे नाल हाथ ये होया है कि बाकी दे लोगां नूं उन्होंने आख्या कि जनाब ये जिहड़े दो चार हैं जी वो नंगे दीन है नंगे मिलत हैं साढ़े नाल जिहड़ा हथ कीता ना मुअर्रिखीन ने हिस्टोरियंस ने साढ़े नाल ये हथ कीता है कि वो दो चार नूं साडा नुमाइंदा बना के उन्हें आख्या जी पूरी पंजाबी हो जाए ने जी पंजाब वालियां ने जनाब ये ना ते कदी जी किसी इन्वेडर नूं रोकिया ही नहीं हालांकि जेड़े एक इन्वेडर नूं असां नहीं ना रोकिया पंजाबियां उस जेड़े नूं असां नहीं रोकिया पंजाबियां वो फिर उस साह भी दिल्ली तक जा लिया दिल्ली तक उन्होंने किसी नहीं रोकिया ते जे सिकंदर आजम उदू होके आया ना ते ओ साडे कोल जिसले आया ते असां इत्थे साडे इन्हां कबाइल ने ओनू इंजदा मारिया है कि ओंदा लश्कर जेड़ा है उस आखे सतलज तू अग्गा साडा जवाब है मैं असी नहीं जानदे असी हुण नहीं लड़दे ये हुण जेड़े हैं साडे मुअर्रिखीन कि जी उसका लश्कर थक गया था और उन्होंने कहा कि जी हम आगे नहीं जा सकते तो ये हुआ वो हुआ लेकिन ये नहीं दसेंदे कि उन्होंने पंजाबियों ने मारिया पंजाबियों ने उन्होंने इंज दा टफ टाइम दिता कि उन्हें आख्या जी हुण इस तो अग्गा साडी बस से ते इत्थे बल्कि सिकंदर जख्मी भी होया और आंदे हैं हिस्टोरियंस बाज ने लिखा है कि इसे जख्म नाल उत्थे जाके मर भी गया जी चट्ठा साहब जी डॉक्टर साहब थैंक यू ਤੁਸੀਂ ਸਾਡੇ ਨਾਲ ਹੀ ਰਹਿਣਾ ਤੇ ਅਸੀਂ ਨੈਣ ਸੁਖ ਸਾਹਿਬ ਦੀ ਗੱਲ ਸੁਣਨੇ ਫਿਰ ਕੋਈ ਸਵਾਲ ਜਵਾਬ ਠੀਕ ਸਰ ਜੀ ਹੁਣ ਅਸੀਂ ਗੱਲ ਨੂੰ ਅੱਗੇ ਵਧਾਉਂਦੇ ਤੇ ਹੁਣ ਸਾਡੇ ਨਾਲ ਨੈਣ ਸੁਖ ਜੀ ਨੇ ਅੱਜ ਇਸ ਰਾਏ ਅਹਿਮਦ ਖਾਨ ਖਰਲ ਦੇ ਹਵਾਲੇ ਨਾਲ ਅੱਜ ਦਾ ਦਿਨ ਅਸੀਂ ਮਨਾ ਰਹੇ ਜਿਹੜੇ ਨਵੇਂ ਆਏ ਦੋਸਤ ਉਹਨਾਂ ਨੂੰ ਦੱਸਦਾ ਜਾਵਾਂ ਸੋ ਹੁਣ ਅਸੀਂ ਨੈਣ ਸੁਖ ਸਾਹਿਬ ਨੂੰ ਦਾਵਤ ਦਾਂਗੇ ਕਿ ਉਹ ਆ ਕੇ ਆਪਣੀ ਗੱਲਬਾਤ ਸਾਂਝੀ ਕਰਨ ਜੀ ਸਰ ਜੀ ਆਇਆਂ ਨੂੰ जी बड़ी मेहरबानी ते गल्लां ते सरगाना साहब ने सारियां जिहड़ी अहमद खान खरल दे जिन्नियां जरूरी गल्लां सन अहमद खान खरल बारे ਉਹ ਸਾਰੀਆਂ ਕਰ ਦਿੱਤੀਆਂ ਨੇ ਔਰ ਅਹਿਮਦ ਖਾਨ ਖਰਲ ਜਿਹੜੀ ਬੋਲੀ ਬੋਲਦਾ ਹੋਏਗਾ ਉਸੇ ਬੋਲੀ ਵਿੱਚ ਹੀ ਉਹਨਾਂ ਗੱਲਾਂ ਕੀਤੀਆਂ ਨੇ ਔਰ ਬੜੀਆਂ ਚੰਗੀਆਂ ਲੱਗੀਆਂ ਨੇ ਬੜੀਆਂ ਜੱਚੀਆਂ ਨੇ ਉਹਨਾਂ ਦੇ ਮੂੰਹ ਚੋਂ ਉਹ ਗੱਲਾਂ ਔਰ ਮੈਨੂੰ ਤਾਂ ਇੰਝ ਲੱਗਦਾ ਜਿਵੇਂ ਸਈਦ ਭੁੱਟਾ ਸਾਹਿਬ ਨੇ ਜਾਂ ਉਹਨਾਂ ਦੇ ਸਟੂਡੈਂਟਸ ਨੇ ਫੈਸਲ ਜੱਪਾ
ਜ਼ਹੀਰ ਵੱਟੂ ਔਰ ਜਦੋਂ ਉਸੇ ਬੋਲੀ ਵਿੱਚ ਹੀ ਮੈਂ ਵੀ ਵੈਸੇ ਬਾਹਰ ਦੇ ਹੀ ਹਾਂ, ਪਰ ਬੜੀ ਮੁੱਦਤ ਤੋਂ ਲਾਹੌਰ ਵਿੱਚ ਰਹਿਣ ਵਜੋਂ ਔਰ ਕੁਝ ਮੇਰੇ ਨਾਨਕੇ ਜਿਹੜੇ ਸਨ ਉਹ ਬਾਹਰ ਦੇ ਨਹੀਂ ਸਨ, ਇਸ ਵਾਸਤੇ ਮੇਰੀ ਬੋਲੀ ਉਸ ਤਰ੍ਹਾਂ ਤੇ ਨਹੀਂ, ਪਰ ਮੈਂ ਜਦੋਂ ਜਾ ਕੇ ਆਪਣੇ ਚੱਕ 'ਚ ਰਹਿਣਾ ਕੋਈ ਦਿਨ ਤੇ ਥੋੜੀ ਥੋੜੀ ਆ ਵੀ ਜਾਂਦੀ ਉਸੇ ਤਰ੍ਹਾਂ। ਪਰ ਲੇਕਿਨ ਇਹਨਾਂ ਦੀ ਬੋਲੀ ਲੱਗ ਕੇ ਮੈਨੂੰ ਸੁਣ ਕੇ ਬੜਾ ਚੰਗਾ ਲੱਗਦਾ। ਔਰ ਕੰਮ ਵੀ ਖੈਰ ਬਾਹਰ ਦੇ ਲੋਕਾਂ ਹੀ ਜ਼ਿਆਦਾ ਕਰਨਾ ਸੀ, ਹੈ ਹੀ ਬਾਹਰ ਦਾ ਸੀ ਅਹਿਮਦ ਖਾਨ ਖਰਲ। ਔਰ ਇੱਕ ਇਹਨਾਂ ਨੇ ਸਰਗਾਣਾ ਸਾਹਿਬ ਨੇ ਕਿਹਾ ਵੀ ਗੱਲ ਕੀਤੀ ਕਿ ਜੇ ਅਹਿਮਦ ਖਾਨ ਖਰਲ ਕਿਸੇ ਹੋਰ ਧਰਤੀ ਤੇ ਹੁੰਦਾ ਤੇ ਪਤਾ ਨਹੀਂ ਉਹਨੂੰ। ਹਾਂ, ਇਹ ਵੀ ਗੱਲ ਬਹੁਤ ਹੱਦ ਤੱਕ ਠੀਕ ਹੈ ਕਿ ਵੇਖੋ ਅਗਰ ਅਸੀਂ ਬਹੁਤ ਪੁਰਾਣੀ ਗੱਲ ਕਰੀਏ, ਜਿਸ ਤਰ੍ਹਾਂ ਅਸੀਂ ਅਕਸਰ ਰਿਗਵੇਦ ਤੋਂ ਗੱਲਾਂ ਸ਼ੁਰੂ ਕਰ ਰਹੇ ਹਾਂ, ਆਪਣੀ ਹਿਸਟਰੀ ਦੀਆਂ ਬਹੁਤ ਸਾਰੀਆਂ ਗੱਲਾਂ, ਤੇ ਉਸ ਵੇਲੇ ਅਸੀਂ ਵੇਖਦੇ ਹਾਂ ਕਿ ਉਹਦੇ ਵਿੱਚ ਇੰਦਰਾ ਜਿਹੜਾ ਹੈ ਉਹ ਇੱਕ ਵਰਿਤਰਾ ਦੇ ਨਾਲ ਲੜ ਰਿਹਾ। ਵਰਿਤਰਾ ਜਿਹੜਾ ਹੈ ਉਹ ਇੱਥੇ ਦਾ ਹੈ ਕੋਈ, ਔਰ ਇੰਦਰਾ ਜਿਹੜਾ ਹੈ ਉਹ ਬਾਹਰੋਂ ਆਇਆ, ਤੇ ਉਹ ਲੜ ਰਹੇ ਨੇ। ਤੇ ਉਹਦੇ ਵਿੱਚ ਇੱਕ ਮੰਤਰ ਕਹਿ ਲਓ ਜਾਂ ਇੱਕ ਅਸ਼ਲੋਕ ਹੈ ਉਹਦੇ ਵਿੱਚ ਰਿਗਵੇਦ ਦੇ ਵਿੱਚ, ਕਿ ਉਹ ਕਹਿੰਦੇ ਨੇ ਕਿ ਬਾਰ-ਬਾਰ ਉਹ ਵਰਿਤਰਾ ਇੱਕ ਉਹਨਾਂ ਦਾ ਨਿਸ਼ਾਨ ਸੱਪ ਹੈ, ਉਹਨੂੰ ਸੱਪ ਹੀ ਕਹਿ ਰਹੇ ਨੇ ਵਰਿਤਰਾ ਨੂੰ, ਔਰ ਵਰਿਤਰਾ ਨੂੰ ਕਹਿੰਦੇ ਨੇ ਅਸੀਂ ਬਾਰ-ਬਾਰ ਮਾਰਨੇ, ਔਰ ਉਹ ਮਰ ਨਹੀਂ ਰਿਹਾ ਵਰਿਤਰਾ। ਇੰਦਰਾ ਔਰ ਇੰਦਰਾ ਦੇ ਲੋਕ ਕਹਿ ਰਹੇ ਨੇ ਕਿ ਅਸੀਂ ਇੰਜ ਵਰਿਤਰਾ ਨੂੰ ਮਾਰਨੇ ਆ ਬਾਰ-ਬਾਰ ਤੇ ਉਹ ਮਰ ਨਹੀਂ ਰਿਹਾ, ਔਰ ਉਹ ਵਰਿਤਰਾ ਨਹੀਂ ਮਰਿਆ। ਵਰਿਤਰਾ ਉਦੋਂ ਤਾਂ ਹੀ ਜ਼ਿੰਦਾ ਰਿਹਾ ਜਦੋਂ ਇੱਥੇ ਬਰਕਲੀ ਆਇਆ, ਤੇ ਉਹਦੇ ਨਾਲ ਜਿਹੜਾ ਅੱਗੋਂ ਲੜ ਰਿਹਾ ਅਹਿਮਦ ਖਾਨ ਖਰਲ, ਉਹ ਵਰਿਤਰਾ ਹੀ ਹੈ, ਉਹ ਇਸ ਧਰਤੀ ਵੱਲੋਂ ਹੀ ਉਹਦੇ ਨਾਲ ਲੜ ਰਿਹਾ। ਤੇ ਇਹ ਜਿਹੜਾ ਔਰ ਇਹ ਮੁੱਦਤਾਂ ਦਾ ਵਿੱਚ ਹਜ਼ਾਰਾਂ ਸਾਲ ਗੁਜ਼ਰ ਗਏ। ਵਰਿਤਰਾ ਔਰ ਅਹਿਮਦ ਖਾਨ ਖਰਲ ਉਹੀ ਰਾਵੀ ਦਾ ਕੰਢਾ ਹੈ ਜਿੱਥੇ ਵਰਿਤਰਾ ਔਰ ਇੰਦਰਾ ਲੜ ਰਹੇ ਸਨ, ਔਰ ਉੱਥੇ ਹੀ ਰਾਵੀ ਦੇ ਕੰਢੇ ਹੀ ਅਹਿਮਦ ਖਾਨ ਖਰਲ ਤੇ ਬਰਕਲੀ ਜਾਂ ਬਰਕਲੀ ਦੇ ਸਾਥੀ ਉਹ ਲੜ ਰਹੇ ਸਨ। ਤੇ ਇਹ ਵੀ ਜਿਹੜੀ ਗੱਲ ਹੈ ਕਿ ਜੇ ਉਹ ਕਿਸੇ ਹੋਰ ਧਰਤੀ ਤੇ ਹੁੰਦਾ ਤੇ ਵੇਖੋ ਨਾ, ਸਾਨੂੰ ਵਰਿਤਰਾ ਦਾ ਹੀ ਨਹੀਂ ਪਤਾ ਵਰਿਤਰਾ ਕੌਣ ਸੀ। ਅਸਾਂ ਤਾਂ ਵਰਿਤਰਾ ਦੇ ਬਾਰੇ ਨਹੀਂ ਖੋਜਿਆ ਕਿ ਵਰਿਤਰਾ ਕੌਣ ਸੀ, ਅਸੀਂ ਅੱਜ ਕੋਈ ਉਹਦਾ ਦਿਹਾੜ ਨਹੀਂ ਮਨਾਉਂਦੇ, ਸਾਨੂੰ ਪਤਾ ਹੀ ਨਹੀਂ। ਲੇਕਿਨ ਜਿਹੜਾ ਉਹਦੇ ਨਾਲ ਇੰਦਰਾ ਲੜਿਆ ਉਹ ਦੇਵਤਾ ਬਣ ਗਿਆ, ਉਹਦੀ ਹੁਣ ਪੂਜਾ ਹੁੰਦੀ ਹੈ। ਇੱਥੋਂ ਹੀ ਤੁਸੀਂ ਸੋਚ ਲਵੋ ਕਿ ਅਸੀਂ ਆਪਣੇ ਜਿਹੜੇ ਸਾਡੇ ਹੀਰੋ ਸਨ, ਜਿਹੜੇ ਸਾਡੇ ਰਾਟ ਸਨ, ਅਸੀਂ ਉਹਨਾਂ ਨਾਲ ਕੀ ਕਰਨੇ। ਔਰ ਫਿਰ ਇਹਦੇ ਵਿੱਚ ਵੀ ਜਿਹੜੀ ਇੱਕ ਗੱਲ ਹੋਰ ਹੈ ਕਿ ਅਸੀਂ ਜਿਹੜੇ ਇਸ ਧਰਤੀ ਦੇ ਲੋਕ ਸਾਂ, ਸਾਡਾ ਇੱਕ ਵਸੇਬ ਸੀ, ਸਾਡੀ ਇੱਕ ਸਿਵਲਾਈਜੇਸ਼ਨ ਸੀ, ਔਰ ਸਾਰੀ ਦੁਨੀਆ ਮੰਨਦੀ ਹੈ, ਉਹ ਮੇਰੇ ਆਖਣ ਦੀ ਤੇ ਲੋੜ ਨਹੀਂ, ਹੜੱਪਾ ਸਾਰੀ ਦੁਨੀਆ ਜਾਣਦੀ ਹੈ, ਗੰਧਾਰਾ ਸਾਰੀ ਦੁਨੀਆ ਜਾਣਦੀ ਹੈ। ਉੱਥੇ ਜਿਸ ਵਕਤ ਅਹਿਮਦ ਖਾਨ ਖਰਲ ਨੂੰ ਮਾਰਿਆ ਜਾ ਰਿਹਾ ਹੈ, ਉਹ ਤੁਸੀਂ ਵੇਖੋ ਕਿ ਸਾਡੇ ਵਸੇਬ ਦੇ ਵਿੱਚ ਇੰਜ ਹੋ ਸਕਦਾ ਹੈ ਕਿ ਕੋਈ ਬੰਦਾ ਨਮਾਜ਼ ਪੜ੍ਹਦਾ ਹੋਵੇ ਤੁਹਾਡਾ ਦੁਸ਼ਮਣ ਤੇ ਤੁਸੀਂ ਉਹਨੂੰ ਮਾਰੋ, ਇੰਜ ਤਾਂ ਨਹੀਂ ਹੋ ਸਕਦਾ। ਤੇ ਇਹ ਕੌਣ ਲੋਕ ਸਨ ਜਿਹੜੇ ਬਰਕਲੀ ਔਰ ਉਹਦੇ ਜਿਹੜੇ ਸਾਥੀ ਸਨ, ਕਿ ਤੁਸੀਂ ਕੋਈ ਵੀ ਤੁਸੀਂ ਨਹੀਂ ਸੋਚਿਆ ਕਿ ਇੱਕ ਬਾਬਾ ਹੈ, ਬੁੱਢਾ ਬਾਬਾ ਹੈ, 80 ਸਾਲ ਕਹਿ ਲਵੋ, ਉਹ ਨਮਾਜ਼ ਪੜ੍ਹ ਰਿਹਾ ਹੈ, ਔਰ ਉਸ ਨਮਾਜ਼ ਦੀ ਹਾਲਤ ਵਿੱਚ ਉਹ ਸਜਦੇ ਵਿੱਚ ਗਿਆ, ਤੁਸੀਂ ਉਹਨੂੰ ਗੋਲੀਆਂ ਮਾਰ ਰਹੇ ਹੋ, ਇੱਕ ਨਹੀਂ ਮਾਰ ਰਹੇ, ਬਾਰ-ਬਾਰ ਮਾਰ ਰਹੇ ਹੋ, ਔਰ ਆਪਣੇ ਕਿਹੜੇ ਕਿਹੜੇ ਬਦਲੇ ਉਹਦੀ ਲਾਸ਼ ਕੋਲੋਂ ਲੈ ਰਹੇ ਹੋ, ਉਹਦੀ ਲਾਸ਼ ਉਹਦਾ ਸਿਰ ਲਾ ਰਹੇ ਹੋ। ਔਰ ਫਿਰ ਉਹ ਜਿਹੜੇ ਉਹਦੇ ਨਾਲ ਸਨ, ਅਸੀਂ ਉਹਨਾਂ ਦੀ ਇੱਜ਼ਤ ਕੀਤੀ, ਅੱਜ ਵੀ ਸਾਡੇ ਤੋਂ ਰੂਲ ਕਰ ਰਹੇ ਨੇ। ਅੱਜ ਵੀ ਉਹ ਜਿਹੜਾ ਕੁਰੈਸ਼ੀ ਸੀ, ਅੱਜ ਵੀ ਜਿਹੜਾ ਉਹ ਜਿਹੜਾ ਸਰਫਰਾਜ਼ ਖਰਲ ਸੀ, ਜਿਹੜਾ ਉਹ ਖੇਮ ਸਿੰਘ ਬੇਦੀ ਸੀ, ਜਿਹੜਾ ਉਹ ਧਾੜਾ ਸਿੰਘ ਨਕਈ ਸੀ, ਜਿਹੜਾ ਉਹ ਜਿੰਨੇ ਵੀ ਸਨ, ਜੀਵੇ ਖਾਂ ਰਾਈ ਸੀ, ਤੁਸੀਂ ਉਹ ਸਾਰਿਆਂ ਨੂੰ ਵੇਖੋ, ਉਹਨਾਂ ਨੂੰ ਨੰਬਰਦਾਰੀਆਂ ਮਿਲੀਆਂ, ਉਹ ਖਾਨ ਬਹਾਦਰ ਮਿਲੇ, ਉਹਨਾਂ ਚ ਕਈਆਂ ਨੂੰ ਸਰ ਦੇ ਖਿਤਾਬ ਮਿਲੇ, ਅਸਾਂ ਉਹਨਾਂ ਨੂੰ ਇੱਜ਼ਤ ਦਿੱਤੀ। ਅਸੀਂ ਕੌਣ ਆ? ਸਾਡੇ ਵਿੱਚ ਹੋਇਆ ਅਹਿਮਦ ਖਾਨ ਖਰਲ, ਪਰ ਅਸੀਂ ਅਹਿਮਦ ਖਾਨ ਖਰਲ ਦੇ ਕਾਤਲਾਂ ਨੂੰ ਅਸੀਂ ਵੋਟ ਪਾਏ, ਅਸੀਂ ਉਹਨਾਂ ਨੂੰ ਆਪਣਾ ਮਿਨਿਸਟਰ ਬਣਾਇਆ, ਅਸੀਂ ਉਹਨਾਂ ਨੂੰ ਆਪਣੇ MNAs ਬਣਾਇਆ, ਅਸੀਂ ਉਹਨਾਂ ਦੇ ਗਲਾਂ ਵਿੱਚ ਹਾਰ ਪਾਏ। ਅਸੀਂ ਕੀ ਹਾਂ? ਅਹਿਮਦ ਖਾਨ ਖਰਲ ਨੂੰ ਤੇ ਅਸਾਂ ਇੱਜ਼ਤ ਦਿੱਤੀ ਜਾਂ ਨਹੀਂ ਦਿੱਤੀ, ਅਸੀਂ ਉਹਦੇ ਕਾਤਲਾਂ ਨੂੰ ਤੇ ਬੜੀ ਇੱਜ਼ਤ ਦਿੱਤੀ, ਅੱਜ ਵੀ ਉਹ ਸਾਡੇ ਤੇ ਰੂਲ ਕਰ ਰਹੇ ਨੇ। ਔਰ ਅਹਿਮਦ ਖਾਨ ਖਰਲ ਜਿਹਾ
ਸ਼ਹੀਦ ਜਾਂ ਕੋਈ ਹੀਰੋ ਤੇ ਕੋਈ ਦੂਜਾ ਹੈ ਹੀ ਨਹੀਂ। ਅੰਗਰੇਜ਼ ਆਂਦੇ ਨੇ ਪਏ, ਅੰਗਰੇਜ਼ਾਂ ਨਾਲ ਪੰਜਾਬ ਦੇ ਵਿੱਚ ਕੌਣ ਲੜ ਰਿਹਾ ਹੈ? ਮਹਾਰਾਜਾ ਰਣਜੀਤ ਸਿੰਘ ਨੂੰ ਦਾ ਦਰਬਾਰ ਖਤਮ ਕਰਕੇ ਕਈ ਮਹਾਰਾਜੇ ਬਣ ਗਏ। ਮਹਾਰਾਜਾ ਪਟਿਆਲਾ, ਮਹਾਰਾਜਾ ਜਿੰਦ, ਮਹਾਰਾਜਾ ਫਰੀਦਕੋਟ, ਮਹਾਰਾਜਾ ਕਪੂਰਥਲਾ, ਕਿੰਨੇ ਹੀ ਮਹਾਰਾਜੇ ਬਣ ਗਏ। ਔਰ ਸਾਰਾ ਜਿਹੜਾ ਉਹਦਾ ਲਾਹੌਰ ਦਰਬਾਰ ਸੀ, ਉਸ ਲਾਹੌਰ ਦਰਬਾਰ ਦੇ ਵਿੱਚ ਉਹਦੇ ਜਿੰਨੇ ਦਰਬਾਰੀ ਸਨ ਸਾਰੇ ਗੱਦਾਰ ਬਣੇ, ਸਾਰੇ ਅੰਗਰੇਜ਼ ਦੇ ਨਾਲ ਰਲ ਗਏ। ਪਰ ਬਾਹਰ ਦੇ ਵਿੱਚ ਲੋਕ ਲੜ ਰਹੇ ਨੇ। ਅਹਿਮਦ ਖਾਨ ਖਰਲ ਨੇ ਤੇ ਕੋਈ ਵਜ਼ੀਫਾ ਨਹੀਂ ਲਿਆ ਉਹਦੇ ਕੋਲੋਂ, ਰਣਜੀਤ ਸਿੰਘ ਕੋਲੋਂ। ਉਹ ਧਰਤੀ ਦਾ ਜੀ ਹੈ, ਆਪਣੀ ਵਾਹੀ ਕਰਦਾ ਹੋਏਗਾ, ਆਪਣੇ ਕਮਾਉਂਦਾ ਹੋਏਗਾ ਤੇ ਆਪਣਾ ਖਾਂਦਾ ਹੋਏਗਾ। ਉਹਨੇ ਤਾਂ ਰਣਜੀਤ ਸਿੰਘ ਦਾ ਕੋਈ ਦਰਬਾਰੀ ਬਣਨ ਦੀ ਵੀ ਨਹੀਂ ਕੋਸ਼ਿਸ਼ ਕੀਤੀ। ਤੇ ਉਹ ਜਿਸ ਵਕਤ ਅੰਗਰੇਜ਼ ਆ ਰਿਹਾ ਤੇ ਉਹਦੇ ਨਾਲ ਲੜਾਈ ਕੀ ਹੈ? ਬਈ ਤੂੰ ਸਾਡੀ ਧਰਤੀ ਤੋਂ ਬਾਹਰੋਂ ਆ ਰਿਹਾ, ਅਸੀਂ ਨਹੀਂ ਤੈਨੂੰ ਮੰਨਦੇ। ਅਸੀਂ ਜਿਹੜਾ ਇੱਕ ਐਲਾਮ ਸਿੰਬੋਲਿਕ ਹੁੰਦਾ ਨਾ ਕਿ ਤੈਨੂੰ ਰੈਵਨਿਊ ਨਹੀਂ ਦਿੰਦੇ, ਰੈਵਨਿਊ ਨਾ ਦੇਣਾ ਨਹੀਂ, ਰੈਵਨਿਊ ਇਨਕਾਰ ਕਰ ਦਿੱਤਾ। ਉਹ ਜਿਹੜੇ ਵੱਟੂ ਸਨ ਜਿਨ੍ਹਾਂ ਨੇ ਇਨਕਾਰ ਕੀਤਾ, ਉਹ ਇਨਕਾਰ ਕਰ ਰਹੇ ਨੇ ਕਿ ਅਸੀਂ ਨਹੀਂ ਦਿੰਦੇ ਤੁਹਾਨੂੰ। ਇਹ ਗੱਦਾਰੀ ਸੀ, ਇਹ ਕਰਾਊਨ ਦੇ ਖਿਲਾਫ ਇੱਕ ਕ੍ਰਾਈਮ ਸੀ। ਤੇ ਦੂਜਾ ਇਹ ਸੀ ਕਿ ਉਹ ਚਾਹੁੰਦੇ ਸਨ ਕਿ ਤੁਸੀਂ ਸਾਡੀ ਰਿਆਇਆ ਬਣੋ। ਅਹਿਮਦ ਖਾਨ ਖਰਲ ਨੂੰ ਵਾਰਾ ਨਹੀਂ ਖਾਧਾ। ਅਹਿਮਦ ਖਾਨ ਖਰਲ ਉਹਦੇ ਨਾਲ ਸ਼ਹੀਦ ਮਤਲਬ ਲੜਿਆ, ਸ਼ਹੀਦ ਹੋ ਗਿਆ। ਅਸੀਂ ਉਹ ਕਿਹਦੀ ਹਾਲ ਬਣੇ? ਆਲ ਅਸੀਂ ਆਮ ਤੌਰ ਤੇ ਸਮਝਦੇ ਹਾਂ ਕਿ ਆਲ ਦਾ ਮਤਲਬ ਔਲਾਦ ਨਹੀਂ ਹੁੰਦਾ। ਆਲ ਦਾ ਮਤਲਬ ਔਲਾਦ ਤੁਸੀਂ ਕਿਹਦਾ ਧੜਾ ਹੋ, ਤੁਸੀਂ ਕਿਹਦੀ ਧਿਰ ਹੋ। ਅਸੀਂ ਕਿਹਦੀ ਧਿਰ ਬਣੇ? ਅਸੀਂ ਅਹਿਮਦ ਖਾਨ ਖਰਲ ਦੇ ਕਾਤਲਾਂ ਦੀ ਧਿਰ ਬਣੇ, ਅਸੀਂ ਅਹਿਮਦ ਖਾਨ ਖਰਲ ਦੀ ਧਿਰ ਨਹੀਂ ਬਣੇ। ਆਲ ਦਾ ਮਤਲਬ ਜਦੋਂ ਫਿਰੌਨ ਗਰਕ ਹੋ ਰਿਹਾ, ਕੁਰਾਨ ਦੇ ਵਿੱਚ ਆਂਦਾ ਕਿ ਅਗਰ ਰਖਨਾ ਆਲਾ ਫਿਰੌਨ, ਤੇ ਫਿਰੌਨ ਦਾ ਆਪਣਾ ਧੀ ਪੁੱਤਰ ਤੇ ਉਹਦੇ ਚ ਕੋਈ ਨਹੀਂ ਮਰਿਆ, ਉਹਦਾ ਲਸ਼ਕਰ ਮਰਿਆ, ਉਹਦੇ ਸਾਥੀ ਮਰੇ। ਆਲੇ ਮੂਸਾ ਕੌਣ ਸਨ? ਜਿਹੜੇ ਮੂਸਾ ਦੇ ਸਾਥੀ ਸਨ। ਅਸੀਂ ਕਿਹਦੇ ਸਾਥੀ ਹਾਂ? ਅਸੀਂ ਅਹਿਮਦ ਖਾਨ ਖਰਲ ਦੇ ਕਾਤਲਾਂ ਦੇ ਸਾਥੀ ਹਾਂ। ਪੰਜਾਬ ਚੀਫਸ ਦੀ ਇੱਕ ਬੜੀ ਵੱਡੀ ਲਿਸਟ ਹੈ ਜਿਹੜੀ ਸਾਨੂੰ ਪੰਜਾਬ ਨੂੰ ਕੋਈ ਗਾਲ ਕੱਢੇ ਨਾ ਕੱਢੇ, ਸਾਨੂੰ ਖੁਦ ਮੰਨਣਾ ਚਾਹੀਦਾ ਕਿ ਗੱਦਾਰਾਂ ਦੀ ਕਮੀ ਨਹੀਂ ਸਾਡੇ ਪੰਜਾਬ ਦੇ ਵਿੱਚ, ਗੱਦਾਰਾਂ ਦੀ ਕਮੀ ਨਹੀਂ ਰਹੀ। ਸਾਨੂੰ ਖੁਦ ਹੀ ਮੰਨ ਲੈਣਾ ਚਾਹੀਦਾ ਹੈ। ਔਰ ਪੰਜਾਬ ਚੀਫਸ ਦੀ ਇੱਕ ਲੰਬੀ ਲਿਸਟ ਹੈ, ਔਰ ਉਹਨਾਂ ਦੀ ਕਿੰਨੀ ਘਟੀਆ ਉਹਨਾਂ ਨੇ ਹਿਸਟਰੀ ਲਿਖੀ ਹੈ ਅੰਗਰੇਜ਼ਾਂ ਨੇ। ਇਹਨਾਂ ਨੇ ਕਦੀ ਉਹਨੂੰ ਚੈਲੰਜ ਵੀ ਨਹੀਂ ਕੀਤਾ ਕਿ ਕਿਵੇਂ ਚੈਲੰਜ ਕਰ ਕਿਵੇਂ ਸਕਦੇ ਸਨ ਚੈਲੰਜ। ਫਿਰ ਸਰ ਦੇ ਜਿਹੜਾ ਇਹਨਾਂ ਨੂੰ ਨਾਈਟਹੁੱਡ ਦੇ ਜਿਹੜੇ ਮਿਲੇ ਪੰਜਾਬੀਆਂ ਨੂੰ, ਫਿਰ ਜਿਸ ਵਕਤ ਅੰਗਰੇਜ਼ਾਂ ਦੀ ਫੌਜ 'ਚ ਭਰਤੀਆਂ ਹੋਈਆਂ ਤੇ ਕਿਸ ਤਰ੍ਹਾਂ ਇਹਨਾਂ ਨੇ ਭਰਤੀਆਂ ਦਿੱਤੀਆਂ। ਇਸ ਵਾਸਤੇ ਸਾਡੀ ਜਿਹੜੀ ਜਿੰਨਾ ਸਾਡੇ ਪ੍ਰਧਾਨ ਜਿਹੜੇ ਸਾਡੇ ਸਿਰ ਕੱਢ ਜਿੰਨੇ ਜ਼ਮੀਨਦਾਰ, ਔਰ ਜ਼ਮੀਨਦਾਰ ਦੇਖੋ, ਜ਼ਮੀਨਦਾਰ ਜਿਹੜਾ ਹੁੰਦਾ ਧਰਤੀ ਨਾਲ ਨਹੀਂ, ਜਿੰਨੇ ਆ ਸਾਡੇ ਵੱਡੇ ਵੱਡੇ ਜ਼ਿਮੀਂਦਾਰ ਨਵਾਬ ਸਨ, ਇਹਨਾਂ ਨੂੰ ਕਦੀ ਵੀ ਧਰਤੀ ਨਾਲ ਪਿਆਰ ਨਹੀਂ ਹੋਇਆ। ਇਹਨਾਂ ਨੂੰ ਪ੍ਰਾਪਰਟੀ ਨਾਲ ਪਿਆਰ, ਜਿਹਨੂੰ ਜ਼ਮੀਨ ਜਿਹੜੀ ਪੋਇਮ ਹੈ, ਜਿਹੜੀ ਇਹਨਾਂ ਦਾ ਮਲਕੀਅਤ ਹੈ, ਜਿਹੜੀ ਇਹਨਾਂ ਦਾ ਕਬਜ਼ਾ ਹੈ ਜਿਹਦੇ ਉੱਤੇ, ਇਹਨਾਂ ਨੂੰ ਉਹਦੇ ਨਾਲ ਪਿਆਰ ਹੁੰਦਾ। ਇਹਨਾਂ ਨੂੰ ਧਰਤੀ ਨਾਲ ਪਿਆਰ ਨਹੀਂ ਹੁੰਦਾ। ਅਹਿਮਦ ਖਾਨ ਖਰਲ ਨੂੰ ਧਰਤੀ ਨਾਲ ਪਿਆਰ ਸੀ, ਦੁੱਲੇ ਭੱਟੀ ਨੂੰ ਧਰਤੀ ਨਾਲ ਪਿਆਰ ਸੀ। ਉਹ ਧਰਤੀ ਵਾਸਤੇ ਲੜ ਰਹੇ ਸਨ। ਭਗਤ ਸਿੰਘ ਧਰਤੀ ਵਾਸਤੇ ਲੜ ਰਿਹਾ ਸੀ। ਇੱਕ ਲੰਬੀ ਲਿਸਟ ਹੈ, ਅਸੀਂ ਉਹਦੇ ਤੇ ਮਾਣ ਕਰ ਸਕਦੇ ਹਾਂ। ਪਰ ਸਾਨੂੰ ਇਹ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਕਿ ਜਿਹੜੇ ਸਾਡੇ ਸ਼ਹੀਦਾਂ ਦੇ ਗੱਦਾਰ ਸਨ, ਉਹ ਵੀ ਸਾਡੇ ਵਿੱਚ ਹੀ ਸਨ। ਬਰਕਲੀ ਨੂੰ ਅਸੀਂ ਕਿਵੇਂ, ਬਰਕਲੀ ਨੂੰ ਬੁਰਾ ਆਖਣ ਦਾ ਕੀ ਸਾਡਾ ਤੁਕ ਬਣਦਾ? ਬਈ ਇੱਕ ਉਹ ਜ਼ਾਲਮ ਸੀ, ਉਹ ਧਰਤੀਆਂ ਤੇ ਕਬਜ਼ਾ ਕਰ ਰਹੇ ਸਨ, ਉਹ ਆ ਗਏ ਸਨ। ਪਹਿਲਾਂ ਅਲੈਗਜ਼ੈਂਡਰ ਦਾ ਗ੍ਰੇਟ ਆਇਆ, ਆਪਣਾ ਮਹਿਮੂਦ ਗਜ਼ਨਵੀ ਆਇਆ, ਬਾਬਰ ਆਇਆ, ਸਾਰੇ ਲੋਕ ਆਂਦੇ ਰਹੇ ਬਾਹਰੋਂ। ਇਸੇ ਤਰ੍ਹਾਂ ਅੰਗਰੇਜ਼ ਆ ਗਿਆ, ਇਸੇ ਤਰ੍ਹਾਂ ਫਰੰਗੀ ਆ ਗਿਆ। ਹੁਣ ਫਰੰਗੀ ਜਿਹੜਾ ਉਹਦੇ ਨਾਲ ਜਿਹੜੇ ਰਲੇ, ਜਿਹੜੇ ਇਸ ਧਰਤੀ ਦੇ ਲੋਕ ਸਨ, ਸਾਨੂੰ ਤੇ ਉਹਨਾਂ ਦੇ ਸਾਨੂੰ ਤੇ ਹੋਣਾ ਚਾਹੀਦਾ ਕਿ ਉਹ ਅਸੀਂ ਉਹਨਾਂ ਦੀ ਕਿਉਂ ਅੱਜ ਵੀ ਅਸੀਂ ਉਹਨਾਂ ਦੇ ਕਿੰਨਾ ਕੁ ਅਸੀਂ ਉਹਨਾਂ ਮੈਂ ਇਸ ਉੱਤੇ ਬਾਰ-ਬਾਰ ਗੱਲ ਕਰਦਾ ਨਹੀਂ ਚੰਗਾ ਲੱਗਦਾ ਕਿ ਅਸੀਂ ਅਹਿਮਦ ਖਾਨ ਖਰਲ ਦੀ ਧਿਰ ਨਹੀਂ ਬਣੇ। ਔਰ ਅਹਿਮਦ ਖਾਨ ਖਰਲ ਨੂੰ ਵੇਖੋ, ਹਾਂ ਅਹਿਮਦ ਖਾਨ ਖਰਲ ਨੂੰ ਕਿੰਨਾ ਅਹਿਮਦ ਖਾਨ ਖਰਲ ਨੂੰ ਤੇ ਉਹਨਾਂ ਜ਼ਿੰਦਾ ਰੱਖਿਆ ਜਿਨ੍ਹਾਂ ਨੇ ਢੋਲੇ ਲਿਖੇ। ਅਹਿਮਦ ਖਾਨ ਖਰਲ ਨੂੰ ਤੇ ਕਿਸੇ ਹਿਸਟੋਰੀਅਨ ਦੀ ਨਹੀਂ ਲੋੜ। ਅਸੀਂ ਉਹਦੇ ਤੇ ਕੰਮ ਕਰੀਏ, ਜਿੰਨਾ ਜ਼ਿਆਦਾ ਹੋ ਸਕਦਾ ਕਰੀਏ, ਪਰ ਅਹਿਮਦ ਖਾਨ ਖਰਲ ਦੇ ਤੇ ਜਿਹੜੇ ਢੋਲੇ ਲਿਖੇ ਗਏ, ਢੋਲਿਆਂ ਦੇ ਵਿੱਚ ਉਹਦੀ ਸਾਰੀ ਤਾਰੀਖ ਹੈ। ਇੱਥੇ ਫੈਸਲ ਜੱਪਾ, ਉਹਨੇ ਇੱਕ ਬੜੇ ਦੂਰ ਚੰਨੋੜ ਦੇ ਕੋਲ ਸ਼ਾਇਦ ਮੁਹੰਮਦੀਪੁਰ ਸੀ ਇੱਕ ਜਗ੍ਹਾ, ਉੱਥੇ ਇੱਕ ਪਿਛਲੇ ਸਾਲ ਕੀਤਾ ਪ੍ਰੋਗਰਾਮ, ਬੜੇ ਲੋਕ ਉਹਦੇ ਚ ਆਏ।
ਜਿਵੇਂ ਕੋਈ ਬੜਾ ਵੱਡਾ ਜਿਵੇਂ ਸਿਆਸੀ ਜਲਸਾ ਹੁੰਦਾ, ਇਸੇ ਤਰ੍ਹਾਂ ਇੱਥੇ ਸਈਦ ਭੁੱਟਾ ਹੋਰਾਂ ਨੇ ਕੀਤਾ ਸੀ ਲਾਹੌਰ ਦੇ ਵਿੱਚ, ਬੜੀ ਦੁਨੀਆ ਉਹਦੇ ਵਿੱਚ ਆਈ ਸੀ ਅਹਿਮਦ ਖਰਲ ਵਾਸਤੇ। ਉਹ ਲੋਕ ਆਏ ਜਿਹੜੇ ਉਹਦੀਆਂ ਕਹਾਣੀਆਂ ਵਿਚਾਰੇ ਨਸਲ ਦਰ ਨਸਲ ਸੁਣਦੇ ਆਏ, ਤੇ ਉਹਨਾਂ ਨੇ ਉਹ ਕਹਾਣੀਆਂ ਪੜ੍ਹੀਆਂ, ਉਹਨਾਂ ਨੇ ਉਹ ਢੋਲੇ ਪੜ੍ਹੇ। ਤੇ ਅਹਿਮਦ ਖਰਲ ਕੋਈ ਸਾਡੀ ਹਿਸਟਰੀ ਦਾ ਕੋਈ ਉਹ ਮੁਤਾਜ ਨਹੀਂ ਕਿ ਅਸੀਂ ਉਹਦੀ ਹਿਸਟਰੀ ਲਿਖੀ, ਉਹਦੀ ਹਿਸਟਰੀ ਲਿਖੀ ਹੈ, ਅਸੀਂ ਉਹਨਾਂ ਢੋਲਿਆਂ ਦੇ ਵਿੱਚੋਂ ਲੈ ਰਹੇ ਹਾਂ ਉਹਦੀਆਂ ਗੱਲਾਂ ਤੇ ਉਹ ਸਾਰਾ ਕੁਝ। ਬਾਕੀ ਉਹ ਰਿਕਾਰਡ ਹੈ ਅੰਗਰੇਜ਼ਾਂ ਦਾ ਜਿਹੜਾ ਉਹਨਾਂ ਨੇ ਆਪਣੇ ਇਹਨਾਂ ਗੱਦਾਰਾਂ ਦੇ ਵਾਸਤੇ ਲਿਖਿਆ, ਉਹ ਅੱਜ ਗਾਇਬ ਕਰ ਰਹੇ ਨੇ ਥੋੜਾ ਥੋੜਾ ਕਰਕੇ। ਕਾਫੀ ਸਾਰਾ ਜਿਹੜਾ ਰਿਕਾਰਡ ਹੈ ਆਪਣੀ ਇਹਨਾਂ ਦੀਆਂ ਕਰਤੂਤਾਂ ਦਾ, ਉਹਨੂੰ ਗਾਇਬ ਕਰਦੇ ਜਾ ਰਹੇ ਨੇ। ਪਰ ਇਹਨਾਂ ਦੀ ਉਹ ਜਿਹੜੀ ਇੱਕ ਇੱਥੇ ਚੁਦਰਾਹਟ ਬਣੀ, ਉਹਨੂੰ ਅਸੀਂ ਕਦੀ ਚੈਲੰਜ ਨਹੀਂ ਕੀਤਾ। ਤੇ ਔਰ ਇਹ ਜਿਹੜਾ ਖਾਸ ਤੌਰ ਤੇ ਇਹ ਇਲਾਕਾ ਹੈ ਜਿਹੜਾ ਜਿੱਥੇ ਅਹਿਮਦ ਖਰਲ ਹੈ, ਜਿੱਥੇ ਇਹ ਹੜੱਪਾ ਹੈ, ਜਿੱਥੇ ਇਹ ਪਾਕ ਪਤਾ ਨੇ, ਜਿੱਥੇ ਇਹ ਰਾਵੀ ਔਰ ਸਤਲੁਜ ਦੇ ਜਿਹੜਾ ਵਿਚਕਾਰ ਇਲਾਕਾ, ਤੇ ਪੰਜਾਬ ਤੇ ਅਸਲ ਵਿੱਚ ਜਿਹੜਾ ਰੈਜ਼ਿਸਟ ਕਰਦਾ ਰਿਹਾ ਉਹ ਪੰਜਾਬ ਤੇ ਹੈ ਹੀ ਹੈ। ਤੁਸੀਂ ਦੇਖੋ ਕਿ ਅਮੀਰ ਤੈਮੂਰ ਜਦੋਂ ਆਉਂਦਾ ਹੈ, ਉਹਦੀਆਂ ਸਭ ਤੋਂ ਜ਼ਿਆਦਾ ਜਿਹੜੀਆਂ ਜਿਸ ਇਲਾਕੇ ਦੇ ਵਿੱਚ ਉਹਨੂੰ ਰੈਜ਼ਿਸਟੈਂਸ ਮਿਲ ਰਹੀ ਹੈ, ਇਹਨਾਂ ਦੀਆਂ ਸੁਲਤਾਨਾਂ ਦੀ ਹਿਸਟਰੀ ਦੀਆਂ ਕਿਤਾਬਾਂ ਪੜ੍ਹ ਲਓ ਬੇਸ਼ੱਕ, ਉਹਦੇ ਵਿੱਚ ਲਿਖਿਆ ਕਿ ਇਹਨਾਂ ਥਾਵਾਂ ਦੇ ਉੱਤੇ ਉਹਨੂੰ ਰੈਜ਼ਿਸਟੈਂਸ ਮਿਲ ਰਹੀ। ਤੁਗਲਕਾਂ ਨੂੰ ਤੇ ਬਕਾਇਦਾ ਇੱਥੇ ਆਪਣਾ ਇੱਕ ਬਣਾਉਣਾ ਪਿਆ, ਇਸ ਪੂਰੇ ਇਲਾਕੇ ਦੀ ਜਿਹੜੀ ਇੱਕ ਰਾਜਧਾਨੀ ਜਾਂ ਕੈਪੀਟਲ ਉਹਨਾਂ ਨੇ ਬਣਾਇਆ, ਉਹ ਦੀਪਾਲਪੁਰ ਸ਼ਹਿਰ ਵਸਿਆ ਨਵਾਂ। ਇਸ ਪੂਰੇ ਇਲਾਕੇ ਦੇ ਵਿੱਚ ਜਿਹੜਾ ਸੀ ਇੱਕ ਜਿਹੜਾ ਸੂਬੇਦਾਰ ਸੀ, ਉਹ ਦੀਪਾਲਪੁਰ 'ਚ ਬੈਠਦਾ ਸੀ। ਕਿਉਂ ਬਣਾਉਣਾ ਪਿਆ? ਕਿ ਇੱਥੇ ਬਾਰ-ਬਾਰ ਲੋਕ ਸਿਰ ਚੁੱਕਦੇ ਸਨ, ਬਗਾਵਤਾਂ ਕਰਦੇ ਸਨ ਬਾਰ-ਬਾਰ ਲੋਕ। ਤੁਸੀਂ ਦੇਖੋ ਨਾ, ਔਰ ਬੁੱਲੇ ਸ਼ਾਹ ਇੱਕ ਬਾਗੀ ਹੈ ਐਸੇ ਇਲਾਕੇ, ਬੁੱਲੇ ਸ਼ਾਹ ਕਸੂਰ ਦਾ ਹੈ। ਤੁਸੀਂ ਇਸ ਇਲਾਕੇ ਦੇ ਨਾਲ ਨਾਲ ਤੁਸੀਂ ਵੇਖੋ, ਫਿਰ ਜਿਸ ਵਕਤ ਅਹਿਮਦ ਖਰਲ ਤੋਂ ਬਾਅਦ ਵੀ ਤੁਸੀਂ ਵੇਖਦੇ ਹੋ ਤੇ ਜਿਹੜੀ ਪੂਰੀ ਇੱਕ ਲਿਸਟ ਆਉਂਦੀ ਹੈ, ਨਿਜ਼ਾਮ ਲੋਹਾਰ, ਜਬਰੂ ਨਾਈ, ਚਿਰਾਗ ਮਾਛੀ, ਪ੍ਰੇਮਾ ਸਾਂਸੀ, ਇਹ ਸਾਰੇ ਲੋਕ ਇਸੇ ਇਲਾਕੇ ਦੇ। ਔਰ ਉਹਨਾਂ ਨੂੰ ਚੋਰ ਡਾਕੂ ਕਹਿ ਕੇ ਅਸੀਂ ਮਾਰ ਦਿੱਤਾ ਹੈ ਇੱਥੇ ਕਹਿ ਕੇ, ਪਰ ਉਹ ਚੋਰ ਡਾਕੂ ਨਹੀਂ ਸਨ। ਸਾਰੇ ਦੇ ਸਾਰੇ ਲੋਕ, ਇਹਨਾਂ ਦੀ ਕੋਈ ਸੋਚ ਹੋਏਗੀ ਕਿ ਇਹ ਜਿਹੜੇ ਅੰਗਰੇਜ਼ ਨੇ, ਇਹ ਜਿਹੜੇ ਫਰੰਗੀ ਨੇ, ਜਿਹੜਾ ਮਲੰਗੀ ਸੀ ਜਿਹੜਾ ਲੜ ਰਿਹਾ ਸੀ ਉਹਨਾਂ ਦੇ ਨਾਲ, ਉਹਨਾਂ ਦੀਆਂ ਲੜਾਈ ਦਾ ਜਿਹੜਾ ਸਟਾਈਲ ਹੈ, ਔਰ ਉਹਨਾਂ ਵਾਸਤੇ ਵੀ ਕੁਝ ਜ਼ਿਆਦਾ ਨਹੀਂ ਲਿਖਿਆ ਗਿਆ, ਪਰ ਉਹਨਾਂ ਵਾਸਤੇ ਵੀ ਜਿਹੜੇ ਢੋਲੇ ਜਾਂ ਗੀਤ ਲਿਖੇ ਗਏ ਨੇ, ਉਹਦੇ ਚ ਸਾਫ਼ ਲੱਗ ਰਿਹਾ ਕਿ ਉਹ ਕੋਈ ਉਹਨਾਂ ਨੂੰ ਵੀ ਧਰਤੀ ਦੇ ਨਾਲ ਸੀ ਕੋਈ ਮਸਲਾ। ਅਗਰ ਕਿਸੇ ਅਮੀਰ ਕੋਲ ਲੁੱਟ ਕੇ ਤੇ ਗਰੀਬ ਨੂੰ ਉਹ ਦੇ ਰਹੇ ਨੇ, ਉਹ ਕੀ ਹੈ? ਉਹ ਲੁਕਾਈ ਦੇ ਨਾਲ ਉਹਨਾਂ ਦੀ ਜੁੜਤ। ਔਰ ਫਿਰ ਦੂਸਰਾ ਇਹ ਕਿ ਜਿਹੜੀ 1857 ਦੀ ਅਸੀਂ ਕਈ ਵਾਰੀ ਗੱਲ ਨੇ, ਉੱਥੇ ਕੋਈ ਕਨਫਿਊਜ਼ਨ ਜੀ ਵੀ ਹੁੰਦੀ ਹੈ। ਉਹ ਵੇਖੋ, ਜਿਸ ਵਕਤ ਨਾਦਰ ਸ਼ਾਹ ਆਂਦਾ ਹੈ ਇੱਥੇ, ਤੇ ਉਸ ਤੋਂ ਬਾਅਦ ਸਾਫ਼ ਸਾਨੂੰ ਨਜ਼ਰ ਆ ਰਿਹਾ ਕਿ ਦਿੱਲੀ ਜਿਹੜਾ ਹੈ ਉਹ ਪੰਜਾਬ, ਉਹਨੂੰ ਫਿਕਰ ਨਹੀਂ ਰਹੀ ਲਾਹੌਰ ਦੀ, ਸਾਨੂੰ ਸਾਫ਼ ਨਜ਼ਰ ਆ ਰਿਹਾ। ਇੱਥੋਂ ਫੌਜਾਂ ਵਾਸਤੇ ਉਡੀਕ ਰਹੇ ਨੇ ਕਿ ਫੌਜ ਆਏਗੀ, ਜਿਵੇਂ ਅਸੀਂ ਇੱਥੇ ਪਾਕਿਸਤਾਨ 'ਚ ਅਮਰੀਕੀ ਬੈਰੀ ਬੇੜਾ ਉਡੀਕਦੇ ਰਹਿੰਦੇ ਹਾਂ ਕਿ ਅਮਰੀਕੀ ਬੈਰੀ ਬੇੜਾ ਆਏਗਾ। ਕਈਆਂ ਜੰਗਾਂ ਦੇ ਵਿੱਚ ਅਮਰੀਕੀ ਬੈਰੀ ਬੇੜਾ ਆ ਰਿਹਾ, ਇਸੇ ਤਰ੍ਹਾਂ ਲਾਹੌਰ ਦੇ ਵਿੱਚ ਉਡੀਕ ਹੁੰਦੀ ਰਹੀ ਜੀ, ਆ ਰਿਹਾ ਉੱਥੋਂ, ਦਿੱਲੀ ਤੋਂ ਆ ਰਿਹਾ, ਕੋਈ ਵੀ ਨਹੀਂ ਆਇਆ। ਲਾਹੌਰ ਨੂੰ ਉਹ ਲੁੱਟਦਾ ਰਿਹਾ ਨਾਦਰ ਸ਼ਾਹ, ਜਾਂਦੀ ਵਾਰੀ ਵੀ ਲੁੱਟ ਕੇ ਗਿਆ, ਫਿਰ ਵਾਪਸੀ ਤੇ ਫਿਰ ਲੁੱਟਿਆ। ਅਹਿਮਦ ਸ਼ਾਹ ਅਬਦਾਲੀ ਆ ਕੇ ਲੁੱਟਦਾ ਰਿਹਾ, ਤੇ ਲਾਹੌਰ ਨੂੰ ਦਿੱਲੀ ਤੇ ਆਪ ਉਹਦੇ ਵਿੱਚ ਇਰਾਨੀ ਔਰ ਤੁਰਾਨੀਆਂ ਦੀਆਂ ਲੜਾਈਆਂ ਸ਼ੁਰੂ ਹੋ ਗਈਆਂ ਸਨ। ਦਿੱਲੀ ਦੇ ਵਿੱਚ ਤਾਂ ਕੋਈ ਐਸੀ ਹੈ ਹੀ ਨਹੀਂ ਸੀ। ਤੇ ਅਹਿਮਦ ਖਰਲ ਦੀ ਵੀ ਜਿਹੜੀ ਲੜਾਈ, ਇਹਨੂੰ 1857 ਦੀ ਉਸ ਲੜਾਈ ਦੇ ਨਾਲ ਨਹੀਂ ਉਸ ਤਰ੍ਹਾਂ ਜੋੜਿਆ ਜਾ ਸਕਦਾ। ਕੋਈ ਸਾਡੇ ਕੋਲ ਵੱਡੀ ਚੌੜੀ ਉਹ ਦਲੀਲ ਕੋਈ ਨਹੀਂ, ਸਾਡੇ ਕੋਲ ਪ੍ਰੂਫ ਕੋਈ ਨਹੀਂ। ਅਹਿਮਦ ਖਰਲ ਦੀ ਜਿਹੜੀ ਇਹ ਆਪਣੀ ਲੜਾਈ ਹੈ, ਔਰ ਉਹ ਸਾਰੇ ਲੋਕ ਉਹ ਮੁਰਾਦ ਫਤਿਆਣਾ ਹੋਵੇ ਜਾਂ ਉਹ ਮੋਖਾ ਵਹਿਣੀਵਾਲ ਹੋਵੇ ਜਾਂ ਹੋਰ ਜਿੰਨੇ ਲੋਕ ਸਨ, ਜੱਲਾ ਤਰਿਆਣਾ, ਔਰ ਜਿੰਨੇ ਵੀ ਉਹ ਲੋਕ ਨੇ, ਉਹ ਸਾਰਿਆਂ ਦੀ ਆਪਣੀ ਲੜਾਈ ਸੀ। ਉਹਨਾਂ ਨੂੰ ਨਹੀਂ ਚੰਗਾ ਲੱਗਾ ਕਿ ਇਹ ਜਿਹੜਾ ਨਵਾਂ ਹੁਣ ਆ ਰਿਹਾ ਗੋਰਾ ਹਾਕਮ ਜਿਹੜਾ ਆ ਰਿਹਾ, ਉਹਨਾਂ ਨੂੰ ਚੰਗਾ ਨਹੀਂ ਲੱਗਾ ਕਿ ਇਹ ਸਾਡੀ ਧਰਤੀ ਤੋਂ ਜਿਵੇਂ ਕਬਜ਼ਾ ਕਰ ਰਿਹਾ, ਔਰ ਉਹਦੇ ਨਾਲ ਲੜੇ। ਔਰ ਅਹਿਮਦ ਖਰਲ ਨਾਲ ਪਤਾ ਨਹੀਂ ਕਿੰਨੇ ਹੋਰ ਲੋਕ ਲੜੇ ਜਿਨ੍ਹਾਂ ਦੇ ਅਸੀਂ ਅੱਜ ਨਾਂ ਨਹੀਂ ਜਾਣਦੇ। ਔਰ ਤੁਸੀਂ ਅਗਰ ਉਹ ਤਿਆਰੀ ਵੇਖੋ, ਉਹ ਕਿਸ ਤਰ੍ਹਾਂ ਇਹਨਾਂ ਦੇ ਨਾਲ ਆ ਕੇ ਲੜਦੇ ਨੇ, ਤੇ ਕੋਈ ਨਿੱਕੀ ਜਿਹੀ ਲੜਾਈ ਨਹੀਂ ਸੀ, ਇਹ ਬੜੀ ਦੂਰ ਤੱਕ ਫੈਲੀ ਲੜਾਈ ਸੀ। ਪਰ ਅਸੀਂ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਅਸੀਂ ਉਹ ਜਿਸ ਤਰ੍ਹਾਂ ਸਰਗਾਣਾ ਸਾਹਿਬ ਨੇ ਦੱਸਿਆ ਕਿ ਨਵਾਬ ਬਹਾਵਲਪੁਰ ਨੂੰ ਖਤ ਲਿਖ ਰਹੇ ਨੇ, ਨਵਾਬ ਬਹਾਵਲਪੁਰ ਇਹਨਾਂ ਨੂੰ ਕੁਝ ਜਿਹੜਾ ਖਤ ਲਿਖ ਰਿਹਾ, ਬੇਸਿਕਲੀ ਉਹ ਜਿਹੜਾ ਖਤ ਸੀ ਉਹੀ ਸੀ ਸਾਡੇ ਪੰਜਾਬ ਦੀ ਜਿੰਨੀ ਐਲੀਟ ਹੈ, ਜਿੰਨੇ ਫਿਊਡਲ ਲਾਰਡ ਸਨ, ਔਰ ਉਹੀ ਉਹਨਾਂ ਦੀ ਬੋਲੀ ਬੋਲ ਰਿਹਾ ਸੀ ਜਿਹੜਾ ਨਵਾਬ ਆਫ ਬਹਾਵਲਪੁਰ ਸੀ। ਔਰ ਇਹਨਾਂ ਨੇ ਉਹ ਜਿਹੜੀ ਗੱਦਾਰੀ ਕੀਤੀ, ਔਰ ਵੇਖੋ ਕੋਈ ਵੀ ਜਿਹੜੀ ਧਰਤੀ ਹੁੰਦੀ ਹੈ, ਅਗਰ ਉਹਦੇ ਲੋਕ ਕੁਰਬਾਨੀ ਨਹੀਂ ਦਿੰਦੇ, ਅਗਰ ਆਜ਼ਾਦੀ ਵਾਸਤੇ ਕੁਰਬਾਨੀ ਨਹੀਂ ਦਿੰਦੇ, ਤੇ ਫਿਰ ਉਹ ਜਿਹੜੀ ਆਜ਼ਾਦੀ ਹੁੰਦੀ ਉਹ ਇੰਜੇ ਦੀ ਜਿਹੜੀ ਅੱਜ ਅਸੀਂ ਭੁਗਤ ਰਹੇ ਹਾਂ।
ਅਸੀਂ ਕੋਈ ਆਜ਼ਾਦ ਹੋਏ ਹਾਂ? ਅਸੀਂ ਨਹੀਂ ਆਜ਼ਾਦ ਹੋਏ। ਇਹ ਜਿਹੜੀ ਲੋਕ ਕਈ ਵਾਰੀ ਬਹਿਸ ਕਰਦੇ ਨੇ ਜੀ ਸਾਡੀ ਬੜੀ ਚੰਗੀ ਲੀਡਰਸ਼ਿਪ ਸੀ, ਇਹ ਜਿਹੜੇ ਕਲੋਨੀਅਲ ਮਾਈਂਡ ਦੇ ਲੋਕ ਹੁੰਦੇ ਨੇ ਉਹ ਸਾਡੀ ਉਸ ਲੀਡਰਸ਼ਿਪ ਨੂੰ ਬੜਾ ਅੱਛਾ ਸਮਝਦੇ। ਇਹ ਕਾਂਸਟੀਟਿਊਸ਼ਨ ਦੇ ਲੋਕ ਸਨ ਜੀ, ਬੜੇ ਅੱਛੇ ਜੀ। ਸਾਡੇ ਜਿਹੜੀ ਕਾਂਗਰਸ ਦੀ ਜਾਂ ਮੁਸਲਿਮ ਲੀਗ ਦੀ ਲੀਡਰਸ਼ਿਪ ਸੀ ਜੀ, ਇਹ ਤੇ ਬੜੇ ਕਾਂਸਟੀਟਿਊਸ਼ਨ ਦੇ ਨਾਲ ਵੇਖੋ ਇਹਨਾਂ ਨੇ ਲੈ ਲਈ ਜੀ ਆਜ਼ਾਦੀ ਅਮਨ ਦੇ ਨਾਲ। ਕੋਈ ਸਮਝ ਨਹੀਂ ਆਉਂਦੀ ਕੀ ਗੱਲ ਤੁਸੀਂ ਕਰ ਰਹੇ ਹੋ। 10 ਲੱਖ ਬੰਦਾ ਮਰ ਗਿਆ, 10 ਲੱਖ ਪੰਜਾਬੀ ਮਰ ਗਿਆ, ਤੁਸੀਂ ਕਹਿ ਰਹੇ ਹੋ ਅਮਨ ਦੇ ਨਾਲ ਲੈ ਲਈ। ਅਗਰ 10,000 ਬੰਦਾ ਅੰਗਰੇਜ਼ਾਂ ਨਾਲ ਲੜ ਕੇ ਸ਼ਹੀਦ ਹੋ ਜਾਂਦਾ ਪੰਜਾਬ ਦਾ, ਤੇ 10 ਲੱਖ ਪੰਜਾਬੀ ਨਾ ਮਰਦੇ। ਅਗਰ ਅਹਿਮਦ ਖਾਨ ਖਰਲ ਦੇ ਨਾਲ ਉਸ ਵੇਲੇ ਸਾਡੀ ਲੜਾਈ ਅਸੀਂ ਅੰਗਰੇਜ਼ਾਂ ਦੇ ਨਾਲ ਲੜਦੇ ਰਹਿੰਦੇ, ਸਾਲ ਲੜਦੇ, 2 ਸਾਲ ਲੜਦੇ, 3 ਸਾਲ ਲੜਦੇ, ਕਦੀ ਅੰਗਰੇਜ਼ ਇੱਥੇ ਆ ਸਕਦਾ ਸੀ? ਕਦੀ ਵੀ ਨਹੀਂ ਸੀ ਆ ਸਕਦਾ। ਤੇ ਚਲੋ ਜੀ ਆ ਗਿਆ ਸੀ, ਜਿਸ ਵਕਤ ਹੁਣ ਜਾ ਰਿਹਾ ਹੈ ਤੇ ਫਿਰ ਅਸੀਂ ਕੀ, ਅਸੀਂ ਜੀ ਟੇਬਲ ਦੇ ਉੱਤੇ ਬੈਠ ਕੇ ਜੀ ਨੈਗੋਸ਼ੀਏਟ ਕਰ ਰਹੇ ਹਾਂ ਜੀ। ਨੈਗੋਸ਼ੀਏਟ ਸਾਜ਼ਿਸ਼ਾਂ ਹੁੰਦੀਆਂ ਨੇ, ਟੇਬਲਾਂ ਦੇ ਉੱਤੇ ਬੈਠ ਕੇ ਸਾਜ਼ਿਸ਼ਾਂ ਹੁੰਦੀਆਂ ਨੇ ਧਰਤੀਆਂ ਦੇ ਖਿਲਾਫ। ਧਰਤੀਆਂ ਨੂੰ ਅੱਗੋਂ ਕਿਵੇਂ ਰੂਲ ਕਰਨਾ ਹੈ, ਉਹਨਾਂ ਦੇ ਜਿਹੜੇ ਵਾਰਸ ਹਨ ਫਿਰ ਉਹਨਾਂ ਸਾਡੇ ਤੇ ਰੂਲ ਕੀਤਾ। ਇਹ ਕੋਈ ਆਜ਼ਾਦੀ ਕਦੀ ਨੈਗੋਸ਼ੀਏਟ ਨਹੀਂ ਹੁੰਦੀ, ਆਜ਼ਾਦੀ ਲੜ ਕੇ ਹੀ ਲੈਣੀ ਪੈਂਦੀ। ਮੈਂ ਹੁਣ ਮਤਲਬ ਹੋਰ ਪਾਸੇ ਗੱਲ ਚਲੀ ਜਾਏਗੀ। ਕੁਰਬਾਨੀ ਦੇਣੀ ਪੈਂਦੀ ਹੈ ਆਜ਼ਾਦੀ ਵਾਸਤੇ। ਜੇ ਤੁਸੀਂ ਕੁਰਬਾਨੀ ਨਹੀਂ ਦਿੰਦੇ ਤੇ ਤੁਸੀਂ ਕਹਿੰਦੇ ਹੋ ਜੀ ਅਸੀਂ, ਤੇ ਫਿਰ ਤੁਹਾਡਾ ਐਜੂਕੇਸ਼ਨ ਸਿਸਟਮ, ਤੁਹਾਡਾ ਲੀਗਲ ਸਿਸਟਮ ਉਹੀ ਰਹਿੰਦਾ, ਕਿਉਂਕਿ ਉਹ ਨੈਗੋਸ਼ੀਏਟ ਕੀਤਾ ਹੈ। ਤੁਸੀਂ ਨੈਗੋਸ਼ੀਏਟ ਕੀਤਾ ਹੈ ਕਿ ਤੁਸੀਂ ਆਜ਼ਾਦ ਨਹੀਂ ਹੋਵੋਗੇ। ਸਾਡੀ ਲੀਡਰਸ਼ਿਪ ਨੇ ਨੈਗੋਸ਼ੀਏਟ ਕੀਤਾ ਸੀ, ਜਿਹਨੂੰ ਅਸੀਂ ਕਹਿੰਦੇ ਜੋ ਬੜੇ ਕਾਂਸਟੀਟਿਊਸ਼ਨ ਦੇ ਐਕਸਪਰਟਸ ਹਨ ਜੀ, ਉਹਨਾਂ ਨੇ ਉੱਥੇ ਰਾਉਂਡ ਟੇਬਲ ਕਾਨਫਰੰਸਾਂ ਕੀਤੀਆਂ ਤੇ ਇਹ ਕੀਤਾ ਤੇ ਉਹ ਕੀਤਾ। ਉਹ ਉੱਥੇ ਗੁਲਾਮੀ ਦੀ ਨੈਗੋਸ਼ੀਏਸ਼ਨ ਕਰ ਰਹੇ ਸਨ ਕਿ ਅਸੀਂ ਹਮੇਸ਼ਾ ਤੁਹਾਡੇ ਹੀ ਗੁਲਾਮ ਰਹਾਂਗੇ। ਅਸੀਂ ਕਦੀ ਆਪਣਾ ਐਜੂਕੇਸ਼ਨ ਸਿਸਟਮ ਨਹੀਂ ਚੇਂਜ ਕਰਾਂਗੇ, ਅਸੀਂ ਕਦੀ ਆਪਣਾ ਲੀਗਲ ਸਿਸਟਮ ਨਹੀਂ ਚੇਂਜ ਕਰਾਂਗੇ, ਅਸੀਂ ਤੁਹਾਡੇ ਹੀ ਗੁਲਾਮ ਰਵਾਂਗੇ। ਹੋਰ ਬਹੁਤ ਸਾਰੀਆਂ ਚੀਜ਼ਾਂ, ਅਸੀਂ ਹੋਰ ਬਹੁਤ ਸਾਰੇ ਐਸੇ ਸੀਕ੍ਰੇਟ ਐਗਰੀਮੈਂਟਸ ਉਹਨਾਂ ਦੇ ਨਾਲ ਕੀਤੇ ਨੇ ਜਿਹੜੇ ਕਦੀ ਵੀ ਸਾਡੀਆਂ ਸਟੇਟਸ ਸਾਨੂੰ ਨਹੀਂ ਦੱਸ ਸਕਦੀਆਂ। ਸਾਡੀਆਂ ਸਟੇਟਸ ਬੌਂਡ ਨੇ, ਕਿੰਨੇ ਵੀ ਤੁਹਾਡੇ ਲੀਡਰ ਆ ਜਾਣ ਬੜੇ ਵੱਡੇ ਜਿਹੜੇ ਆਪਣੇ ਆਪ ਨੂੰ ਬੜਾ ਬਹਾਦਰ ਸਮਝਦੇ ਨੇ, ਉਹਨਾਂ 'ਚ ਵੀ ਇਹ ਜ਼ਰੂਰਤ ਨਹੀਂ ਕਿ ਤੁਸੀਂ ਉਹਨਾਂ ਐਗਰੀਮੈਂਟਸ ਨੂੰ ਕਦੀ ਐਕਸਪੋਜ਼ ਕਰ ਸਕੋ। ਅਸੀਂ ਗੁਲਾਮੀ ਦੇ ਪਰਵਾਨੇ ਦੇ ਉੱਤੇ ਸਾਈਨ ਕੀਤੇ ਸਨ ਕਿ ਅਸੀਂ ਕਦੀ ਵੀ ਤੁਹਾਡੇ ਕੋਲ ਆਜ਼ਾਦੀ ਨਹੀਂ ਮੰਗਾਂਗੇ। ਅੱਜ ਵੀ ਤੁਹਾਡੀ ਕੋਈ, ਜਿਹਨੂੰ ਤੁਸੀਂ ਆਜ਼ਾਦ ਬਣ ਕੇ ਬੈਠੇ ਹੋ ਤੇ ਆਜ਼ਾਦੀ ਦੀਆਂ ਗੱਲਾਂ ਕਰਦੇ ਹੋ, ਹਾਂ ਅੰਗਰੇਜ਼ ਚਲਾ ਗਿਆ, ਇਹ ਤੁਸੀਂ ਕਹਿ ਸਕਦੇ ਹੋ ਕਿ ਜਿਹੜੇ ਅੰਗਰੇਜ਼ ਇੱਥੇ ਆਏ ਸਾਨੂੰ ਚਲੇ ਗਏ, ਲੇਕਿਨ ਛੱਡ ਕੇ ਕਿਹਨੂੰ ਗਏ? ਆਪਣੀ ਉਹੀ ਜਿਹੜੀ ਉਹਨਾਂ ਦੇ ਜਿਹੜੇ ਵਾਰਸ ਸਨ, ਜਿਹੜੇ ਸਾਡੇ ਤੇ ਰੂਲ ਕਰ ਰਹੇ ਨੇ, ਜਿਨ੍ਹਾਂ ਨੇ ਅਹਿਮਦ ਖਾਨ ਖਰਲ ਨੂੰ ਸ਼ਹੀਦ ਕੀਤਾ, ਜਿਨ੍ਹਾਂ ਨੇ ਅਹਿਮਦ ਖਾਨ ਬਰਕਲੀ ਦੇ ਨਾਲ ਰਲ ਕੇ ਅਹਿਮਦ ਖਾਨ ਖਰਲ ਨੂੰ ਸ਼ਹੀਦ ਕੀਤਾ, ਜਿਨ੍ਹਾਂ ਨੇ ਭਗਤ ਸਿੰਘ ਨੂੰ ਸ਼ਹੀਦ ਕੀਤਾ, ਉਹੀ ਉਹਦੇ ਵਾਰਸ ਬਣੇ ਅੰਗਰੇਜ਼ਾਂ ਦੇ। ਅੱਜ ਉਹੀ ਸਾਡੇ ਤੇ ਰੂਲ ਕਰ ਰਹੇ ਨੇ, ਸਾਡੀ ਕੋਈ ਆਜ਼ਾਦੀ ਨਹੀਂ। ਅਹਿਮਦ ਖਾਨ ਖਰਲ ਦਾ ਦਿਹਾੜਾ ਮਨਾਉਂਦੇ ਹੋਇਆ ਸਾਨੂੰ ਇਸ ਦੇ ਉੱਤੇ ਸ਼ਰਮਿੰਦਾ ਹੋਣਾ ਚਾਹੀਦਾ ਹੈ, ਮਾਣ ਵੀ ਇਹ ਕਰਨਾ ਚਾਹੀਦਾ ਕਿ ਸਾਡੇ ਵਿੱਚ ਅਹਿਮਦ ਖਾਨ ਖਰਲ ਹੋਇਆ, ਲੇਕਿਨ ਸਾਨੂੰ ਸ਼ਰਮਿੰਦਾ ਹੋਣਾ ਚਾਹੀਦਾ ਹੈ। ਸਾਨੂੰ ਅਸੀਂ ਕੋਈ ਲਜਪਾਲ ਲੋਕ ਨਹੀਂ, ਅਸੀਂ ਨਲੱਜੇ ਹਾਂ। ਅਸੀਂ ਆਪਣੇ ਜਿਹੜੇ ਸਾਡੇ ਬਜ਼ੁਰਗ ਸਨ, ਜਿਨ੍ਹਾਂ ਸਾਡੇ ਪਿੱਛੇ ਜਾਨ ਦਿੱਤੀ, ਅਸੀਂ ਉਹਨਾਂ ਦੇ ਕਾਤਲਾਂ ਦੇ ਮੂੰਹ ਕਾਲੇ ਨਹੀਂ ਕੀਤੇ। ਸਾਨੂੰ ਉਹਨਾਂ ਦੇ ਮੂੰਹ ਕਾਲੇ ਕਰਨੇ ਚਾਹੀਦੇ ਸਨ। ਉਹ ਕਦੀ ਸਾਡੀ ਸਿਆਸਤ ਵਿੱਚ ਹਿੱਸਾ ਨਾ ਲੈ ਸਕਦੇ, ਸਾਨੂੰ ਇਹ ਕਰਨਾ ਚਾਹੀਦਾ ਸੀ, ਪਰ ਅਸੀਂ ਕਿਵੇਂ ਕਰ ਸਕਦੇ ਹਾਂ? ਅਸੀਂ ਗੁਲਾਮੀ ਦੇ ਐਗਰੀਮੈਂਟ ਦੇ ਉੱਤੇ ਸਾਈਨ ਕੀਤੇ। ਹਾਂਜੀ ਜੀ ਸਰ ਬਹੁਤ ਸ਼ੁਕਰੀਆ ਅੱਜ ਦੇ ਇਸ ਦਿਨ ਤੇ ਗੱਲਬਾਤ ਵਾਸਤੇ। ਜੀ ਡਾਕਟਰ ਸਾਹਿਬ। ਜੀ ਸਰ। ਹਾਂਜੀ ਸਰ, ਅੱਜ ਦਾ ਜਿਸ ਤਰ੍ਹਾਂ ਦਿਨ ਇੱਥੇ ਕੁਝ ਦੋਸਤਾਂ ਨੇ ਇਹ ਵੀ ਗੱਲ ਕੀਤੀ ਹੈ ਕਿ ਇਸ ਦਿਨ ਨੂੰ ਇੱਕ ਵੱਡੀ ਪੱਧਰ ਤੇ ਮਨਾਉਣਾ ਚਾਹੀਦਾ, ਇਹਦੇ ਤੇ ਇੱਕ ਦਿਨ ਰੱਖਣਾ ਚਾਹੀਦਾ, ਕਿਉਂਕਿ ਬਹੁਤ ਸਾਰੇ ਦੋਸਤਾਂ ਨੂੰ ਜਿਹੜੇ ਅੱਜ ਮੈਨੂੰ ਲੱਗ ਰਿਹਾ ਹੈ ਕਿ ਉਹ ਉਸ ਤਰ੍ਹਾਂ ਪਤਾ ਹੀ ਨਹੀਂ ਇਸ ਪੂਰੀ ਮੂਵਮੈਂਟ ਦਾ ਜਾਂ ਇਸ ਪੂਰੇ ਗੱਲਬਾਤ ਦਾ। ਤੇ ਤੁਸੀਂ ਕਾਇਦ ਯੂਨੀਵਰਸਿਟੀ ਤੋਂ ਜਦੋਂ PhD, ਮੈਂ ਥੋੜਾ ਜਿਹਾ ਅੱਜ ਦਾ ਕਿਉਂਕਿ ਲੈਕਚਰ ਇੱਕ ਹੋਰ ਤਰ੍ਹਾਂ ਦਾ ਸਪੈਸ਼ਲ ਪ੍ਰੋਗਰਾਮ ਹੈ, ਸੋ ਅਸੀਂ ਸਮਝਦੇ ਕਿ ਡਾਕਟਰ ਸਾਹਿਬ ਦਾ, ਕਿਉਂਕਿ ਤੁਹਾਡਾ ਸਰ ਕੰਮ, ਤੁਸੀਂ PhD ਦਾ ਪੂਰਾ ਕੰਮ ਕੀਤਾ ਹੁਣ ਸਾਇੰਟੀਫਿਕਲੀ,
ਮੈਂ ਸਾਰੇ ਨੂੰ ਕਲੈਕਟ ਕੀਤਾ ਤੇ ਤੁਹਾਡਾ ਐਕਸਪੀਰੀਅੰਸ ਕਿਸ ਤਰ੍ਹਾਂ ਦਾ ਰਿਹਾ ਹੈ? ਕਿਉਂਕਿ ਜਿਸ ਤਰ੍ਹਾਂ ਨੈਣ ਸੁਖ ਸਾਹਿਬ ਨੇ ਗੱਲ ਕੀਤੀ, ਕੰਮ ਤੇ ਬੜਾ ਔਖਾ ਸੀ। ਸਰ ਇਹਦਾ ਪਹਿਲੇ ਤੇ ਤੁਸੀਂ ਇੱਥੇ ਇਸ ਗੱਲ ਦਾ ਅੰਦਾਜ਼ਾ ਲਾਓ ਕਿ ਜਦੋਂ ਮੈਂ ਇਹ ਟੌਪਿਕ ਪਹਿਲੇ ਮੈਂ ਟੌਪਿਕ ਹੀ ਦਿੱਤਾ ਸੀ ਕਿ ਰਾਏ ਅਹਿਮਦ ਖਾਨ ਖਰਲ ਸ਼ਹੀਦ, ਉਹ ਫਿਰ ਉੱਥੇ ਮੈਨੂੰ ਆਖਿਆ ਗਿਆ ਵੀ ਨਹੀਂ ਇਸ ਤੇ ਕੰਮ ਨਹੀਂ ਹੋ ਸਕਦਾ। खैर मैं पूछा भी क्यों नहीं हो सकता, उन्हें कहा जी इस ते तुहानू मटीरियल नहीं मिलना। मैं आख्या जी मटीरियल लभना तो मेरा काम है। बहरहाल खैर ते फिर मैं इनू इस तरह इहदा टॉपिक बदल के नवा टॉपिक दे दिता, पंजाब एंड द वॉर ऑफ इंडिपेंडेंस 1857। ਉਹਦੇ ਵਿੱਚ ਵੀ ਮੇਰਾ ਮਤਲਬ ਜਿਹੜਾ ਸੀ ਫੋਕਸ ਸੀ ਉਹ ਇਹ ਸੀ ਕਿ ਜਿਹੜੇ ਸਾਡੇ ਲੋਕਲ ਲੋਕਾਂ ਨੇ ਇਸ ਧਰਤੀ ਦੇ ਉੱਤੇ ਹੁੰਦੇ ਹੋਇਆ ਅੰਗਰੇਜ਼ਾਂ ਨਾਲ ਉਸ ਟਾਈਮ ਤੇ ਲੜਾਈ ਲੜੀ ਹੈ, ਉਹਨਾਂ ਦੀ ਇਸ ਸਟਰਗਲ ਨੂੰ, ਉਹਨਾਂ ਦੀ ਇਸ ਅਜ਼ੀਮ ਕੁਰਬਾਨੀ ਨੂੰ ਹਾਈਲਾਈਟ ਕਰਨਾ ਚਾਹੀਦਾ ਹੈ, ਜਿਹੜਾ ਕਿ ਸਾਡੀ ਮਤਲਬ ਕਿਤਾਬਾਂ ਵਿੱਚ ਨਹੀਂ ਮਿਲਦਾ। ਤੇ ਰਿਹਾ ਮਾਮਲਾ ਸਰ ਕਿ ਤਜਰਬਾ ਕੈਸਾ ਰਿਹਾ? ਇਹ ਬਹੁਤ ਹੀ ਅੱਛਾ ਤਜਰਬਾ ਰਿਹਾ। ਇੱਕ ਤੇ ਇਸ ਹਵਾਲੇ ਨਾਲ ਕਿ ਆਪਣੇ ਬੰਦਿਆਂ ਦੇ ਕਾਰਨਾਮਿਆਂ ਨੂੰ ਅੱਗੇ ਲਿਆਣਾ, ਉਹ ਮੈਂ ਤੇ ਇਹ ਸਮਝਦਾ ਸੀ ਜਿਵੇਂ ਅੱਗੇ ਨੈਣ ਸੁਖ ਸਾਹਿਬ ਕਹਿ ਰਹੇ ਸੀ ਕਿ ਇਹ ਕੰਮ ਬਾਹਰ ਦੇ ਬੰਦਿਆਂ ਨੇ ਹੀ ਕਰਨਾ ਸੀ, ਤੇ ਉਹ ਸਾਡੇ ਤੇ ਅਸੀਂ ਤੇ ਇਹ ਸਮਝਦੇ ਸਾਂ ਵੀ ਇਹ ਕਰਜ਼ ਹੈ ਇਹਨਾਂ ਬੰਦਿਆਂ ਦਾ ਕਿ ਇਹਨਾਂ ਦੇ ਇਸ ਕੁਰਬਾਨੀ ਨੂੰ, ਇਹਨਾਂ ਦੇ ਇਸ ਕਾਰਨਾਮੇ ਨੂੰ ਅਸੀਂ ਸਾਹਮਣੇ ਲੈ ਆਈਏ। ਤੇ ਅੱਲਾ ਦਾ ਸ਼ੁਕਰ ਹੈ ਕਿ ਉਹਦੇ ਵਿੱਚ ਕਾਮਯਾਬੀ ਹੋਈ। ਅੱਜ ਇਹ ਹੈ ਕਿ ਇੱਕ ਕਿਤਾਬ ਦੇ ਹਵਾਲੇ ਨਾਲ ਜਾਂ ਹੋਰ ਮਤਲਬ ਲੋਕ ਇਸ ਨੂੰ ਡਿਸਕਸ ਕਰ ਰਹੇ ਨੇ। ਤੇ ਬਾਕੀ ਹੁਣ ਤੇ ਵੈਸੇ ਫਿਰ ਸੋਸ਼ਲ ਮੀਡੀਆ ਦਾ ਦੌਰ ਹੈ, ਤੁਹਾਡੇ ਜਿਹੇ ਨੌਜਵਾਨ ਜਿਹੜੇ ਨੇ ਉਹ ਮਾਸ਼ਾਅੱਲਾ ਇਸ ਨੂੰ ਅੱਗੇ ਵਧਾ ਰਹੇ ਨੇ। ਲੇਕਿਨ ਤਾਰੀਖੀ ਤੌਰ ਤੇ ਇਹ ਫਾਈਲਾਂ ਲੱਭਣੀਆਂ, ਪੰਜਾਬ ਆਰਕਾਈਵਜ਼, ਫਿਰ ਮੈਂ ਜਿਹੜਾ ਇਸ ਤੇ ਕੰਮ ਕੀਤਾ ਹੈ ਉਹਦੇ 'ਚ ਮੈਂ ਇਹ ਵੀ ਕੰਮ ਕੀਤਾ ਕਿ ਇੱਕ ਤਾਂ ਡਾਕੂਮੈਂਟਸ ਤੋਂ ਇਲਾਵਾ ਫੋਕਲੋਰ ਨੂੰ ਮੈਂ ਇਸ ਕੰਮ ਵਿੱਚ ਇਸਤੇਮਾਲ ਕੀਤਾ ਹੈ। ਜਿਵੇਂ ਨੈਣ ਸੁਖ ਸਾਹਿਬ ਕਹਿ ਰਹੇ ਸੀ ਨਾ ਕਿ ਇਹਨਾਂ ਦੇ ਉੱਤੇ ਅਗਰ ਹਿਸਟਰੀ ਨਾ ਵੀ ਲਿਖੀ ਜਾਏ ਤੇ ਇਹਨਾਂ ਦੀ ਹਿਸਟਰੀ ਤੇ ਡੋਲਿਆਂ ਵਿੱਚ ਵੀ ਹੈ। ਉਹ ਗੱਲ ਬਿਲਕੁਲ ਸਹੀ ਹੈ ਕਿ ਇਹਨਾਂ ਦੇ ਉੱਤੇ ਕੋਈ ਕਿਤਾਬਾਂ ਨਹੀਂ ਲਿਖੀਆਂ ਗਈਆਂ, ਇਹਨਾਂ ਦਾ ਸਰਕਾਰੀ ਤੌਰ ਤੇ ਕਦੀ ਦਿਹਾੜਾ ਨਹੀਂ ਮਨਾਇਆ ਗਿਆ, ਲੇਕਿਨ ਅੱਜ 160 ਸਾਲ ਹੋ ਗਏ ਨੇ, ਅੱਜ ਵੀ ਲੋਕਾਂ ਦੇ ਵਿੱਚ ਇਹਨਾਂ ਦਾ ਨਾਂ ਜ਼ਿੰਦਾ ਹੈ। ਕੋਈ ਡਾਕੂਮੈਂਟਰੀਆਂ ਕੋਈ ਨਹੀਂ, ਕੋਈ ਜਨਾਬ ਇਹਨਾਂ ਦੇ ਮਤਲਬ ਸਰਕਾਰੀ ਤੌਰ ਤੇ ਤਿਉਹਾਰ ਨਹੀਂ ਮਨਾਏ ਜਾ ਰਹੇ। ਜਿਵੇਂ ਤੁਸੀਂ ਸ਼ੁਰੂ ਵਿੱਚ ਇਹ ਗੱਲ ਕੀਤੀ ਹੈ ਕਿ ਇਹ ਸਾਡੇ ਕਮ ਅਜ਼ ਕਮ ਹਕੂਮਤ ਪੰਜਾਬ ਨੂੰ ਚਾਹੀਦਾ ਹੈ ਕਿ ਇਸ ਦਿਹਾੜੇ ਦੇ ਉੱਤੇ ਖਸੂਸੀ ਤੌਰ ਤੇ ਇੱਕ ਵੱਡੀ ਤਕਰੀਬ ਰਾਏ ਅਹਿਮਦ ਖਾਨ ਖਰਲ ਸ਼ਹੀਦ ਜਾਂ ਬਾਕੀ ਜਿਹੜੇ ਇਹਨਾਂ ਦੇ ਨਾਲ ਹੋਰ ਬਹੁਤ ਸਾਰੇ ਲੋਕ ਸ਼ਹੀਦ ਹੋਏ ਨੇ, ਜਿਤਨੇ ਉਹ ਹੀਰੋਜ਼ ਨੇ, ਉਹਨਾਂ ਨੂੰ ਯਾਦ ਕਰਨ ਵਾਸਤੇ, ਤਾਂ ਕਿ ਲੋਕਾਂ ਨੂੰ ਇਹ ਪਤਾ ਲੱਗੇ ਕਿ ਸਾਡੇ ਬੰਦਿਆਂ ਵੀ ਕੁਰਬਾਨੀਆਂ ਦਿੱਤੀਆਂ, ਸਾਡੇ ਲੋਕ ਵੀ ਮੁਜਾਹਿਦ ਹਨ, ਸਾਡੇ ਲੋਕ ਵੀ ਹੀਰੋ ਹਨ। ਇਹ ਧਰਤੀ ਹੀਰੋਜ਼ ਤੋਂ ਖਾਲੀ ਕੋਈ ਨਹੀਂ ਹੈ। ਜੀ ਡਾਕਟਰ ਸਾਹਿਬ, ਇਹਨਾਂ ਦੇ ਹਵਾਲੇ ਨਾਲ ਰਿਸਰਚ ਦੇ ਦੌਰਾਨ ਤੁਹਾਨੂੰ ਕੋਈ ਇਹਨਾਂ ਉੱਤੇ ਕੋਈ ਫਿਲਮ ਮਿਲੀ ਹੋਵੇ ਬਣੀ ਜਿਹੜੀ, ਜਾਂ ਕੋਈ ਗਾਣਾ ਜਿਹੜਾ ਫਿਲਮ ਦਾ ਕੋਈ ਗਾਣਾ ਮਿਲਿਆ ਹੋਵੇ, ਜਾਂ ਕੋਈ ਗੱਲਬਾਤ ਕੋਈ ਇਸ ਹਵਾਲੇ ਨਾਲ? ਰਾਏ ਅਹਿਮਦ ਖਾਨ ਖਰਲ ਤੇ ਸਰ ਇੱਕ PTV ਨੇ ਇੱਕ ਡਰਾਮਾ ਕੀਤਾ ਸੀ ਵਫਾਕ ਕੇ ਪੈਕਰ। ਇਹ FC ਕਾਲਜ ਵਿੱਚ ਡਾਕਟਰ ਤਾਰਿਕ ਅਜ਼ੀਜ਼ ਸਾਹਿਬ ਉਰਦੂ ਦੇ ਪ੍ਰੋਫੈਸਰ ਹਨ, ਇਹ ਉਹਨਾਂ ਲਿਖਿਆ ਜੀ। ਤੇ ਉਹ ਤੇ ਇੱਕ ਮੌਜੂਦ ਸੀ, ਅਦਰਵਾਈਜ਼ ਮੇਰੀ ਨਜ਼ਰ ਵੈਸੇ ਕੋਈ ਫਿਲਮ ਨਹੀਂ ਗੁਜ਼ਰੀ। ਹੋ ਸਕਦਾ ਕੋਈ ਬਣੀ ਹੋਵੇ, ਲੇਕਿਨ ਮੈਂ ਨਹੀਂ ਸੁਣਿਆ ਕਿ ਰਾਏ ਅਹਿਮਦ ਖਾਨ ਖਰਲ ਤੇ ਕੋਈ ਫਿਲਮ ਬਣੀ ਹੋਵੇ ਜਾਂ ਕਿਤੇ ਉਹਦੇ ਤੇ ਕੋਈ ਗਾਣੇ ਸ਼ਾਣੇ ਆਏ ਹੋਣ। ਜੀ ਸਰ, ਨੈਣ ਸੁਖ ਸਾਹਿਬ ਨਾਲ ਅਸੀਂ ਗੱਲ ਕਰਾਂਗੇ। ਸਰ ਤੁਸੀਂ ਪਿਛਲੇ ਦਿਨਾਂ ਵੇਖਿਆ ਹੋਏਗਾ ਕਿ ਮੀਟਿੰਗ ਆਫ ਮਾਈਂਡ ਦੇ ਨਾਮ ਤੋਂ ਅਸੀਂ ਇੱਕ ਗੱਲਬਾਤ ਸ਼ੁਰੂ ਕੀਤੀ ਹੈ। ਆਉਣ ਵਾਲੇ ਦਿਨਾਂ 'ਚ ਅਸੀਂ ਉਹਦੇ 'ਤੇ ਹੋਰ ਵੀ ਗੱਲਬਾਤ ਸ਼ੁਰੂ ਕਰਾਂਗੇ। ਜਿਹੜੇ ਇਸ਼ੂ ਨੇ ਹਿਸਟਰੀ ਆਫ ਪੰਜਾਬ ਔਰ ਹਿਸਟੋਰੀਓਗ੍ਰਾਫੀ ਦੇ ਹਵਾਲੇ ਦੇ ਨਾਲ, ਉਹਨਾਂ 'ਤੇ ਗੱਲਬਾਤ ਕਰਾਂਗੇ। ਤੇ ਇਹ ਜਿਹੜਾ ਫੋਕ ਨੂੰ ਇੰਨਾ ਪਿੱਛੇ ਰੱਖਿਆ ਗਿਆ, ਇਹ ਪੰਜਾਬ 'ਚ ਸਾਨੂੰ ਨਜ਼ਰ ਆਉਂਦਾ ਕਿ ਫੋਕ ਨੂੰ ਬਿਲਕੁਲ ਹੀ ਨਹੀਂ, ਹਜੇ ਤੱਕ ਵੀ ਬਹੁਤ ਸਾਰੇ ਲੋਕ ਜਿਹੜੇ ਹਿਸਟੋਰੀਅਨ ਨੇ ਇਹਨੂੰ ਨਹੀਂ ਇਸ ਤਰ੍ਹਾਂ ਲੈਂਦੇ। ਤੇ ਪੂਰੀ ਦੁਨੀਆ 'ਚ ਵੀ ਇਹਦੇ ਨਾਲ ਇਸ ਤਰ੍ਹਾਂ ਹੀ ਹੋਇਆ? ਇਹ ਮੇਰਾ ਸਵਾਲ ਹੋਏਗਾ ਤੁਹਾਡੇ ਕੋਲ, ਪੂਰੀ ਦੁਨੀਆ ਨਾਲ ਵੀ ਇਸ ਤਰ੍ਹਾਂ ਹੀ ਹੋਇਆ
ਤੇ ਇਸ ਫੋਕ ਨੂੰ ਹਿਸਟਰੀ ਦੇ ਵਿੱਚ, ਇਹਨੂੰ ਅਸੀਂ ਅਫੀਸ਼ੀਅਲ ਹਿਸਟਰੀ ਕਹਿੰਦੇ, ਉਹਦੇ ਵਿੱਚ ਕਿਉਂ ਨਹੀਂ ਲਿਆ ਜਾਂਦਾ? ਵਜ੍ਹਾ ਕੀ ਹੈ? ਉਹਦੇ ਸੱਚ ਹੁੰਦਾ ਨਾ, ਜਿਹੜੀ ਤੁਹਾਡਾ ਫੋਕ ਦੀ ਹਿਸਟਰੀ ਹੁੰਦੀ ਉਹਦੇ ਸੱਚ ਹੁੰਦਾ, ਤੇ ਜਿਹੜੀ ਸਰਕਾਰੀ ਹਿਸਟਰੀ ਹੁੰਦੀ ਉਹ ਝੂਠ ਹੁੰਦਾ। ਉਹਦੇ ਵਿੱਚ ਉਹ ਕਿਵੇਂ ਕਿਵੇਂ ਲਿਆਣ? ਉਹਦੇ ਵਿੱਚ ਤੇ ਦੇਖੋ ਸਾਨੂੰ ਪੜ੍ਹਾਇਆ ਜਾਂਦਾ ਰਿਹਾ ਕਿ ਅਕਬਰ ਦੇ ਬਾਰੇ ਜੀ, ਅਕਬਰ ਦਾ ਗ੍ਰੇਟ ਜਿਹੜਾ ਉਹਦੇ ਉੱਤੇ ਬੜਾ ਕੰਮ ਹੋਇਆ, ਅੰਗਰੇਜ਼ਾਂ ਦੇ ਜ਼ਮਾਨੇ 'ਚ ਵੀ ਬੜਾ ਕੰਮ ਹੋਇਆ, ਉਸ ਤੋਂ ਪਹਿਲਾਂ ਵੀ ਬੜਾ ਕੰਮ ਹੋਇਆ। ਹੁਣ ਸਾਡਾ ਜਿਹੜਾ ਕਿੱਸਾ ਗੋਏ ਜਿਹੜਾ ਉਹ ਤੇ ਉਹਨੂੰ ਨਹੀਂ ਮੰਨ ਰਿਹਾ। ਹੁਣ ਮਿਸਰੀ ਖਾਨ ਅਵਾਨ ਦਾ ਇੱਕ ਕਿੱਸਾ ਹੁੰਦਾ ਸੀ ਸਾਡੇ ਇਲਾਕੇ ਦੇ ਵਿੱਚ, ਗਾਇਆ ਜਾਂਦਾ ਸੀ ਸਰਗੋਧੇ, ਬਲਕਿ ਮੇਰੇ ਹੀ ਚੱਕ ਦਾ ਸੀ ਉਹ, ਰਮਜ਼ਾਨ ਔਰ ਸੁਲਤਾਨ ਦੋ ਭਰਾ ਸਨ, ਉਹ ਗਾਉਂਦੇ ਹੁੰਦੇ ਸਨ, ਉਹ ਹੀ ਗਾਉਂਦੇ ਸਨ ਉਸ ਕਿੱਸੇ ਨੂੰ, ਜ਼ਿਆਦਾ ਮਸ਼ਹੂਰ ਸਨ। ਤੇ ਉਹ ਜਿਸ ਵੇਲੇ ਗਾ ਰਹੇ ਹੁੰਦੇ ਸਨ ਤੇ ਉਹ ਵਿੱਚ ਲੋਕੀ ਗਾਲਾਂ ਕੱਢਦੇ ਸਨ ਅਕਬਰ ਨੂੰ, ਚੁਗੱਤੇ ਨੂੰ, ਗੰਦੀਆਂ ਗਾਲਾਂ ਵੀ ਕੱਢ ਦਿੰਦੇ ਸਨ ਕਿੱਸਾ ਸੁਣਦੇ ਆਏ। ਤੇ ਸਾਡੇ ਲੋਕ ਤੇ ਉਹਨੂੰ ਨਹੀਂ ਮੰਨ ਰਹੇ ਕਿ ਉਹ ਕੋਈ ਅਕਬਰ ਬਾਦਸ਼ਾਹ ਕੋਈ ਬੜਾ ਚੰਗਾ ਹੈ। ਹੁਣ ਸਾਨੂੰ ਪੜ੍ਹਾਇਆ ਜਾ ਰਿਹਾ ਜੀ ਉਹਨੂੰ ਮਾਈ ਬਾਪ ਕਹਿੰਦੇ ਸਨ, ਉਹ ਬੜਾ ਇਸ ਤਰ੍ਹਾਂ ਦਾ ਸੀ ਬਾਦਸ਼ਾਹ ਕਿ ਲੋਕਾਂ 'ਚ ਬੜਾ ਪਪੂਲਰ ਸੀ। ਤੇ ਉਹ ਜਿਹੜੀ ਤੁਸੀਂ ਅਫੀਸ਼ੀਅਲ ਹਿਸਟਰੀ ਲਿਖਣੀ ਹੁੰਦੀ ਹੈ, ਜਾਂ ਔਰ ਵੇਖੋ ਜਿਹੜੇ ਰਾਜੇ ਜਾਂ ਬਾਦਸ਼ਾਹ ਹੁੰਦੇ ਨੇ ਨਾ, ਇਹ ਇੱਕ ਚੀਜ਼ ਦਾ ਬੜਾ ਖਿਆਲ ਰੱਖਦੇ ਨੇ, ਇਹ ਆਪਣਾ ਜਿਹੜਾ ਰਾਜ ਹੈ ਜਾਂ ਆਪਣੀ ਬਾਦਸ਼ਾਹੀ ਹੈ, ਮੈਂ ਪਹਿਲਾਂ ਵੀ ਸ਼ਾਇਦ ਗੱਲ ਕੀਤੀ ਸੀ ਕਿ ਇਹ ਉਹਦੀ ਇੱਜ਼ਤ ਦੇ ਵਿੱਚ ਫਰਕ ਨਹੀਂ ਪੈਣ ਦਿੰਦੇ। ਇੱਕ ਬਾਦਸ਼ਾਹ ਤੋਂ ਬਾਅਦ ਦੂਸਰਾ ਆ ਜਾਂਦਾ, ਕਈ ਦਫਾ ਇੱਕ ਬਾਦਸ਼ਾਹ ਦਾ ਤਖਤ ਉਲਟ ਕੇ ਦੂਸਰਾ ਬਾਦਸ਼ਾਹ ਆ ਜਾਂਦਾ, ਪਰ ਇਸ ਗੱਲ ਦਾ ਜ਼ਰੂਰ ਖਿਆਲ ਰੱਖਦੇ ਨੇ ਕਿ ਪਹਿਲੇ ਬਾਦਸ਼ਾਹ ਦੀ ਇੱਜ਼ਤ ਜਿਹੜੀ ਸੀ, ਇਵਨ ਬੇਸਿਕਲੀ ਉਹ ਬਾਦਸ਼ਾਹੀ ਦੀ ਇੱਜ਼ਤ ਸੀ, ਤੇ ਉਹ ਬਾਦਸ਼ਾਹੀ ਦੀ ਉਹ ਇੱਜ਼ਤ ਉਸੇ ਤਰ੍ਹਾਂ ਹੀ ਰੱਖਣਾ ਚਾਹੁੰਦੇ ਨੇ। ਅੰਗਰੇਜ਼ਾਂ ਨੇ ਵੀ ਉਹਨਾਂ ਨੂੰ ਉਸੇ ਤਰ੍ਹਾਂ ਰੱਖਿਆ ਕਿ ਅਕਬਰ ਜਿਹੜਾ ਜੀ ਉਹ ਐਡਾ ਵੱਡਾ ਬਾਦਸ਼ਾਹ ਸੀ, ਫਲਾਣਾ ਜਿਹੜਾ ਸੀ ਬਾਦਸ਼ਾਹ ਉਹ ਇਸ ਤਰ੍ਹਾਂ ਦਾ ਸੀ। ਹੁਣ ਜਿਹੜਾ ਅਹਿਮਦ ਖਾਨ ਖਰਲ ਦੇ ਵਿੱਚ ਜਿਹੜੀ ਤੁਸੀਂ ਸੁਣੋਗੇ ਹਿਸਟਰੀ, ਉਹ ਤਾਂ ਬੜੀ ਉਹ ਅੰਗਰੇਜ਼ ਦੀ ਜਿਹੜੀ ਸ਼ਕਲ ਹੈ ਜਾਂ ਉਹਨਾਂ ਗੱਦਾਰਾਂ ਦੀ ਸ਼ਕਲ ਹੈ, ਉਹਨਾਂ ਢੋਲਿਆਂ ਦੇ ਵਿੱਚ ਤੁਸੀਂ ਤੇ ਉਹ ਅਗਰ ਸੁਣੋ ਲੋਕਾਂ ਦੇ ਵਿੱਚ ਬਹਿ ਕੇ, ਤਾਂ ਤੁਸੀਂ ਉਹਨਾਂ ਨੂੰ ਬਰਕੱਲੀ ਨੂੰ ਜਾਂ ਬਰਕੱਲੀ ਦੇ ਸਾਥੀਆਂ ਨੂੰ ਗਾਲਾਂ ਹੀ ਕੱਢੋਗੇ। ਉਹਦਾ ਤੇ ਇਹੀ ਇਸ ਤਰ੍ਹਾਂ ਹੁੰਦੀ ਹੈ ਨਾ ਕਿ ਉਹ ਸੱਚ ਲਿਖਿਆ ਉਹਦੇ ਵਿੱਚ, ਪਰ ਅਸੀਂ ਫਿਰ ਉਹ ਹਿਸਟਰੀ ਨੂੰ, ਜਿਹੜਾ ਅਫੀਸ਼ੀਅਲ ਹਿਸਟਰੀ ਹੁੰਦੀ ਉਹਦੇ ਵਿੱਚ ਬੜੇ ਤਰੀਕੇ ਦੇ ਨਾਲ, ਕਈ ਦਫਾ ਸਾਨੂੰ ਸਮਝ ਵੀ ਨਹੀਂ ਆਉਂਦੀ ਕਿ ਬੜੇ ਤਰੀਕੇ ਦੇ ਨਾਲ ਦੱਸਿਆ ਗਿਆ ਹੁੰਦਾ ਹੈ ਕਿ ਜਿਹੜਾ ਅੰਗਰੇਜ਼ ਆਇਆ ਤੇ ਉਹਨੇ ਬੜੇ ਪੋਲਾਈਟ ਤਰੀਕੇ ਦੇ ਨਾਲ ਦੱਸਿਆ ਗਿਆ। ਇੰਜ ਨਹੀਂ ਕਿਧਰੇ ਵੀ ਲਿਖਿਆ ਗਿਆ ਕਿਸੇ ਦੇ ਵਿੱਚ ਕਿ ਉਹਨਾਂ ਨੇ, ਅੰਗਰੇਜ਼ਾਂ ਨੇ ਕਿੰਨਾ ਇੱਥੇ ਜ਼ੁਲਮ ਕੀਤਾ, ਇੰਜ ਖੁੱਲ ਕੇ ਨਹੀਂ ਲਿਖਿਆ ਜਾਂਦਾ, ਇੰਜ ਦੱਬੇ ਲਫ਼ਜ਼ਾਂ ਦੇ ਵਿੱਚ। ਤੇ ਜਿਹੜੇ ਤੁਹਾਡੇ ਹੀਰੋ ਨੇ ਉਹਨਾਂ ਨੂੰ ਉਹਦੇ ਵਿੱਚ ਦਬਾਇਆ ਜਾਂਦਾ। ਤੇ ਇਹ ਜਿਹੜੀਆਂ ਤੁਹਾਡਾ ਜਿਹੜਾ ਫੋਕ ਹੁੰਦਾ, ਇਹ ਤੇ ਤੁਹਾਡੀ ਧਰਤੀ ਦੇ ਲੋਕਾਂ ਦੀ ਵੇਲ ਹੋ ਕੇ ਗਈ ਹੁੰਦੀ, ਇਹ ਤੇ ਤੁਹਾਡੇ, ਤੁਸੀਂ ਤੇ ਉਹਨਾਂ ਦੇ ਤਰਾਨੇ ਗਾ ਰਹੇ ਹੋ ਬੇਸਿਕਲੀ, ਕਿ ਜਸ ਗਾ ਰਹੇ ਹੋ ਆਪਣੇ ਹੀਰੋਜ਼ ਦੇ। ਤੇ ਇਹ ਜਿਹੜੀ ਤੁਹਾਡੀ ਅਫੀਸ਼ੀਅਲ ਹਿਸਟਰੀ ਹੈ, ਜਿਹੜੀ ਇੱਕ ਖਾਸ ਲਿਖਾਈ ਜਾਂਦੀ ਹੈ ਕੁਝ ਸਾਬਤ ਕਰਨ ਵਾਸਤੇ। ਤੇ ਔਰ ਫਿਰ ਸਾਡੀ ਧਰਤੀ ਨੂੰ, ਜਿਹੜਾ ਜਿਸ ਤਰ੍ਹਾਂ ਸਾਡੀ ਜ਼ੁਬਾਨ ਨੂੰ ਨਹੀਂ ਮੰਨਿਆ ਗਿਆ ਪੰਜਾਬ ਦੀ ਨੂੰ, ਇਸੇ ਤਰ੍ਹਾਂ ਉਸ ਜ਼ੁਬਾਨ ਦੇ ਵਿੱਚ ਜੋ ਕੁਝ ਲਿਖਿਆ ਗਿਆ ਉਹਨੂੰ ਤੇ ਅੱਗੇ ਆਣ ਹੀ ਨਹੀਂ ਦਿੱਤਾ ਜਾ ਰਿਹਾ। ਇਹ ਸਾਰੀ ਦੁਨੀਆ ਵਿੱਚ ਹੋਇਆ ਕਿ ਬੜੀ ਇਹਦੇ ਉੱਤੇ ਖਾਸ ਤੌਰ ਤੇ ਜਿਹੜੇ ਜਦੋਂ ਮਾਰਕਸਿਸਟ ਹਿਸਟੋਰੀਅਨਸ ਆਏ ਤੇ ਉਹਨਾਂ ਨੇ ਇਹਦੇ ਉੱਤੇ ਕੰਮ ਕੀਤਾ, ਜਿਹੜੇ ਮਾਰਕਸ ਤੋਂ ਫਿਰ ਜਿਹੜਾ ਹੁਣ ਅਸੀਂ ਦੇਖ ਰਹੇ ਹਾਂ ਕਿ ਸਬਾਲਟਰਨ ਸਟੱਡੀਜ਼ ਵਾਲੇ ਆਏ, ਪੀਪਲਸ ਹਿਸਟਰੀ ਦੇ ਉੱਤੇ ਤੇ ਸਾਰੀ ਦੁਨੀਆ ਵਿੱਚ ਹੀ ਲੇਟ ਕੰਮ। ਔਰ ਲੇਕਿਨ ਸਾਡੇ ਪੰਜਾਬ ਦੇ ਵਿੱਚ ਅਜੇ ਵੀ, ਉਧਰਲੇ ਪੰਜਾਬ ਦੇ ਵਿੱਚ ਜਿਹੜਾ ਇੰਡੀਆ ਦੇ ਵਿੱਚ ਪੰਜਾਬ ਹੈ, ਅਹਿਮਦ ਖਾਨ ਖਰਲ ਦੇ ਬਾਰੇ ਕੋਈ ਨਹੀਂ ਜਾਣਦੇ ਜ਼ਿਆਦਾ ਲੋਕ, ਥੋੜਾ ਬਹੁਤਾ ਕੋਈ ਨਾਸ਼ਾਂ ਜਾਣਦੇ ਹੋਣ ਤੇ ਇਸ ਤਰ੍ਹਾਂ ਹੀ ਹੋਏਗਾ। ਅਹਿਮਦ ਖਾਨ ਖਰਲ ਦੇ ਬਾਰੇ ਨਹੀਂ ਜ਼ਿਆਦਾ ਲੋਕ ਜਾਣਦੇ, ਭਗਤ ਸਿੰਘ ਨੂੰ ਜਾਣਦੇ ਹੋਣਗੇ, ਦੁੱਲੇ ਭੱਟੀ ਨੂੰ ਵੀ ਜਾਣਦੇ ਹੋਣਗੇ, ਪਰ ਅਹਿਮਦ ਖਾਨ ਖਰਲ ਨੂੰ ਨਹੀਂ ਜਾਣਦੇ। ਔਰ ਤੁਸੀਂ ਦੇਖੋ ਕੁਝ ਹਕੀਕਤਾਂ ਨੇ ਉਹਨਾਂ ਨੂੰ ਮੰਨਣਾ ਪਏਗਾ। ਹੁਣ ਜਿਸ ਤਰ੍ਹਾਂ ਸਿੱਖ ਮਿਸਲਾਂ ਸਨ, ਤੇ ਸਿੱਖ ਮਿਸਲਾਂ 12 ਦੀਆਂ 12 ਸਿੱਖ ਸਨ ਜਥੇਦਾਰ, 12 ਦੇ 12 ਉਹ ਸਾਡੇ ਹੀਰੋ ਹੀ ਸਨ ਪੰਜਾਬ ਦੇ। ਮਤਲਬ ਉਹ ਅਸੀਂ ਇਹ ਨਹੀਂ ਕਹਿ ਸਕਦੇ ਕਿ ਦੇਖੋ ਜਿਹੜੀ ਬਾਹਰ ਤੋਂ ਟਰਕ ਔਰ ਅਫਗਾਨ ਸਾਡੇ ਉੱਤੇ ਜਿਹੜੇ ਜ਼ੁਲਮ ਕਰਦੇ ਰਹੇ ਬਣ ਕੇ ਇੱਥੋਂ ਦੇ ਰਈਸ, ਤੇ ਉਹ ਸਾਡੇ ਜ਼ੁਲਮ ਹੀ ਕਰਦੇ ਰਹੇ, ਤੇ ਉਹਨਾਂ ਦੇ ਖਿਲਾਫ ਇੱਕ ਬਗਾਵਤ ਸੀ ਜਿਹੜੀਆਂ ਸਿੱਖ ਮਿਸਲਾਂ ਬਣੀਆਂ, ਤੇ ਉਹਦੇ ਵਿੱਚ ਮੁਸਲਮਾਨ ਵੀ ਉਹਨਾਂ ਦੇ ਨਾਲ ਹੋਣਗੇ, ਲੇਕਿਨ ਜਿਹੜੇ ਜਥੇਦਾਰ ਸਨ, ਜਿੰਨੀਆਂ ਵੀ 12 ਦੀਆਂ 12 ਮਿਸਲਾਂ ਸਨ, ਉਹ ਸਿੱਖ ਹੀ ਸਨ। ਔਰ ਅਹਿਮਦ ਖਾਨ ਖਰਲ ਦੇ ਵਿੱਚ ਤੁਸੀਂ ਵੇਖਦੇ ਹੋ ਤੇ ਉਹ ਸਾਰੇ ਦੇ ਸਾਰੇ ਮੁਸਲਮਾਨ ਸਨ, ਜਿਹੜੇ ਅਹਿਮਦ ਖਾਨ ਖਰਲ ਦੇ ਨਾਲ ਨੇ ਸਾਰੇ ਤੇ ਸਾਰੇ ਮੁਸਲਮਾਨ, ਲੇਕਿਨ ਉਹਦੇ ਦੁਸ਼ਮਣ ਨੇ, ਉਹਦੇ ਵਿੱਚ ਸਾਡੇ ਮੁਸਲਮਾਨਾਂ ਦੇ ਪੀਰ ਵੀ ਨੇ, ਉਹਦੇ ਚ ਖੇਮ ਸਿੰਘ ਬੇਦੀ ਵੀ ਹੈ ਜਿਹੜਾ ਬਾਬੇ ਨਾਨਕ ਦੀ ਔਲਾਦ ਵਿੱਚੋਂ ਹੈ, ਔਰ ਉਹਦੇ ਚ ਸਾਰੇ ਸ਼ਾਹੂਕਾਰ ਜਿਹੜੇ ਹਿੰਦੂ ਨੇ ਉਹ ਵੀ ਨੇ, ਔਰ ਬਾਕੀ ਸਾਰੇ। ਤੇ ਹੁਣ ਇਹ ਵੀ ਵੇਖੋ ਤੁਸੀਂ, ਸੋਚਣ ਵਾਲੀ ਗੱਲ ਹੈ ਕਿ ਅਹਿਮਦ ਖਾਨ ਖਰਲ ਜਿਹੜਾ ਹੈ ਉਹਦੇ ਖਿਲਾਫ ਜਿਹੜੇ ਨੇ ਉਹ ਮੁਸਲਮਾਨ, ਹਿੰਦੂ, ਸਿੱਖ ਸਾਰੇ ਨੇ,
ਔਰ ਉਹਦੇ ਨਾਲ ਜਿਹੜੇ ਉਹਦੇ ਸਾਥੀ ਨੇ ਉਹ ਸਾਰੇ ਦੇ ਸਾਰੇ ਮੁਸਲਮਾਨ। ਹੁਣ ਇਹ ਵੀ ਇੱਕ ਹਕੀਕਤ ਹੈ, ਇਹਨੂੰ ਵੇਖਣਾ ਪਏਗਾ। ਹੁਣ ਇੰਡੀਅਨ ਪੰਜਾਬ ਦੇ ਵਿੱਚ ਇਹਦੇ ਉੱਤੇ ਕੋਈ ਕਿਉਂ ਕੰਮ ਨਹੀਂ ਹੋਇਆ, ਇਹ ਵੀ ਮੈਨੂੰ ਕਈ ਵਾਰੀ ਇਹ ਖਿਆਲ ਆਉਂਦਾ ਹੈ ਕਿ ਸ਼ਾਇਦ ਕਿਸੇ ਜਗ੍ਹਾ ਦੇ ਉੱਤੇ ਇਹ ਸੋਚਦੇ ਹੋਣ ਇਹ ਤੇ ਬਿਲਕੁਲ ਇੱਕ ਮੁਸਲਮਾਨ ਹੈ, ਪਤਾ ਨਹੀਂ ਇੰਜ ਦੀ ਕੋਈ ਗੱਲ ਸੋਚਦੇ ਹੋਣ, ਵਰਨਾ ਕਿਉਂ ਨਹੀਂ ਕੰਮ ਹੋਇਆ। ਇੰਡੀਅਨ ਪੰਜਾਬ ਵਿੱਚ ਅਸੀਂ ਸਮਝਦੇ ਸਾਂ ਕਿ ਪੰਜਾਬ ਦੀ ਹਿਸਟਰੀ ਦੇ ਉੱਤੇ ਬਹੁਤ ਜ਼ਿਆਦਾ ਕੰਮ ਹੁੰਦਾ ਹੈ, ਲੇਕਿਨ ਉੱਥੇ ਮੈਨੂੰ ਨਹੀਂ ਪਤਾ, ਵੈਸੇ ਮੈਂ ਜਿੰਨਾ ਵੀ ਪੁੱਛਦਾ ਰਿਹਾ ਮੈਨੂੰ ਨਹੀਂ ਪਤਾ ਕਿ ਅਹਿਮਦ ਖਰਲ ਦੇ ਉੱਤੇ ਕੋਈ ਜ਼ਿਆਦਾ ਉੱਥੇ ਕੰਮ ਹੋਇਆ ਹੋਵੇ। ਜਿਸ ਤਰ੍ਹਾਂ ਸਿੱਖ ਮਿਸਲਾਂ ਦੇ ਉੱਤੇ ਇੱਥੇ ਸਾਡੇ ਪਾਸੇ ਕੋਈ ਕੰਮ ਨਹੀਂ ਹੋਇਆ, ਔਰ ਇੱਕ ਬਹੁਤ ਗਲਤ ਹੈ ਰਵਈਆ, ਇਹ ਨਹੀਂ ਹੋਣਾ ਚਾਹੀਦਾ। ਇਹ ਸਮਝ ਕੇ ਸਾਡੇ ਸਾਰੇ ਹੀ ਹੀਰੋ ਸਨ, ਕੋਈ ਮੁਸਲਮਾਨ ਬੰਦਾ ਬੈਰਾਗੀ ਤੇ ਕਿਉਂ ਨਹੀਂ ਕੰਮ ਕਰਦਾ, ਜੱਸਾ ਸਿੰਘ ਦੇ ਉੱਤੇ ਕੋਈ ਮੁਸਲਮਾਨ ਕੰਮ ਕਿਉਂ ਨਹੀਂ ਕਰਦਾ, ਇਸੇ ਤਰ੍ਹਾਂ ਅਹਿਮਦ ਖਰਲ ਦੇ ਉੱਤੇ ਕੋਈ ਸਿੱਖ ਜਾਂ ਹਿੰਦੂ ਕਿਉਂ ਨਹੀਂ ਕੰਮ ਕਰਦਾ, ਹੁਣ ਤੱਕ ਨਹੀਂ ਕੀਤਾ, ਕਿਉਂ ਨਹੀਂ ਕੀਤਾ। ਇਸ ਵਾਸਤੇ ਜਿਹੜਾ ਸਾਡਾ ਫੋਕ ਹੈ ਉਹ ਸਾਡਾ ਸਾਂਝਾ ਸਭ ਦਾ, ਸਾਰਿਆਂ ਪੰਜਾਬੀਆਂ ਦਾ। ਉਹ ਹੁਣ ਤੱਕ ਕ੍ਰਿਸਚਨ ਵੀ ਸਾਡੇ 'ਚ ਕਾਫੀ ਸਾਰੇ ਨੇ, ਵਾਲਮੀਕੀ ਨੇ, ਜਿੰਨੇ ਵੀ ਸਾਡੇ ਇੱਥੇ ਲੋਕ ਹੈ ਨੇ ਪੰਜਾਬ ਦੇ, ਇਹ ਸਾਡਾ ਸਾਂਝਾ ਵਿਰਸਾ ਹੈ, ਉਹ ਸਾਰਿਆਂ ਨੂੰ ਕੰਮ ਕਰਨਾ ਚਾਹੀਦਾ ਹੈ। ਔਰ ਉਹ ਜਿਹੜੀ ਇਹ ਤਾਂ ਕਦੀ ਵੀ ਨਾ ਤੁਸੀਂ ਸੋਚੋ ਕਿ ਤੁਹਾਡੀ ਜਿਹੜੀ ਅਫੀਸ਼ੀਅਲ ਹਿਸਟਰੀ ਜਿਹੜੀ ਲਿਖੀ ਜਾਂਦੀ ਹੈ, ਜਿਹੜੀਆਂ ਤੁਹਾਨੂੰ ਕਿਤਾਬਾਂ ਪੜ੍ਹਾਈਆਂ ਜਾਂਦੀਆਂ ਨੇ, ਉਹਦੇ ਵਿੱਚ ਤੁਹਾਡੇ ਇਹ ਫੋਕ ਹੀਰੋਜ਼ ਨੂੰ ਲਿਆ ਜਾਏਗਾ, ਬਹੁਤ ਮੁਸ਼ਕਿਲ, ਮੇਰਾ ਨਹੀਂ ਖਿਆਲ। ਜਿਹੜੀ ਸਟੇਟ ਦੀ ਜਿਹੜੀ ਸ਼ਕਲ ਉਸ ਪਾਸੇ ਬਣ ਰਹੀ ਹੈ ਜਾਂ ਸਾਡੇ ਪਾਸੇ ਬਣ ਰਹੀ ਹੈ, ਉਹਦੇ ਵਿੱਚ ਹੁਣ ਨਵੀਆਂ ਆਉਣਗੇ ਲੋਕ, ਜਿਹੜਾ ਤੁਹਾਡਾ ਫੋਕ ਹੈ ਜਾਂ ਤੁਹਾਡੇ ਫੋਕ ਹੀਰੋਜ਼ ਨੇ, ਉਹਨਾਂ ਦੀ ਤਾਂ ਹੁਣ ਥਾਂ ਨਹੀਂ ਪਈ ਬਣਦੀ। ਉਹ ਜਿਹੜੀ ਹੁਣ ਨਵਾਂ ਅਸੀਂ ਜੋ ਕੁਝ ਵੇਖਣ ਜਾ ਰਹੇ ਹਾਂ, ਜਾਂ ਜੋ ਕੁਝ ਅਸੀਂ ਅੱਗੇ ਵੀ ਕੋਈ ਚੰਗਾ ਵੇਲਾ ਨਹੀਂ ਭੁਗਤਿਆ, ਹੁਣ ਅੱਗੋਂ ਜਿਹੜਾ ਇਸ ਤੋਂ ਵੀ ਮੰਦਾ ਵੇਲਾ ਆ ਰਿਹਾ ਜਿਹੜਾ ਜਿਹਨੂੰ ਅਸੀਂ ਅੱਗੇ ਭੁਗਤਣਾ। ਔਰ ਫਿਰ ਵੇਖੋ ਉਸ ਸਾਰੇ ਦੇ ਵਾਸਤੇ ਸਾਨੂੰ ਰਲ ਕੇ ਜਿਹੜੀ ਇਹ ਗੱਲ ਕਰਦੇ ਰਹਿਣੀ ਚਾਹੀਦੀ ਹੈ ਕਿ ਅਹਿਮਦ ਖਰਲ ਜਿਹੜੇ ਸਾਡੇ ਹੀਰੋ ਨੇ, ਜਿਹੜੇ ਸਾਡੇ ਫਰੀडम ਫਾਈਟਰਸ ਨੇ, ਜਿਹੜੇ ਜਿਨ੍ਹਾਂ ਦੀ ਵਜ੍ਹਾ ਤੋਂ ਅਸੀਂ ਅੱਜ ਕਹਿ ਸਕਨੇ ਹਾਂ ਇੱਜ਼ਤ ਦੇ ਨਾਲ ਕਿ ਇਹ ਸਾਡੇ ਵੀ ਸ਼ਹੀਦ ਨੇ, ਇਹ ਸਾਡੇ ਸ਼ਹੀਦ ਨੇ। ਤੇ ਅਸੀਂ ਉਹਨਾਂ ਦੀਆਂ ਵੇਲਾਂ ਹੋਕੀਏ, ਅਸੀਂ ਉਹਨਾਂ ਦੇ ਹਰ ਥਾਂ ਦੇ ਉੱਤੇ ਉਹਨਾਂ ਦਾ ਨਾਂ ਲਈਏ, ਸਾਡੀਆਂ ਸੜਕਾਂ ਦੇ ਉੱਤੇ, ਸਾਡੇ ਸ਼ਹਿਰਾਂ ਦੇ ਉੱਤੇ ਉਹਨਾਂ ਦੇ ਨਾਵਾਂ ਦੇ ਝੰਡੇ ਝੂਲਣ, ਝੰਡਿਆਂ ਉਹਨਾਂ ਦੇ ਉੱਤੇ ਵੱਡੇ ਵੱਡੇ ਨਾਂ ਲਿਖੇ ਹੋਣ, ਅਹਿਮਦ ਖਰਲ ਜੇ, ਭਗਤ ਸਿੰਘ ਦੇ ਔਰ ਦੁੱਲੇ ਭੱਟੀ ਦੇ ਔਰ ਇਹਨਾਂ ਲੋਕਾਂ ਦੇ ਨਾਂ ਲਿਖੇ ਹੋਣੇ ਚਾਹੀਦੇ ਨੇ। ਔਰ ਸਾਨੂੰ ਇਹਦੇ ਵਾਸਤੇ ਕੋਸ਼ਿਸ਼ ਤੇ ਕਰਦੇ ਰਹਿਣਾ ਚਾਹੀਦਾ, ਪਰ ਇਹ ਬੜਾ ਵੇਲਾ ਲੱਗੇਗਾ ਕਿ ਹੁਣ ਵੇਖੋ ਜਿਸ ਤਰ੍ਹਾਂ ਸਰਗਾਣਾ ਸਾਹਿਬ ਨੇ ਕਿਹਾ ਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਬੜੀ ਪੋਜ਼ਿਟਿਵ ਸਾਈਨ ਅਸੀਂ ਵੇਖ ਰਹੇ ਹਾਂ, ਔਰ ਕਿਧਰੇ ਕੋਈ ਇਸ ਤਰ੍ਹਾਂ ਦੀਆਂ ਵੀ ਅਸੀਂ ਕਲਿੱਪ ਵੇਖੇ ਨੇ ਕਿ ਕੋਈ ਲੋਕ ਇਕੱਠੇ ਹੋਏ ਨੇ ਕਿਸੇ ਚੌਕ ਦੇ ਵਿੱਚ ਔਰ ਉਹਨਾਂ ਨੇ ਕੋਈ ਬੈਨਰ ਜੇ ਫੜੇ ਨੇ ਭਗਤ ਸਿੰਘ ਦੇ, ਅਹਿਮਦ ਖਰਲ ਦੇ। ਇਹ ਵੀ ਇੱਕ ਪੋਜ਼ਿਟਿਵ ਚੀਜ਼ ਹੈ, ਪਰ ਅਹਿਮਦ ਖਾਂ ਖਰਲ ਐਵੇਂ ਕਿ ਉਹਦੇ ਵਾਸਤੇ ਅਸੀਂ ਕਿਧਰੇ ਕੋਈ 10-12 ਲੋਕ ਖਲੋਤੇ ਹੋਈਏ, ਇਹਦੀ ਐਂ ਤੇ ਨਹੀਂ ਹੋਣਾ ਚਾਹੀਦਾ। ਅਹਿਮਦ ਖਰਲ ਵਾਸਤੇ ਤੇ ਲਾਹੌਰ ਤੋਂ ਲੈ ਕੇ ਤੇ ਸਾਹੀਵਾਲ ਤੱਕ ਦਾ ਲੰਮਾ ਜਲੂਸ ਹੋਣਾ ਚਾਹੀਦਾ ਅਹਿਮਦ ਖਰਲ ਦੇ, ਜਿੱਦਣ ਦਿਹਾੜਾ ਹੋਵੇ। ਅਹਿਮਦ ਖਰਲ ਦਾ ਦਿਹਾੜਾ ਸਰਕਾਰੀ ਤੌਰ ਤੇ ਮਨਾਇਆ ਜਾਣਾ ਚਾਹੀਦਾ, ਔਰ ਖਾਸ ਤੌਰ ਤੇ ਪੰਜਾਬ ਦੇ ਸਤ੍ਹਾ ਦੇ ਉੱਤੇ, ਪੰਜਾਬ ਦੇ ਪੱਧਰ ਦੇ ਉੱਤੇ, ਅਗਰ ਫੌਰੀ ਤੌਰ ਦੇ ਉੱਤੇ ਕਮ ਸੇ ਕਮ ਜਿਹੜਾ ਇਹ ਪੂਰਾ ਇਲਾਕਾ ਹੈ, ਇਹਦੇ ਵਿੱਚ ਤੇ ਇੱਕ ਮੇਲੇ ਦਾ ਸਮਾਂ ਹੋਣਾ ਚਾਹੀਦਾ ਹੈ। ਜਦੋਂ ਅਹਿਮਦ ਖਰਲ ਦਾ ਦਿਹਾੜਾ ਮਨਾਇਆ ਜਾਏ ਤੇ ਪੂਰਾ ਜਿਹੜਾ ਇਲਾਕਾ ਹੈ ਉਹ ਅਹਿਮਦ ਖਰਲ ਦਾ ਇਲਾਕਾ ਨਜ਼ਰ ਆਵੇ, ਔਰ ਉਹਨਾਂ ਸਾਰਿਆਂ ਲੋਕਾਂ ਦੇ ਮੂੰਹ ਕਾਲੇ ਕੀਤੇ ਜਾਣ, ਉਹਨਾਂ ਦੇ ਦਰਵਾਜ਼ਿਆਂ ਦੇ ਉੱਤੇ ਲਿਖਿਆ ਜਾਏ ਕਿ ਇਹ ਗੱਦਾਰ ਨੇ, ਔਰ ਉਹਨਾਂ ਦੇ ਉੱਤੇ ਸਿਆਸਤ ਤੇ ਪਾਬੰਦੀ ਲੱਗੇ ਕਿ ਇਹ ਕਦੀ ਸਾਡੀ ਸਿਆਸਤ ਵਿੱਚ ਨਾ ਆਣ, ਔਰ ਉਹਨਾਂ ਦੇ ਔਰ ਉਹ ਆ ਕੇ ਮਾਫੀਆਂ ਮੰਗਣ ਕਿ ਜਿਨ੍ਹਾਂ ਦੇ ਵਡਕਿਆਂ ਨੇ ਅਹਿਮਦ ਖਰਲ ਨੂੰ ਸ਼ਹੀਦ ਕੀਤਾ। ਇੰਝ ਹੋਣਾ ਚਾਹੀਦਾ। ਜੀ ਸਰ, ਹੁਣ ਅਸੀਂ ਡਾਕਟਰ ਸਰਗਾਣਾ ਸਾਹਿਬ ਨਾਲ ਗੱਲ ਕਰਾਂਗੇ। ਬਹੁਤ ਸਾਰੇ ਦੋਸਤ ਇੱਥੇ ਗੱਲਬਾਤ ਕਰ ਰਹੇ ਸਨ ਕਿ ਹੁਣ ਰਾਮ ਹੋਣਾ ਦਾ ਜਿਹੜਾ ਘਰ ਹੈ ਉਹ ਔਰ ਉਹਨਾਂ ਦੀ ਜਿਹੜੀ ਆਲ ਔਲਾਦ ਹੈ ਉਹਨਾਂ ਦੇ ਨਾਲ ਕੋਈ ਤੁਹਾਡਾ ਰਾਬਤਾ ਜਾਂ ਉਹ ਕੀ ਸੋਚਦੇ ਨੇ, ਕੀ ਉਹਨਾਂ ਦੇ ਹਵਾਲੇ ਨਾਲ ਵੀ ਥੋੜਾ ਜਿਹਾ ਸਾਨੂੰ ਦੱਸੋ। ਮੈਂ ਸਰ ਜਦੋਂ ਇਹ ਕੰਮ ਸ਼ੁਰੂ ਕੀਤਾ ਨਾ ਵਾਰ ਆਫ ਇੰਡੀਪੈਂਡੈਂਸ ਤੇ ਮੈਂ ਇਹਨਾਂ ਸ਼ਹਾਦਾ ਜਿਤਨੇ ਨੇ ਇਹਨਾਂ ਦੇ ਕੋਸ਼ਿਸ਼ ਕੀਤੀ ਹੈ ਕਿ ਇਹਨਾਂ ਦੇ ਔਲਾਦਾਂ ਜਿਹੜੀਆਂ ਨੇ ਉਹਨਾਂ ਨਾਲ ਰਾਬਤਾ ਕੀਤਾ ਜਾਏ, ਤੇ ਤਕਰੀਬਨ ਹਰ ਇੱਕ ਦੀ ਔਲਾਦ ਜਿਹੜੀ ਹੈ ਉਹਨਾਂ ਦੇ ਨਾਲ ਮੈਂ ਰਾਬਤੇ 'ਚ ਆਇਆ ਜੀ। ਰਾਏ ਅਹਿਮਦ ਖਾਨ ਖਰਲ ਦੀ ਔਲਾਦ 'ਚ ਕਈ ਸਾਰੇ ਹਨ ਲੋਕ ਜਿਹੜੇ ਉੱਥੇ ਮੌਜੂਦ ਹਨ, ਤੇ ਉਹਨਾਂ 'ਚ ਕੁਝ ਜਿਹੜੇ ਜ਼ਿਆਦਾ ਐਕਟਿਵ ਲੋਕ ਨੇ ਉਹ ਇੱਕ ਤੇ ਰਾਏ ਸ਼ਹਿਰਯਾਰ ਤੇ ਉਹਨਾਂ ਦੇ ਵਾਲਿਦ ਨੇ ਰਾਏ ਅਸਫੰਦ ਯਾਰ ਖਰਲ ਜੀ।
ਇਹ ਉੱਥੇ ਜਾਮਰਾ 'ਚ ਹੀ ਰਹਿੰਦੇ ਨੇ। ਤੇ ਇਹਨਾਂ ਦੇ ਇੱਕ ਹੋਰ ਜਿਹੜੇ ਨੇ ਰਾਏ ਅਹਿਮਦ ਖਾਨ ਦੇ ਬੇਟੇ ਦੀ ਅੱਗਾ ਮਤਲਬ ਜਿਹੜੀ ਦੂਸਰੇ ਬੇਟੇ ਦੀ ਔਲਾਦ ਵਿੱਚੋਂ ਨੇ, ਉਹ ਰਾਏ ਹਕ ਨਵਾਜ਼ ਨੇ ਜੀ। ਤੇ ਇਹ ਕਾਫੀ ਐਕਟਿਵ ਨੇ ਔਰ ਇਹਨਾਂ ਨੂੰ ਸ਼ੌਕ ਹੈ, ਜਦਕਿ ਜਿਹੜੇ ਬਾਕੀ ਸ਼ੁਹਾਦਾ ਨੇ ਮਸਲਨ ਮੁਰਾਦ ਫਤਿਆਣਾ ਜਾਂ ਬਹਾਵਲ ਫਤਿਆਣਾ ਹੈ, ਉਹਨਾਂ ਦੀ ਔਲਾਦ ਵੀ ਮੌਜੂਦ ਹੈ ਮੁਰਾਦ ਫਤਿਆਣੇ ਦੀ। ਇਸੇ ਤਰ੍ਹਾਂ ਜਿਹੜੇ ਆਪਣੇ ਪੀਰ ਨਾਦਰ शाह कुरैशी ने, ਉਹਨਾਂ ਦੀ औलाद भी मौजूद है और माशाअल्लाह अच्छे खासे जिम्मेदार भी हैं, पढ़े लिखे भी हैं, तरहाने भी इसे तरह हैं, वहनीवाल भी हैं। लेकिन बदकिस्मती ये है कि उन्होंने शायद खुद इस गल का अजे तक एहसास नहीं है कि उन्होंने अबाओ अजदाद केडे वड्डे अजीम लोग सन, या उन्होंने अबाओ अजदाद ने केडी वड्डी कुर्बानी दी है। मतलब इतों सारा कुछ तबाह हो गया उन्होंने, और उन्होंने जजायर अंडमान भेज देना, काला पानी भेज देना, ये कोई थोड़ी जी गल नहीं। और उस टाइम इन्होंने लोगों का जरिया मुआश की होंदा, फसलें होंदियां, डंगर होंदे हैं, मवेशी होंदे हैं, ते ओ उन्होंने सारे अंग्रेज़ों ने पकड़ लै, फसलें तबाह कर दित्तियां। ये जामरा नूं उन्होंने अग ला दी है। पिंडी शेख मूसा नूं 2 बारी अंग्रेज़ों ने साड़ दिता है कि इत्थे मुजाहिदीन मौजूद हैं। इस तरह काठिया ने जनाब मुहम्मद काठिया, जिन्हों साडे पंजाबी लहजे दे मुहम्मद आंदे ने, तो मुहम्मद काठिया ते नत्थू काठिया, उन्हां दी औलाद हड़प्पा दे विच मौजूद है। माशाअल्लाह अच्छे खासे ओहदियां ते भी हैं, सियासत विच भी उन्हां दा नां शां है, फेडरल मिनिस्टर तक बने ने। लेकिन गल ये है कि उन्हां नूं इस गल दा एहसास कोई नहीं है कि असी केडे वड्डे लोगों की औलाद हैं। और इन्हों मतलब जिस तरह के नैन सुख साहब कह रहे थे, पहले मैं भी ये गुजारिश की थी उन्होंने गुफ्तगू तो पहले, कि अज का दिन जिहड़ा सी ये पंजाब गौरमेंट नूं कम अज कम, क्योंकि पंजाब का एक अजीम फरजंद है, अगर इन मुल्की लैवल ते नहीं तो पंजाब सूबे लैवल ते गवर्नमेंट ऑफ पंजाब वालों इनू सैलीब्रेट करके मतलब इन्ना उत्थे करना चाहिए सी। लेकिन पंजाब गवर्नमेंट के एक पासे जिथे जिस जिले दे विच राय अहमद खान खरल दा मज़ार है, यानी अजकल जिला फैसलाबाद है, मेरा ख्याल है DC फैसलाबाद नूं पता ही नहीं होना कि उहदे जिले दे विच एक एडा अजीम बंदा ओहदा मकबरा है और उसका मतलब अज यौम शहादत है। इस तरह साहिवाल उकाड़ा जिहड़े नाल लगदे जिले ने, जिथे ये सारे इन्हां दे शुहदा दे औलादां मौजूद हैं, जिथे इन्होंने जिथे इस सारी जंग लड़ी है, उत्थे भी अज दिन खामोशी नाल गुजर गया है। मतलब कोई एडा बड़ा इवेंट नहीं होया। राय अहमद खान खरल दी मज़ार ते लोग अज भी गए, उन्हें चादर भी चाड़ी है, उन्हें मतलब कुरान खानी भी हुई है। लेकिन वो जिवें नैन सुख साहब ने आख्या भी ये की होया कि एडे वड्डे बंदे वास्ते 12-13 बंदे खड़े होण, इहदे वास्ते ते एक बहुत वड्डा प्रोग्राम होना चाहिए सी। और अज तुसी अज साडा मीडिया देख लो, पूरे मीडिया दे उत्ते किसी नूं पता ही नहीं होना, तो ना ही कोई नहीं जी। आज मैं सुन रहा सी जी कि फलां गुलकार को हमसे जुदा हुए 36 बरस हो गए हैं, फलां को जनाब फलां गुलकारा जो है उसकी आज 94th सालगिरह मनाई जा रही है। ये आज खबरां चल रही हैं सी टीवी दे उत्ते, मैं आज वेखदा पिया सा। ठीक है, उन्होंने याद रखन, वो भी आर्टिस्ट सन, लेकिन जिन्ना लोगों ने अपना तन मन धन सारा कुछ इस धरती वास्ते कुर्बान किया, वो अज साडे मीडिया दे उत्ते किसी नूं कोई पता नहीं सी। किसी एक चैनल ते भी मैं ये नहीं वेख्या कि उन्होंने ये आखे होवे कि अज 1857 की जंग दे अजीम हीरो राय अहमद खान खरल दा यौम शहादत मनाया जा रहा है। ते इहदे विच तुसीं पुछिया ना कि उन्हां दी औलादां माशाअल्लाह वो राया साहब दे 4-5 पुत्तर हैं राय अहमद खान खरल दे, और उन्हां दी सारियां दी फिर अग्गां तो अग्गां नस्लां चलदियां आंदियां, उन्हां दे जिहड़े पड़पोतरे अग्गां चलदे पैण, और वो गल इस गल ते फखर भी कर दिंदे कि असीं उन्हां दी औलाद हैं। लेकिन उन्हां दे मिशन नूं लोगां तक या उन्हां दे तारुफ नूं अग्गां लोगां तक पहुंचाण वास्ते वो कुछ नहीं करदे, बहुत महदूद लेवल ते काम करदे। जी ਡਾਕਟਰ ਸਾਹਿਬ, ਸਾਡੇ ਇੱਥੇ ਲਾਇਲਪੁਰ ਦੇ ਵਿੱਚ
ਜ਼ਿਲ੍ਹਾ ਸਤਿਆਣਾ ਰੋਡ ਹੈ ਉਹਦੇ ਉੱਤੇ ਇੱਕ ਚੌਕ ਹੈ ਰਾਏ ਅਹਿਮਦ ਖਾਨ ਖਰਲ ਦੇ ਨਾਮ ਤੇ ਉਹ ਉੱਥੇ ਬਣਾਇਆ ਗਿਆ ਸੀ। ਜਦੋਂ ਸਾਡੇ ਇੱਥੇ ਸੋਹਣਾ ਲੈਲਪੁਰ ਪ੍ਰੋਜੈਕਟ ਸ਼ੁਰੂ ਹੋਇਆ ਸੀ ਉਹਦੇ ਵਿੱਚ ਇੱਥੇ 42 ਜਿਹੜੀਆਂ 42 ਬਿਲਡਿੰਗ ਸੀ ਉਹਨਾਂ ਨੂੰ ਹਿਸਟੋਰੀਕਲ ਡਿਕਲੇਅਰ ਕੀਤਾ ਗਿਆ ਸੀ ਤੇ ਉਹਦੇ ਵਿੱਚ ਭਗਤ ਸਿੰਘ ਦਾ ਘਰ ਵੀ ਹੈ ਤੇ ਉਹਦੇ ਵਿੱਚ ਜਿਹੜਾ ਉਹ ਚੌਕ ਸੀ ਜਿਹੜਾ ਸਤਿਆਣੇ ਰੋਡ ਦੇ ਉੱਤੇ ਹੈ ਉਹਨੂੰ ਰਾਏ ਅਹਿਮਦ ਖਾਨ ਖਰਲ ਚੌਕ ਡਿਕਲੇਅਰ ਕੀਤਾ ਗਿਆ। ਉੱਥੇ ਬੋਰਡ ਵੀ ਲੱਗਾ ਔਰ ਲੋਕ ਉਹਨੂੰ ਵੇਖਦੇ ਵੀ ਨੇ। ਬਹਰਹਾਲ ਉਸ ਬੋਰਡ ਦੇ ਹਵਾਲੇ ਨਾਲ ਬਹੁਤ ਸਾਰੇ ਲੋਕਾਂ ਨੇ ਇੱਥੇ ਲੈਲਪੁਰ 'ਚ ਇਹ ਗੱਲ ਕੀਤੀ ਕਿ ਇਹਦੇ ਨਾਲ ਇੱਕ ਹੋਰ ਵੀ ਬੋਰਡ ਲਾਓ ਜਿਹਦੇ ਉੱਤੇ ਲਿਖਿਆ ਹੋਇਆ ਕਿ ਕੌਣ ਸਾਨੇ ਤੇ ਉਹ ਤੇ ਨਾ ਲੱਗਾ। ਉਹ ਮੈਂ ਤੁਹਾਡੀ ਗੱਲ ਕੱਟਦਾ ਪਿਆ। ਇਹ ਸਾਹੀਵਾਲ ਵਿੱਚ ਇੱਕ ਮੀਆਂ ਮੁਹੰਮਦ ਜ਼ਮਾਨ ਵੱਟੂ ਸਾਹਿਬ ਡੀਸੀ ਰਹੇ ਨੇ ਪਿਛਲੇ ਕੁਛ 6 ਮਹੀਨੇ ਸਾਲ ਪਹਿਲੇ। ਉਹਨਾਂ ਨੇ ਵੀ ਇੱਕ ਚੌਕ ਬਣਾਇਆ। ਉਹਨਾਂ ਨੇ ਉਹਦੇ ਵਿੱਚ ਸਾਰੇ ਸ਼ੁਹਾਦਾ ਜਿਹੜੇ ਨੇ ਇਹਨਾਂ ਸਾਰਿਆਂ ਦੇ ਨਾਂ ਲਿਖੇ ਨੇ। ਉਹਨਾਂ ਨੇ मेरा ख्याल 6 या 7 लोग आने ना जी, राय अहमद खान खरल, मुराद फतियाना, मोहम्मद काठिया और सलाबत रहाना, सूजा बदरू, मोखा वैनीवाल और नादर शाह कुरैशी। एक उन्होंने शाह अमीर बघेला का नाम लिखे ते उन्होंने मतलब एक अच्छा काम किया है। उत्थे इत्थे जिहड़ा जी जिथे तांदले वाला इंटरचेंज है, अगर इहदा नाम राय अहमद खान खरल शहीद इंटरचेंज रखिया जाता ਤੇ ਹਰ ਆਣ ਜਾਣ ਵਾਲੇ ਨੂੰ ਪਤਾ ਲੱਗਦਾ ਕਿ ਜੀ ਇੱਥੇ ਇੱਕ ਅਜ਼ੀਮ ਜਿਹੜਾ ਹੈ ਫਰਜ਼ੰਦ ਉਹ ਇੱਥੇ ਮਦਫਨ ਹੈ। ਤੇ ਇਹ ਚੀਜ਼ਾਂ ਮਤਲਬ ਗੌਰਮੈਂਟ ਲੈਵਲ ਤੇ ਕਰਨ ਦੀਆਂ ਹਨ। ਇਹ ਅਸੀਂ ਤੁਸੀਂ ਤੇ ਸਿਰਫ ਇਹਨੂੰ ਮਤਲਬ ਉਜਾਗਰ ਹੀ ਕਰ ਸਕਦੇ ਹਾਂ, ਗੱਲ ਕਰ ਸਕਦੇ ਹਾਂ ਤੇ ਗੌਰਮੈਂਟ ਲੈਵਲ ਤੇ ਇਹਨਾਂ ਚੀਜ਼ਾਂ ਨੂੰ ਕਰਨਾ ਚਾਹੀਦਾ ਹੈ। ਜੀ ਤੁਸੀਂ ਇੰਟਰਚੇਂਜ ਦੀ ਗੱਲ ਕੀਤੀ। ਇੰਟਰਚੇਂਜ ਜਿਹੜਾ ਲੈਲਪੁਰ ਤੋਂ ਲਾਹੌਰ ਮੋਟਰਵੇ ਜਾਂਦੀ ਉਹਦੇ ਤੇ ਇੰਟਰਚੇਂਜ ਦਾ ਨਾਂ ਜਿਹੜਾ ਬਿਲਕੁਲ ਜੰਡਿਆਲਾ ਸ਼ੇਰ ਖਾਨ ਦੇ ਉੱਤੇ ਖੁੱਲਦਾ ਹੈ ਉਹਦਾ ਨਾਂ ਉਹਨਾਂ ਨੇ ਹਰਨ ਮਨਾਰ ਇੰਟਰਚੇਂਜ ਰੱਖਿਆ, ਵਾਰਿਸ ਸ਼ਾਹ ਨਹੀਂ ਰੱਖਿਆ। ਇੱਥੋਂ ਉਹਨਾਂ ਦੀ ਸੋਚ ਦਾ ਤੁਸੀਂ ਅੰਦਾਜ਼ਾ ਲਾ ਲਓ। ਜੀ ਨਿਹੰਗ ਸਾਹਿਬ ਤੁਸੀਂ ਵੀ। ਹਾਂਜੀ ਸਰ। ਤੋਹੀਦ ਮੈਨੂੰ ਇਹ ਖਿਆਲ ਆ ਰਿਹਾ ਸੀ ਕਿ ਹੁਣ ਜਿਸ ਵਕਤ ਤੁਸੀਂ ਆਨਲਾਈਨ ਪ੍ਰੋਗਰਾਮ ਕਰ ਰਹੇ ਹੋ ਤੇ ਅਸੀਂ ਉਧਰ ਦੇ ਪੰਜਾਬ ਵਿੱਚ ਔਰ ਇੱਧਰ ਦੇ ਅਸੀਂ ਸਾਨੂੰ ਲੋਕ ਉਧਰ ਵੀ ਕਈ ਦੇਖਦੇ ਨੇ ਤੁਹਾਡਾ ਪ੍ਰੋਗਰਾਮ। ਤੇ ਇਸ ਤਰ੍ਹਾਂ ਨਹੀਂ ਹੋ ਸਕਦਾ ਕਿ ਤੁਸੀਂ ਇਹ ਗੱਲ ਕਰੋ ਕਿ ਅਗਲੀ ਵਾਰੀ ਜਿਹੜਾ ਅਹਿਮਦ ਖਾਨ ਖਰਲ ਦਾ ਦਿਨ ਹੋਏਗਾ ਉੱਥੇ ਕੋਈ ਸਿੰਬੋਲਿਕ ਹੀ ਸਹੀ ਇੰਡੀਅਨ ਪੰਜਾਬ ਵਿੱਚ ਵੀ ਉਹ ਦਿਨ ਮਨਾਇਆ ਜਾਏ ਔਰ ਇੱਥੇ ਵੀ ਦਿਨ ਇੰਜ ਮਨਾਇਆ ਜਾਏ ਕਿ ਸਾਨੂੰ ਉਹਨੂੰ ਵੇਖ ਕੇ ਇਸ ਤਰ੍ਹਾਂ ਨਾ ਲੱਗੇ ਕਿ 4-5 ਬੰਦੇ ਖਲੋਤੇ ਹੋਣ ਤੇ ਇਸ ਤਰ੍ਹਾਂ ਨਾ ਖਲੋਈਏ। ਮਤਲਬ 4-5 ਬੰਦੇ ਖਲੋਣ ਦਾ ਕੋਈ ਅੱਛਾ ਇੰਪ੍ਰੈਸ਼ਨ ਨਹੀਂ ਜਾਂਦਾ। ਅਗਰ ਦਿਨ ਮਨਾਉਣਾ ਹੈ ਤੇ ਫਿਰ ਉਂਝ ਮਨਾਓ ਕਿ ਉਹ ਪਤਾ ਲੱਗੇ ਕਿ ਅਹਿਮਦ ਖਾਨ ਖਰਲ ਦਾ ਦਿਨ ਮਨਾਇਆ ਜਾ ਰਿਹਾ ਹੈ। ਮੈਂ ਤੁਹਾਨੂੰ ਦੱਸਿਆ ਨਾ ਕਿ ਸਈਦ ਭੁੱਟਾ ਸਾਹਿਬ ਨੇ ਇੱਥੇ ਇੱਕ ਪ੍ਰੋਗਰਾਮ ਕੀਤਾ ਸੀ। ਇੰਨੀ ਦੁਨੀਆ ਜਿਵੇਂ ਜੰਝ ਹੁੰਦੀ ਹੈ ਅਹਿਮਦ ਖਾਨ ਖਰਲ ਦੀ ਨਾ, ਇਸ ਤਰ੍ਹਾਂ ਜੰਝ ਵਾਂਗੂ ਸੀ, ਇੰਨੀ ਖਲਕਤ। ਫਿਰ ਪਿਛਲੇ ਸਾਲ ਤੁਸੀਂ ਵੀ ਆਪਣਾ ਤੁਸੀਂ ਵੀ ਮੇਰੇ ਨਾਲ ਸੋ ਫੈਸਲ ਜੱਪੇ ਨੇ ਉਧਰ ਕੀਤਾ ਸੀ ਆਪਣਾ ਮਹਮਦੀਪੁਰ ਦੇ ਵਿੱਚ। ਕਿੰਨਾ ਦੁਨੀਆ ਇਹਨਾਂ ਦਾ ਬੜਾ ਕੰਮ ਹੈ ਜੀ। ਬਿਲਕੁਲ ਇਸ ਤਰ੍ਹਾਂ ਦਾ ਜਿਹੜਾ ਨਾ ਜਦੋਂ ਵੀ ਮਨਾਓ ਇਹਦੇ ਨਾਲੋਂ ਨਾ ਮਨਾਓ। ਅਗਰ 4 ਬੰਦੇ ਕਿਸੇ ਚੌਕ ਦੇ ਵਿੱਚ ਖਲੋ ਕੇ ਉਹ ਕੀ ਤੁਸੀਂ ਉਹ ਕੀ ਦੱਸ ਰਹੇ ਹੋ ਦੁਨੀਆ ਨੂੰ ਕਿ ਅਹਿਮਦ ਖਰਲ ਨੂੰ ਯਾਦ ਕਰਨ ਵਾਲੇ 4 ਬੰਦੇ ਨੇ। ਇਹਦੇ ਨਾਲ ਚੰਗਾ ਕਿ ਨਾ ਖਲੋ। ਔਰ ਜਦੋਂ ਖਲੋ ਤੇ ਉਹਨੂੰ ਨਾ ਖਰਲ ਦੀ ਇੱਜ਼ਤ ਇਸ ਤਰ੍ਹਾਂ ਨਹੀਂ ਬਣਦੀ। ਹੋ ਸਕਦਾ ਹੈ ਕਿ ਉਹਦੇ ਪਿੱਛੇ ਕੋਈ ਬੰਦਾ ਜਿਹੜਾ ਸਿਆਸਤ ਵਿੱਚ ਆਉਣਾ ਚਾਹ ਰਿਹਾ ਹੈ ਔਰ ਉਹ 4 ਬੰਦੇ ਉੱਥੇ ਲੈ ਕੇ ਤੇ ਖਲੋਤਾ ਹੈ ਪੋਸਟਰ ਜੇ ਉਹ ਉਹਦੇ ਨਾਲ ਇੱਜ਼ਤ ਨਹੀਂ ਬਣ ਰਹੀ। ਉਹ ਇਸ ਤਰ੍ਹਾਂ ਦਾ ਪ੍ਰੋਗਰਾਮ ਕਰੋ ਕਿ ਜਿਹੜੀ ਉਹਦੀ ਸ਼ਾਨ ਦੇ ਮੁਤਾਬਕ ਹੋਵੇ, ਅਹਿਮਦ ਖਰਲ ਦੀ ਸ਼ਾਨ ਦੇ ਮੁਤਾਬਕ ਹੋਵੇ ਜਿਹੜਾ ਵੀ ਪ੍ਰੋਗਰਾਮ। ਹਾਂਜੀ ਤੁਸੀਂ ਜਦੋਂ ਇਹ ਗੱਲ ਕਰ ਰਹੇ ਸੀ ਤੁਹਾਡੀ ਗੱਲ ਤੋਂ ਪਹਿਲੇ ਸਾਡੇ ਨਾਲ ਧਰਮ ਸਿੰਘ ਗੁਰਾਇਆ ਸਾਹਿਬ ਸਨ। ਬਕਾਇਦਾ ਤੁਸੀਂ ਵੇਖਣਾ ਕਮੈਂਟ ਵਿੱਚ ਉਹਨਾਂ ਨੇ ਲਿਖਿਆ ਸੀ ਕਿ ਮੈਂ ਜਿਹੜਾ ਨਾ ਇਹ ਚਾਹਾਂਗਾ ਕਿ ਇੱਥੇ ਇਹਦਾ ਇੱਕ ਦਿਨ ਮਨਾਇਆ ਜਾਏ। ਸੋ ਤੁਸੀਂ ਵੀ ਗੱਲ ਕਰ ਦਿੱਤੀ, ਅਸੀਂ ਵੀ ਇਹ ਚਾਹਾਂਗੇ ਕਿ ਲੈਂਦੇ ਚੜ੍ਹਦੇ ਦੋਵਾਂ ਪੰਜਾਬਾਂ ਦੇ ਵਿੱਚ ਇਹਦਾ ਇੱਕ ਚੰਗਾ ਭਰਵਾਂ ਜਿਹੜਾ ਇਕੱਠ ਹੋਣਾ ਚਾਹੀਦਾ। ਉਹਦੇ ਤੇ ਗੱਲਾਂ ਬਾਤਾਂ ਹੋਣੀਆਂ ਚਾਹੀਦੀਆਂ ਤਾਂ ਕਿ ਅੱਗੇ ਗੱਲ ਜਿਹੜੀ ਹੈ ਨਾ ਉਹ ਵਧੇ। ਔਰ ਮੈਂ ਇਹ ਵੀ ਗੱਲ ਲਾਜ਼ਮੀ ਕਰਾਂਗਾ, ਸਾਡੇ ਨਾਲ ਬਹੁਤ ਸਾਰੇ ਪ੍ਰੋਫੈਸਰ ਹੁੰਦੇ ਨੇ ਇੱਥੇ। ਸਾਡੇ ਨਾਲ ਪ੍ਰੋਫੈਸਰ ਡਾਕਟਰ ਸਮੀਨਾ ਅਵਾਨ ਜੀ ਨੇ ਔਰ ਅਲਾਮਾ ਇਕਬਾਲ ਓਪਨ ਯੂਨੀਵਰਸਿਟੀ ਤੋਂ ਪ੍ਰੋਫੈਸਰ ਹਰਦੀਪ ਕੌਰ ਵੜੈਚ ਨੇ, ਪ੍ਰੋਫੈਸਰ ਸੁਖਦੇਵ ਸੋਲ ਸਾਹਿਬ ਨੇ ਔਰ ਸਾਡੇ ਨਾਲ ਪ੍ਰੋਫੈਸਰ ਪਿਸ਼ੌਰਾ ਸਿੰਘ ਜੀ ਨੇ ਅਮਰੀਕਾ ਤੋਂ।
ਤੇ ਉਹਨਾਂ ਨੇ ਵੀ ਇਹ ਲਿਖਿਆ ਕਿ ਅੱਜ ਦੀ ਮੈਂ ਇਹਨਾਂ ਇਸ ਦੇ ਬਾਰੇ ਨਹੀਂ ਸੁਣਿਆ ਹੋਇਆ ਸੀ, ਔਰ ਅੱਜ ਦੀ ਜਿਹੜੀ ਟਾਕ ਤੁਸੀਂ ਕੀਤੀ ਹੈ ਮੈਨੂੰ ਅੱਜ ਇਸ ਚੀਜ਼ ਦਾ ਪਤਾ ਲੱਗਾ। ਔਰ ਉਹਨਾਂ ਦਾ ਵੇਖੋ ਤੁਸੀਂ ਕਿੰਨਾ, ਮੈਨੂੰ ਤਾਂ ਬਹੁਤ ਅੱਛਾ ਲੱਗਾ ਕਿ ਉਹਨਾਂ ਨੇ ਲਿਖ ਕੇ ਲਾਇਆ ਕਿ ਜੀ ਨਹੀਂ ਪਤਾ ਸੀ, ਤੇ ਹੁਣ ਅਗਰ ਪਤਾ ਲੱਗਾ ਤਾਂ ਅਸੀਂ ਕਹਿੰਦੇ ਹਾਂ ਕਿ ਜੀ ਕੈਲੀਫੋਰਨੀਆ ਯੂਨੀਵਰਸਿਟੀ ਦੇ ਵਿੱਚ ਵੀ ਅਗਲੀ ਵਾਰ ਪੰਜਾਬ ਸਟੱਡੀ ਡਿਪਾਰਟਮੈਂਟ ਦੇ ਵਿੱਚ, ਔਰ ਸੈਂਟ ਬਾਰਬਰਾ ਦੇ ਵਿੱਚ ਸਾਡੀ ਪੰਜਾਬ ਸਟੱਡੀ ਹੈ, UBC ਦੇ ਵਿੱਚ ਸਾਡੀ ਪੰਜਾਬ ਸਟੱਡੀਜ਼ ਹੈ, ਇਸ ਤਰ੍ਹਾਂ ਸਵੈਸ ਵਿੱਚ ਹੈ, ਔਰ ਹਰ ਜਗ੍ਹਾ ਤੇ ਪੰਜਾਬ ਦੇ ਵਿੱਚ ਪੰਜਾਬੀ ਜਿੱਥੇ ਵਸਦੇ ਨੇ। ਤੇ ਅਸੀਂ ਇਹਨਾਂ ਪ੍ਰੋਫੈਸਰ ਨੂੰ ਵੀ, ਨੈਣ ਸੁਖ ਸਾਹਿਬ ਔਰ ਪ੍ਰੋਫੈਸਰ ਤਰਾਬੁਲ ਹਸਨ ਸਰਗਾਣਾ ਸਾਹਿਬ, ਅਸੀਂ ਤਾਂ ਬੇਨਤੀ ਕੀਤੀ ਤੁਸੀਂ ਵੀ ਹੁਣ ਇਹਨਾਂ ਨਾਲ ਕਹੋ ਤਾਂ ਕਿ ਅਗਲੀ ਵਾਰੀ 21 ਸਤੰਬਰ ਤੇ ਪਤਾ ਲੱਗੇ ਕਿ ਪਿਛਲੀ ਵਾਰ 21 ਸਤੰਬਰ ਤੇ ਕੋਈ ਗੱਲ ਮਿੱਥੀ ਗਈ। ਇਹ ਚੱਟਾ ਸਾਹਿਬ ਤੁਸੀਂ ਐਡੇ ਵੱਡੇ ਨਾਂ ਲਏ ਨੇ ਪ੍ਰੋਫੈਸਰ ਸਾਹਿਬਾਨ ਦੇ। ਅਸੀਂ ਤੇ ਜਨਾਬ ਤੁਹਾਡੇ ਨਾਲ ਰਲ ਕੇ ਇਹਨਾਂ ਦੇ ਅੱਗੇ ਹੱਥ ਜੋੜ ਕੇ ਇਹੀ ਕਵਾਂਗੇ ਕਿ ਜਨਾਬ ਜਿੱਥੇ ਜਿੱਥੇ ਕੋਈ ਬੈਠਾ ਹੈ, ਉਹ ਇਸ ਧਰਤੀ ਦੇ ਜਿਹੜਾ ਵੀ ਕੋਈ ਹੀਰੋ ਹੈ ਉਹਦੇ ਜ਼ਿਕਰ ਕਰਨਾ, ਉਹਦਾ ਪ੍ਰਚਾਰ ਕਰਨਾ, ਔਰ ਆਉਣ ਵਾਲੀ ਨਸਲ ਨੂੰ ਉਸ ਹੀਰੋ ਤੋਂ ਮੁਤਾਰਫ ਕਰਾਉਣਾ। ਉਹ ਚਾਹੇ ਲਹਿੰਦੇ ਪੰਜਾਬ ਦਾ ਹੈ ਜਾਂ ਚੜ੍ਹਦੇ ਪੰਜਾਬ ਦਾ, ਉਹ ਉਸ ਨੂੰ ਆਉਣ ਵਾਲੀ ਨਸਲ ਤੱਕ ਸਾਡਾ ਪਹੁੰਚਾਉਣਾ, ਇਹ ਸਾਡਾ ਫਰਜ਼ ਹੈ। ਔਰ ਪਿਸ਼ੌਰਾ ਸਿੰਘ ਸਾਹਿਬ ਹੋਣ, ਹਰਦੀਪ ਕੌਰ ਹੋਣ, ਸੋਲ ਸਾਹਿਬ ਹੋਣ, ਜਿਹੜੇ ਵੀ ਜਿੱਥੇ ਜਿੱਥੇ ਕੋਈ ਬੈਠੇ ਨੇ, ਉਹਨਾਂ ਕੋਲ ਵੱਡੇ ਪਲੇਟਫਾਰਮ ਨੇ, ਔਰ ਉਹ ਆਪਣੇ ਇਹਨਾਂ ਨੂੰ ਉਹਨਾਂ ਦੇ ਸ਼ਾਗਿਰਦਾਂ ਦੀ ਬੇਸ਼ੁਮਾਰ ਤਾਦਾਦ ਹੈ, ਉਹਨਾਂ ਨੂੰ ਵੀ ਇਹ ਚੀਜ਼ ਕਨਵੇ ਕਰਨ ਕਿ ਜਿੱਥੇ ਜਿੱਥੇ ਕੋਈ ਬੈਠਾ ਹੈ ਉਹ ਹਰ ਉਸ ਹੀਰੋ ਨੂੰ ਖਰਾਜ ਤਹਿਸੀਨ ਪੇਸ਼ ਕਰੇ। ਤੇ ਅਹਿਮਦ ਖਾਨ ਖਰਲ ਜਿਹੜੇ ਨੇ ਉਹ 1857 ਦੀ ਜੰਗੇ ਆਜ਼ਾਦੀ ਦੇ, ਮੈਂ ਕਿਉਂਕਿ ਇਸ ਤੇ ਪੂਰੇ ਪੰਜਾਬ ਤੇ ਕੰਮ ਕੀਤਾ ਹੈ, ਮੈਂ ਮਤਲਬ ਇਸ ਹੱਦ ਤੱਕ ਇਹ ਕਹਿਣਾ ਕਿ ਅਗਰ ਗੁਗੇਰਾ ਦੀ ਇਹ ਤਹਿਰੀਕ ਜਿਹੜੀ ਹੈ, ਇਹਨੂੰ ਔਰ ਮਰੀ ਦੇ ਵਿੱਚ ਜਿਹੜੀ ਸਿਵਿਲੀਅਨ ਲੋਕਾਂ ਨੇ ਜਿਹੜੀ ਰੈਜ਼ਿਸਟੈਂਸ ਕੀਤੀ ਹੈ, ਅਗਰ ਇਹਨਾਂ ਨੂੰ ਵਿੱਚੋਂ ਕੱਢ ਦਿਓ ਤੇ ਪਿੱਛੇ ਸਿਰਫ ਉਹ ਮਿਊਟਨੀ ਰਹਿ ਜਾਂਦੀ ਹੈ, ਫੌਜੀਆਂ ਦੀ ਬਗਾਵਤ ਰਹਿ ਜਾਂਦੀ ਹੈ। ਇਹ ਉਹ ਲੋਕ ਨੇ ਅਹਿਮਦ ਖਾਨ ਖਰਲ ਜਾਂ ਉਹਨਾਂ ਦੇ ਸਾਥੀ, ਜਿਨ੍ਹਾਂ ਨੇ ਨਾ ਇਹਨਾਂ ਦੀ ਪੈਨਸ਼ਨ ਬੰਦ ਹੋਈ ਹੈ, ਨਾ ਇਹਨਾਂ ਦੇ ਕੋਲੋਂ ਰਿਆਸਤਾਂ ਖੁੱਸੀਆਂ, ਠੀਕ ਹੈ ਜੀ, ਇਹਨਾਂ ਦੇ ਨਾ ਵਜ਼ੀਫੇ ਬੰਦ ਹੋਏ, ਕੁਛ ਵੀ ਨਹੀਂ ਹੈ। ਇਹ ਸਿਰਫ ਇਸ ਵਾਸਤੇ ਉੱਠੇ ਨੇ ਕਿ ਇਹ ਫੋਰਨ ਇਨਵੇਡਰਸ ਨੇ, ਇਹ ਗੈਰ ਮੁਲਕੀ ਨੇ, ਇਹ ਬਾਹਰ ਦੇ ਲੋਕ ਨੇ, ਤੇ ਇਹਨਾਂ ਦੀ ਹੁਕਮਰਾਨੀ ਨੂੰ ਅਸਾਂ ਕਿਉਂ ਕਬੂਲ ਕਰੀਏ। ਤੇ ਇਹਨਾਂ ਦੀ ਅਜ਼ਮਤ ਨੂੰ ਸਲਾਮ ਕਰਨਾ ਚਾਹੀਦਾ ਹੈ, ਔਰ ਇਹਨਾਂ ਨੂੰ ਆਉਣ ਵਾਲੀ ਨਸਲ ਤੱਕ ਪਹੁੰਚਾਉਣਾ ਵੀ ਸਾਡਾ ਫਰਜ਼ ਬਣਦਾ ਹੈ। ਜੀ ਤੁਸੀਂ ਤੇ ਕਿ ਵੀ ਸੋਚਣਾ ਚਾਹੀਦਾ ਹੈ, ਇਸ ਗੱਲ ਦੇ ਉੱਤੇ ਕੋਈ ਪਰੇਸ਼ਾਨੀ ਵੀ ਨਹੀਂ ਹੋਣੀ ਚਾਹੀਦੀ ਕਿ ਅਗਰ ਸਰਕਾਰਾਂ ਜਿਹੜੀਆਂ ਨੇ ਉਹ ਇਹਨਾਂ ਹੀਰੋਜ਼ ਨੂੰ ਨਾ ਵੀ ਮੰਨਣ, ਤੇ ਇਹ ਲੁਕਾਈ ਦੇ ਹੀਰੋ ਨੇ, ਲੁਕਾਈ ਇਹਨਾਂ ਨੂੰ ਬਸ ਮੰਨੇ। ਇਹ ਕੋਈ, ਮੇਰਾ ਨਹੀਂ ਖਿਆਲ ਕਿ ਇਹ ਕੋਈ ਜ਼ਰੂਰੀ ਹੈ ਕਿ ਅਸੀਂ ਕਹੀਏ ਸਰਕਾਰਾਂ ਕਿਵੇਂ ਮੰਨਣ। ਮੈਂ ਤਾਂ ਤੁਹਾਨੂੰ ਦੱਸਿਆ ਕਿ ਜਿਹੜੇ ਕਾਤਲ ਨੇ ਉਹਨਾਂ ਦੀਆਂ ਔਲਾਦਾਂ ਅੱਜ ਵੀ ਬੈਠੀਆਂ ਨੇ ਸਰਕਾਰਾਂ ਦੇ ਵਿੱਚ ਜੀ। ਅਹਿਮਦ ਖਰਲ ਨੂੰ ਜਿਹੜੇ ਮਾਰਨ ਵਾਲੇ ਨੇ, ਉਹ ਤੁਸੀਂ ਉਹਨਾਂ ਦੇ ਨਾਂ ਪੜ੍ਹੋ ਤੇ ਪਾਕਿਸਤਾਨ ਦੀ ਸਿਆਸਤ ਦੇ ਵਿੱਚ ਉਹ ਅਕਸਰ ਉਹਨਾਂ ਲੋਕਾਂ ਨੇ ਰਾਜ ਕੀਤਾ, ਜਿਹੜੇ ਅਹਿਮਦ ਖਰਲ ਦੇ ਉਹਨੂੰ ਸ਼ਹੀਦ ਕਰਨ ਵਾਲੇ ਸਨ। ਇਸ ਵਾਸਤੇ ਇਹ ਤੇ ਸੋਚਣਾ ਹੀ ਨਹੀਂ ਚਾਹੀਦਾ। ਔਰ ਫਿਰ ਤੁਸੀਂ ਵੇਖੋ ਕਿ ਜਿਹੜੇ ਲਾਹੌਰ ਸ਼ਹਿਰ ਹੈ ਜਾਂ ਇਸ ਤਰ੍ਹਾਂ ਦੇ ਜਿਹੜੇ ਸ਼ਹਿਰ ਨੇ, ਇਹਨਾਂ ਦੇ ਵਿੱਚ ਜਿਹੜੇ ਪਾਲਿਸੀਆਂ ਬਣਾਉਣ ਵਾਲੇ ਨੇ, ਉਹ ਸਾਰੇ ਦੇ ਸਾਰੇ ਤੇ ਉਹ ਨੇ ਜਿਹੜੇ ਉਹੀ ਹਿਸਟਰੀ ਪੜ੍ਹਦੇ ਨੇ ਜਿਹੜੀ ਅਫੀਸ਼ੀਅਲ ਜੀ ਹਿਸਟਰੀ ਹੈ, ਜਿਹੜੀ ਫੇਕ ਜੀ ਹਿਸਟਰੀ ਹੈ, ਜੈਲੀ ਹਿਸਟਰੀ ਜਿਹੜੀ ਉਹ ਪੜ੍ਹ ਰਹੇ ਨੇ। ਉਹਦੇ ਵਿੱਚ ਤਾਂ ਗੁੰਜਾਇਸ਼ ਹੀ ਨਹੀਂ ਬਣਦੀ ਅਹਿਮਦ ਖਰਲ। ਹੁਣ ਅੱਜ ਅਹਿਮਦ ਖਰਲ ਦਾ ਜਿਸ ਤਰ੍ਹਾਂ ਸਰਗਾਣਾ ਸਾਹਿਬ ਦੱਸ ਰਹੇ ਸਨ, ਮੈਂ 2-3 ਦਫਾ ਟੀਵੀ ਲਾ ਕੇ ਸਪੈਸ਼ਲੀ ਦੇਖਿਆ ਕਿ ਕਿਸੇ ਜਗ੍ਹਾ ਦੇ ਉੱਤੇ, ਕਿਸੇ ਚੈਨਲ ਦੇ ਉੱਤੇ ਅਹਿਮਦ ਖਰਲ ਦੀ ਕੋਈ ਖਬਰ ਚਲਾ ਰਿਹਾ ਹੋਵੇ। ਹੋ ਸਕਦਾ ਕਿਸੇ ਨੇ ਚਲਾਈ ਹੋਵੇ, ਮੈਂ ਨਹੀਂ ਦੇਖੀ। ਲੇਕਿਨ ਸੋਸ਼ਲ ਮੀਡੀਆ ਦੇ ਉੱਤੇ ਇੱਕ ਅਸੀਂ ਪੋਜ਼ਿਟਿਵ ਵੇਖੀ ਹੈ ਇਸ ਵਾਰੀ, ਪਿਛਲੇ ਸਾਲ ਵੀ ਸੀ ਵੈਸੇ, ਇਸ ਵਾਰੀ ਮੈਂ ਕਾਫੀ ਪਿਛਲੀ ਵਾਰ ਨਾਲੋਂ ਜ਼ਿਆਦਾ ਵੇਖੀ ਹੈ। ਬਹੁਤ ਸਾਰੇ ਐਸੇ ਲੋਕ ਜਿਹੜੇ ਮੈਂ ਨਹੀਂ ਸਮਝਦਾ ਕਿ ਉਹ ਪੰਜਾਬ ਦੀ ਧਰਤੀ ਦੇ ਬਾਰੇ ਕੋਈ ਸੋਚਦੇ ਨੇ, ਉਹਨਾਂ ਨੇ ਵੀ ਸ਼ੇਅਰ ਕੀਤੀਆਂ ਨੇ ਉਹ ਪੋਸਟਾਂ ਜਿਹੜੀਆਂ ਅਹਿਮਦ ਖਰਲ। ਔਰ ਇੰਝ ਹੀ ਹੋਣਾ ਕਿ ਇਹਨਾਂ ਨੂੰ ਲੁਕਾਈ ਨਹੀਂ, ਇਹਨਾਂ ਦੀ ਵੇਲ ਲੁਕਣੀ ਹੈ, ਲੁਕਾਈ ਨਹੀਂ ਇਹਨਾਂ ਦੇ ਝੰਡੇ ਲਾਣੇ ਨੇ, ਔਰ ਲੁਕਾਈ ਦੇ ਵਿੱਚ ਹੀ ਰਹਿਣ ਤੇ ਇਹ ਮੇਰੇ ਖਿਆਲ ਬਿਹਤਰ ਹੈ। ਇਹ ਸਰਕਾਰਾਂ ਜਿਹਨੂੰ ਸਰਕਾਰਾਂ ਹੀਰੋ ਬਣਾਉਂਦੀਆਂ ਨੇ, ਉਹ ਅਕਸਰ ਜੇਲੀ ਹੀਰੋ ਹੁੰਦੇ ਨੇ, ਜਿਹਨੂੰ ਵੀ ਸਰਕਾਰ ਹੀਰੋ ਕਰੇ। ਇਸ ਵਾਸਤੇ ਸਾਡੇ ਹੀਰੋ ਜਿਹੜੇ ਨੇ ਉਹ ਸਾਡੇ ਵਿੱਚ ਹੀ ਰਹਿਣ, ਔਰ ਅਸੀਂ ਸਾਰੇ ਲੋਕ ਰਲ ਕੇ ਉਹਨਾਂ ਨੂੰ ਵਡਿਆਈਏ। ਇਹੀ ਠੀਕ ਹੈ। ਹਰ ਵੇਲੇ ਇਹ ਨਾ ਕਹਿੰਦੇ ਰਹੀਏ ਜੀ ਸਰਕਾਰ ਇੰਝ, ਕਿ ਸਰਕਾਰ ਨਹੀਂ ਕਰਨਾ, ਮੇਰਾ ਖਿਆਲ ਨਾ ਹੀ ਕਰੇ ਤੇ ਬਿਹਤਰ ਹੈ। ਤੇ ਅਸੀਂ ਆਪ ਹੀ ਉਹਨਾਂ ਦੇ ਦਿਨ ਮਨਾਈਏ। ਜਿਸ ਤਰ੍ਹਾਂ ਤੁਸੀਂ ਕਿਹਾ ਕਿ ਕਿੰਨੀ ਦੂਰੋਂ ਤੁਹਾਨੂੰ 2-3 ਲੋਕਾਂ ਨੇ ਕਹਿ ਦਿੱਤਾ
ਤੇ ਜਿਨ੍ਹਾਂ ਨੂੰ ਧਰਤੀ ਦਾ ਦਰਦ ਹੈ ਉਹ ਆਪ ਹੀ ਆ ਜਾਣਗੇ ਸੰਭਾਲਣ ਵਾਸਤੇ। ਔਰ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਅਹਿਮਦ ਖਰਲ ਦੀ ਫੈਮਿਲੀ ਕੀ ਕਹਿੰਦੀ ਹੈ ਜਾਂ ਮੋਖੇ ਵੈਣੀਵਾਲ ਦੀ ਫੈਮਿਲੀ ਕਹਿੰਦੀ ਹੈ ਜਾਂ ਕਾਠੀਏ ਦੀ ਫੈਮਿਲੀ ਕੀ ਕਹਿੰਦੀ ਹੈ। ਦੇਖੋ ਅਹਿਮਦ ਖਰਲ ਪੰਜਾਬ ਦਾ ਹੈ। ਹੁਣ ਅਹਿਮਦ ਖਰਲ ਕਿਸੇ ਉਸ ਫੈਮਿਲੀ ਦਾ ਨਹੀਂ, ਜਾਂ ਮੋਖਾ ਵੈਣੀਵਾਲ ਜਾਂ ਜਿਹੜਾ ਮੁਰਾਦ ਫਤਿਆਣਾ ਹੈ ਉਹ ਕਿਸੇ ਫਤਿਆਣਾ ਫੈਮਿਲੀ ਦਾ ਨਹੀਂ, ਉਹ ਇਸ ਵੇਲੇ ਪੰਜਾਬ ਦੇ ਨੇ। ਹੁਣ ਪੰਜਾਬ ਨੇ ਉਹਨਾਂ ਨੂੰ ਸੰਭਾਲਣਾ, ਉਹਨਾਂ ਦੀਆਂ ਫੈਮਲੀਆਂ ਠੀਕ ਹੈ, ਤੁਸੀਂ ਇੱਜ਼ਤ ਵਾਸਤੇ ਉਹਨਾਂ ਨੂੰ ਬੁਲਾ ਲਓ, ਉਹਨਾਂ ਨੂੰ ਤੁਸੀਂ ਸਟੇਜ ਤੇ ਬਿਠਾ ਲਓ ਕਿ ਇਹ ਉਹਨਾਂ ਦੇ ਟੱਬਰ ਦੇ ਜੀ ਨੇ ਤੇ ਤੁਸੀਂ ਉਹਨਾਂ ਨੂੰ ਬਿਠਾ ਲਓ। ਉਹ ਇਸ ਵੇਲੇ ਕਿ ਅਹਿਮਦ ਖਰਲ ਤੇ ਸਾਡੇ ਪੰਜਾਬ ਦਾ, ਇਸ ਵਾਸਤੇ ਸਾਡੇ ਸਾਰਿਆਂ ਦਾ ਹੈ ਬਣਦਾ ਕਿ ਅਸੀਂ ਉਹਨਾਂ ਦਾ ਦਿਨ ਮਨਾਈਏ। ਉਹਨਾਂ ਦੀਆਂ ਫੈਮਲੀਆਂ ਕੁਝ ਕਰਨ ਨਾ ਕਰਨ, ਕਰਨਾ ਚਾਹਣ ਤੇ ਚੰਗਾ, ਕਿਉਂ ਉਹਨਾਂ ਦਾ ਵਟਕਾ ਹੈ, ਅਸੀਂ ਇਹ ਤੇ ਨਹੀਂ ਕਹਿ ਸਕਦੇ ਕੋਈ ਨਾ ਕਰਨ, ਪਰ ਉਹ ਜੇ ਨਾ ਕਰਨ ਤੇ ਉਹਨਾਂ ਨਾਲ ਸਾਨੂੰ ਗਿਲਾ ਕੋਈ ਨਹੀਂ ਹੋਣਾ ਚਾਹੀਦਾ। ਅਹਿਮਦ ਖਰਲ ਹੁਣ ਸਾਡਾ ਸਭ ਦਾ, ਸਾਰੇ ਪੰਜਾਬੀਆਂ ਦਾ। ਬਿਲਕੁਲ ਬਿਲकुल ਸਰ। ਤੇ ਅੱਜ ਦੇ ਸਰ ਇਸ ਪ੍ਰੋਗਰਾਮ ਵਾਸਤੇ ਤੁਹਾਡਾ ਸਰ ਬਹੁਤ ਬਹੁਤ ਸ਼ੁਕਰੀਆ। ਨੈਣ ਸੁਖ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਆਏ ਔਰ ਇੰਨਾ ਜਿਹੜਾ ਇੰਨਾ ਸੋਹਣਾ ਸਾਡਾ ਸੈਸ਼ਨ ਹੋਇਆ। ਔਰ ਖਾਸ ਤੌਰ ਤੇ ਅੱਜ ਦੇ ਸਾਡੇ ਮਹਿਮਾਨ ਡਾਕਟਰ ਤਰਾਬੁਲ ਹਸਨ ਸਰਗਾਨਾ ਸਾਹਿਬ ਦੇ ਅਸੀਂ ਬਹੁਤ ਮਸ਼ਕੂਰ ਹਾਂ ਕਿ ਅੱਜ ਤੁਸੀਂ ਸਾਡੇ ਨਾਲ ਇਸ ਗੱਲਬਾਤ ਦੇ ਵਿੱਚ ਰਲੇ। ਤੇ ਡਾਕਟਰ ਸਾਹਿਬ ਜਾਂਦੀ ਵਾਰ ਦੀ ਮੈਂ ਤੁਹਾਨੂੰ ਇਹ ਕਹਾਂਗਾ ਕਿ ਤੁਸੀਂ ਥੋੜਾ ਜਿਹਾ ਆਪਣੀ ਕਿਤਾਬ ਦੇ ਹਵਾਲੇ ਨਾਲ ਦੱਸੋ, ਕਿਉਂਕਿ ਤੁਹਾਡੀ ਕਿਤਾਬ ਮੈਂ ਦੋਸਤਾਂ ਨੂੰ ਦੱਸਣਾ ਚਾਹਾਂਗਾ ਕਿ ਡਾਕਟਰ ਤਰਾਬੁਲ ਹਸਨ ਸਰਗਾਨਾ ਸਾਹਿਬ। ਜੀ ਸਰ ਚੱਠਾ ਸਾਹਿਬ, ਕਿਤਾਬ ਸਰ ਇਹ ਹੈ, ਤੁਸੀਂ ਇਹਨਾਂ ਨੂੰ ਮੇਰਾ ਖਿਆਲ ਹੈ ਜੀ ਇਹ ਮੈਂ ਸਰ ਹਾਂਜੀ ਇਹਦੇ ਤੇ ਵੀ ਅਸੀਂ ਅਹਿਮਦ ਖਾਨ ਖਰਲ ਦੀ ਹੀ ਤਸਵੀਰ ਲਗਾਈ ਹੈ ਜਨਾਬ। ਠੀਕ ਹੈ ਜੀ, ਇਹ ਆਕਸਫੋਰਡ ਯੂਨੀਵਰਸਿਟੀ ਪ੍ਰੈਸ ਨੇ ਪਬਲਿਸ਼ ਕੀਤੀ ਜੀ, ਕਰਾਚੀ ਵਾਲਿਆਂ ਨੇ। ਤੇ ਪਿਛਲੇ ਪ੍ਰੋਗਰਾਮ ਜਿਹੜਾ ਤੁਸੀਂ ਕਰਵਾਇਆ ਸੀ ਤੇ ਉਸ ਤੋਂ ਬਾਅਦ ਸਾਡੇ ਇੰਡੀਅਨ ਕਈ ਦੋਸਤਾਂ ਨੇ ਪੁੱਛਿਆ ਵੀ ਕਿਤਾਬ ਮਿਲੇਗੀ ਕਿਸ ਤਰ੍ਹਾਂ ਜੀ। ਅੱਛਾ ਜੀ, ਪਾਕਿਸਤਾਨ ਵਿੱਚ ਤੇ ਇਹ ਹੁਣ ਸਵਾਲ ਜਿਹੜਾ ਹੈ ਇਹ ਹੁਣ ਖਤਮ ਹੋ ਜਾਣਾ ਚਾਹੀਦਾ ਹੈ। ਹਰ ਜਗ੍ਹਾ ਤੇ ਅਵੇਲੇਬਲ ਹੈ, ਪਾਕਿਸਤਾਨ ਦੇ ਹਰ ਵੱਡੇ ਬੁੱਕ ਸ਼ਾਪ ਤੇ, ਔਰ ਫਿਰ ਆਕਸਫੋਰਡ ਯੂਨੀਵਰਸਿਟੀ ਪ੍ਰੈਸ ਵਾਲਿਆਂ ਦੀ ਸ਼ਾਪਸ ਤੇ ਵੀ ਹੈ। ਇਸ ਤੋਂ ਇਲਾਵਾ ਜੀ ਇੰਡੀਆ ਤੋਂ ਇਲਾਵਾ ਬਾਕੀ ਸਾਰੇ ਮੁਲਕਾਂ ਵਿੱਚ, ਇੰਗਲੈਂਡ, ਅਮਰੀਕਾ, ਮਲੇਸ਼ੀਆ, UAE, ਕੈਨੇਡਾ, ਬਕੌਲ ਆਕਸਫੋਰਡ ਯੂਨੀਵਰਸਿਟੀ ਪ੍ਰੈਸ ਵਾਲਿਆਂ ਦੇ, ਕਿਉਂਕਿ ਉਹਨਾਂ ਨੂੰ ਮੈਂ ਕਿਹਾ ਸੀ ਕਿ ਇੰਡੀਆ ਤੋਂ ਦੋਸਤ ਪੁੱਛ ਰਹੇ ਨੇ, ਤੇ ਉਹਨਾਂ ਕਿਹਾ ਜੀ ਇੱਥੇ ਇਹਨਾਂ ਮੁਲਕਾਂ 'ਤੇ ਮੌਜੂਦ ਹੈ ਕਿਤਾਬ। ਸਰ ਜਿਹੜੀ ਹੈ ਇਹ ਬੇਸਿਕਲੀ ਇਹਦੇ ਦੋ ਹਿੱਸੇ ਮੈਂ ਕੀਤੇ ਸੀ ਕਿਤਾਬ ਦੇ, ਕਿਉਂਕਿ ਇੱਕ ਤਾਂ ਅਸੀਂ ਟੈਕਸਟ ਬੁੱਕਸ ਵਿੱਚ ਦੋ ਚੀਜ਼ਾਂ ਪੜ੍ਹਦੇ ਸਾਂ ਤੇ ਉਹਨਾਂ ਦੋਨਾਂ ਨੂੰ ਹੀ ਮੈਂ ਇਹਦੇ ਵਿੱਚ ਫੋਕਸ ਕੀਤਾ ਹੈ। ਇੱਕ ਇਹ ਕਿ ਜੀ ਪੰਜਾਬ ਨੇ 1857 ਦੀ ਜੰਗ ਆਜ਼ਾਦੀ 'ਚ ਹਿੱਸਾ ਨਹੀਂ ਲਿਆ, ਦੂਸਰਾ ਇਹ ਸੀ ਕਿ ਪੰਜਾਬ ਨੇ ਅੰਗਰੇਜ਼ਾਂ ਨੂੰ ਸਪੋਰਟ ਕੀਤਾ ਹੈ। ਇਸ ਗੱਲ ਤੋਂ ਮਤਲਬ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਪੰਜਾਬ 'ਚੋਂ ਅੰਗਰੇਜ਼ਾਂ ਨੂੰ ਸਪੋਰਟ ਮਿਲੀ ਹੈ, ਤੇ ਮੈਂ ਉਹਦੇ ਤੇ ਇਹ ਕੰਮ ਕੀਤਾ ਹੈ ਕਿ ਇੱਥੋਂ ਦੇ ਲੋਕਾਂ ਨੇ ਅੰਗਰੇਜ਼ਾਂ ਨੂੰ ਸਪੋਰਟ ਕਿਉਂ ਕੀਤਾ, ਉਹਦਾ ਇੱਕ ਕਾਜ਼ਲ ਐਨਾਲਿਸਿਸ ਮੈਂ ਕੀਤਾ ਹੈ। ਉਹਦੀ ਕਾਜ਼ਜ਼ ਦੱਸੀਆਂ ਨੇ ਕਿ ਕੀ ਅਸਬਾਬ ਸਨ ਕਿ ਇੱਥੋਂ ਦੇ ਲੋਕ ਜਿਹੜੇ ਸੀ ਉਹ 1857 ਦੀ ਇਸ ਜੰਗ ਵਿੱਚ ਅੰਗਰੇਜ਼ਾਂ ਦੇ ਨਾਲ ਕੁਝ ਲੋਕ ਖਲੋਤੇ ਰਹੇ ਨੇ। ਦੂਸਰਾ ਇਹਦੇ ਵਿੱਚ ਰੈਜ਼ਿਸਟੈਂਸ ਦਾ ਪਹਿਲੂ ਜਿਹੜਾ ਹੈ ਪੰਜਾਬ ਵਿੱਚ, ਉਹ ਮੈਂ ਇਹਨੂੰ ਹਾਈਲਾਈਟ ਕੀਤਾ ਹੈ। ਜਿੱਥੋਂ ਤੱਕ ਸਾਡੇ ਪੰਜਾਬ ਦੇ ਲੋਕਾਂ ਦਾ ਉਸ ਜੰਗ ਵਿੱਚ 1857 ਦੀ ਜੰਗ ਵਿੱਚ ਬਹੁਤ ਸਾਰੇ ਲੋਕਾਂ ਦਾ ਉਹਦੇ ਅੰਗਰੇਜ਼ਾਂ ਦੇ ਨਾਲ ਖਲੋ ਜਾਣ ਦਾ ਤਅੱਲਕ ਹੈ। ਉਹਦੇ ਵਿੱਚ ਇੱਕ ਵੱਡੀ ਚੀਜ਼ ਇਹ ਸੀ ਕਿ ਪੰਜਾਬ ਕੋਈ 8 ਸਾਲ ਪਹਿਲੇ ਹੀ ਐਨੈਕਸ ਹੋਇਆ ਸੀ 1849 ਦੇ ਵਿੱਚ, ਤੇ 57 ਦਾ ਇਹ 1849 ਤੋਂ ਲੈ ਕੇ ਤੇ 1857 ਤੱਕ ਇੱਥੋਂ ਦੇ ਲੋਕਾਂ ਦੀ ਵਾਹ ਜਿਹੜੀ ਹੈ ਇਤਨੀ ਅੰਗਰੇਜ਼ ਅਫਸਰਾਂ ਨਾਲ ਨਹੀਂ ਪਈ ਜਿਤਨੀ ਜਿਹੜੇ ਪੂਰਬੀਆ ਸਿਪਾਹੀ, ਪੂਰਬੀਆ ਆਫੀਸਰਸ ਕਹਿ ਲਓ, ਮਤਲਬ ਆਫੀਸ਼ੀਅਲਸ ਜਿਹੜੇ ਸੀ ਇੱਥੇ ਰੈਵਨਿਊ ਦੇ ਵੀ ਤੇ ਪੁਲਿਸ ਦੇ ਵੀ, ਉਹਨਾਂ ਨਾਲ ਵਾਹ ਪਈ ਹੈ। ਤੇ ਉਹਨਾਂ ਦਾ ਰਵੱਈਆ ਜਿਹੜਾ ਸੀ ਉਹ ਜਿਵੇਂ ਅੰਗਰੇਜ਼ਾਂ ਤੋਂ ਵੀ ਜ਼ਿਆਦਾ ਉਹਨਾਂ ਦੇ ਵਿੱਚ ਅਫਸਰੀ ਆਈ, ਤੇ ਉਹਨਾਂ ਦਾ ਆਵਾਮ ਨਾਲ, ਸਾਡੇ ਪੰਜਾਬੀਆਂ ਨਾਲ ਰਵੱਈਆ ਇੰਤਹਾਈ ਹਿਊਮਿਲੀਏਟਿੰਗ ਆਈ। ਅੱਛਾ, ਜਦੋਂ ਉਹ ਲੋਕ ਇੱਕ ਦੂਸਰੇ ਦੇ ਮੁਕਾਬਲੇ 'ਚ ਆਪਸ ਵਿੱਚ ਲੜੇ ਤੇ ਇਹ ਜਿਹੜੇ ਹਨ ਪੰਜਾਬ ਦੇ ਲੋਕ, ਇਹਨਾਂ ਨੂੰ ਅੰਗਰੇਜ਼ਾਂ ਨਾਲੋਂ ਉਹਨਾਂ ਨਾਲ ਜ਼ਿਆਦਾ ਸ਼ਿਕਾਇਤਾਂ ਹਨ। ਇੱਕ ਤੇ ਇਹ ਰੀਜ਼ਨ ਹੈ।
दूसरी ये है कि वो एक मैं एक दफा किसी ना दिल्ली गालबन एक कॉन्फ्रेंस दी मैं प्रोसीडिंग्स पढ़ रहा कि ਉਹਦੇ ਚ ਲਿਖਿਆ ਹੋਇਆ ਹੈ ਕਿ ਇਸੇ ਤਰ੍ਹਾਂ ਮੇਰੇ ਤਰ੍ਹਾਂ ਇੱਕ ਬੰਦਾ ਨੇ ਜੀ ਪੇਪਰ ਪੇਸ਼ ਕਰਨ ਵਾਸਤੇ ਉੱਠਿਆ ਤੇ ਉਹਨੇ ਪੰਜਾਬ ਦੇ ਰੈਜ਼ਿਸਟੈਂਸ ਨੂੰ ਹਾਈਲਾਈਟ ਕਰਨ ਦੀ ਜਦੋਂ ਕੋਸ਼ਿਸ਼ ਉਹ ਕਰ ਰਿਹਾ ਹੈ ਕਿ ਵਿੱਚ ਬੈਠੇ ਸਾਮਈਨ ਵਿੱਚ ਬੈਠੇ ਇੱਕ प्रोफेसर साहब ने ਉਹਦੇ ਤੇ जुमला कसिया कि आप 1857 में कहाँ 1857 में कहाँ थे, ये सवाल उन्हें जुमला कस दिता। वो जो पेपर पढ़ रहे सी उन्होंने अगू जवाब इो आख्या कि जहां आप 1849 में थे। ते ओ ये गल है कि अगर ये जड़ियां 4 साला जिन्हों साडे किताबां दे विच एंग्लो सिख वॉर्स आख्या जाता है, तो मैं पिछले लैक्चर च आखे कि मैं इनू एंग्लो पंजाब वॉर्स समझना कि ये पंजाबियां दी वॉर है। अगर उस दे विच दिल्ली तो या दीगर इलाकों तो इत्थों के लोगों को कोई सपोर्ट मिल जाती कि 1857 का वाकया ही ना होंदा, अंग्रेज इत्थों वैसे ही कट दिते जाते। पहली जी वॉर ऑफ इंडिपेंडेंस अगर कोई जेन्युइन वॉर ऑफ इंडिपेंडेंस जिन्हों आख्या जा सकता है वो 4 साल की वो वॉर्स ने जिहड़ियां 1845 तो लैके 1849 तक पंजाबियों ने लड़ी है। ਉਹਦੇ ਵਿੱਚ ਇਹਨਾਂ ਨਾਲ ਲੜਨ ਵਾਲੇ ਕੌਣ ਹਨ ਜਿਹੜੇ 1857 ਦੇ ਵਿੱਚ ਮੁਜਾਹਿਦੀਨ ਦੀ ਸੂਰਤ ਵਿੱਚ ਸਾਹਮਣੇ ਆਏ ਨੇ। ਲਿਹਾਜ਼ਾ ਇਹਨਾਂ ਲੋਕਾਂ ਤੋਂ ਇਹ ਤਵੱਕੋ ਰੱਖਣਾ ਕਿ ਜਨਾਬ ਇਸ ਲਾਜ਼ਮਨ ਸਾਡੇ ਨਾਲ ਹੀ ਇਸ ਜੰਗ ਵਿੱਚ ਖਲੋਤੇ ਹੁੰਦੇ ਤੇ ਜਿਹੜੀ ਪੰਜਾਬੀਆਂ ਨੇ ਵਾਰ ਆਫ ਇੰਡੀਪੈਂਡੈਂਸ ਲੜੀ ਉਹਦਾ ਤੇ ਤਾਰੀਖ ਵਿੱਚ ਨਾ ਕੋਈ ਨਹੀਂ, ਉਹਨੂੰ ਤੇ ਐਂਗਲੋ ਸਿੱਖ ਵਾਰਸ ਆਖ ਦਿੱਤਾ ਗਿਆ। ਹਾਲਾਂਕਿ ਅਸੂਲ ਤੇ ਇਹ ਬਣਦਾ ਹੈ ਜਿਵੇਂ ਚੱਠਾ ਸਾਹਿਬ ਨਵੀਂ ਟਰਮੀਨੋਲੋਜੀ ਤੇ ਤੁਸੀਂ ਕੰਮ ਕਰ ਰਹੇ ਹੋ ਤੇ ਮੈਂ ਇੱਕ ਛੋਟੀ ਜਿਹੀ ਨਾਕਸ ਦੀ ਰਾਏ ਮੇਰੀ ਵੀ ਹੈ ਕਿ ਉਹਨੂੰ ਫਸਟ ਵਾਰ ਆਫ इंडिपेंडेंस फर्स्ट इंडियन वॉर ऑफ इंडिपेंडेंस आखना चाहिए, ना कि एंग्लो सिख वॉर्स आखना चाहिए। वो सिखा ने जी लड़ी या पंजाबियों ने लड़ी वो भी तो अंग्रेजों के खिलाफ उन्होंने कढ़न वास्ते लड़ी है ना। तो ये चीज़ां सारे मैं डिस्कस कीतियां ने। इहदे उन्होंने सारे लोगों का तज़करा है जिन्होंने अंग्रेजों को सपोर्ट दी है तो अज तक साड़ी सियासत एक्टिव हुए हैं। मतलब एक्टिव की ने वो ही सियासत कर रहे हैं ते उन्हां लोगों का भी इस पंजाब ते उस पंजाब यानी लांदे पंजाब ते चढ़ते दोवां पंजाब दे जेड़े जेड़े शहर जिथे भी कोई रेजिस्टेंस हुई है मैं अपने वालों पूरी कोशिश की है कि इस मौके च उन्होंने कवर किया जाए। हो सकता है कई सारी चीज़ां रह गई होण, वो हुण साडे ये दोस्त जेड़े ने ये जदों सजैसट करनगे इन्हां दी ये क्रिटिसिज्म करनगे ये ਜਿਹੜੇ ਵੱਡੇ ਵੱਡੇ प्रोफेसर साहबान साडे इस ग्रुप विच हैं मेरी उन्होंने तुहाडे जरिए बल्कि रिक्वेस्ट है कि बुक दा रिव्यू करन ताकि मैनू इहदियां खामियां दा पता लगे ताकि आंदा उन्होंने दूर किया जाए। जी डॉक्टर साहब असी प्रोग्राम कीता सी तुहाडे नाल कि किताब दी ओपनिंग रखांगे और उहदे ते ज़ाहिर है ते रिव्यू बुक ऑफ द वीक दा करना सी प्रोग्राम, फिर कुछ साडी फैमिली दी वजह तो असी थोड़ा जिहा लेट हो गए और इंशाल्लाह ਅਸੀਂ ਆਉਣ ਵਾਲੇ ਦਿਨਾਂ 'ਚ ਇਸ ਕਿਤਾਬ ਦੇ ਉੱਤੇ ਜ਼ਰੂਰ ਗੱਲਬਾਤ ਰੱਖਾਂਗੇ। ਇੱਥੇ ਦੋਸਤਾਂ ਨੇ ਵੱਡੀ ਕਿਤਾਬ Amazon ਤੇ ਚੈੱਕ ਕੀਤੀ ਹੈ ਤੇ ਗੁਰਦਾਸ ਦਦਵਾਲ ਹੋਰੀ ਕਹਿ ਰਹੇ ਨੇ ਕਿ ਟੈਂਪਰੇਰੀਲੀ ਅਵੇਲੇਬਲ ਨਹੀਂ ਹੈ, ਇੰਗਲੈਂਡ ਤੋਂ ਵੇਖ ਰਹੇ ਨੇ। ਔਰ ਮੈਂ ਇੱਥੇ ਗੱਲ ਕਰਾਂ ਕਿ ਜਿਹੜੇ ਵੀ ਦੋਸਤ ਸਾਡੇ ਇੰਗਲੈਂਡ ਕੈਨੇਡਾ ਔਰ ਬਾਕੀ ਜਗ੍ਹਾ ਤੇ ਬੈਠੇ ਨੇ ਔਰ ਇੰਡੀਆ 'ਚ ਬੈਠੇ ਨੇ ਜਿਹੜੇ ਦੋਸਤ ਤੇ ਉਹ Amazon ਤੋਂ ਇਹ ਕਿਤਾਬ ਲੈ ਕੇ ਜੇ ਨਹੀਂ ਵੀ ਜਿਹਦੇ ਕੋਲ ਹੈ ਉਹਨੂੰ ਅਵੇਲੇਬਲ ਕਰਨ। ਔਰ ਇਹ ਕਿਤਾਬ ਬੜੀ ਅਹਿਮ ਹੈ ਔਰ ਮੇਰਾ ਖਿਆਲ ਹੈ ਕਿ ਜਿੱਥੇ ਜਿੱਥੇ ਅਵੇਲੇਬਲ ਈਜ਼ੀਲੀ ਬਾਕੀ ਮਮਾਲਿਕ ਦੇ ਵਿੱਚ ਉਹ ਜਿੱਥੇ ਨਹੀਂ ਅਵੇਲੇਬਲ ਉਹਨਾਂ ਨੂੰ ਈਜ਼ੀਲੀ ਉਹ ਪਹੁੰਚਾ ਸਕਦੇ ਨੇ। ਤੇ ਇਹ ਕਿਤਾਬ ਦੇ ਲਈ ਲਾਜ਼ਮੀ ਪੜ੍ਹੀ ਜਾਣੀ ਚਾਹੀਦੀ ਹੈ ਔਰ ਆਉਣ ਵਾਲੇ ਦਿਨਾਂ 'ਚ ਅਸੀਂ ਇਹਦੇ ਤੇ ਬੁੱਕ ਆਫ ਦਾ ਵੀਕ ਰੱਖਾਂਗੇ ਤੇ ਫਿਰ ਇਹਦੇ ਤੇ ਇੱਕ ਭਰਵਾਂ ਸੈਸ਼ਨ ਵੀ ਕਰਵਾਇਆ ਜਾਏਗਾ। सर एक मेरे वालों इन्हों दोस्तों ना एक इन्हों दोस्तों सिर्फ ये गुजारिश करनी है कि जिथे जिथे ये बुक अगर नहीं मिल रही तो उत्थे अगर ऑक्सफोर्ड यूनिवर्सिटी प्रेस वाले का दफ्तर है ये काइंडली उन्होंने अपनी डिमांड दस दें, बुक उत्थे पहुंच जाएगी।
जी चलो जी, ये डॉक्टर साहब ਦੇ ਰਾਹੀਂ ਵੀ ਦੋਸਤਾਂ ਨੂੰ ਪਤਾ ਲੱਗ ਗਿਆ। ਗੁਰਦਾਸ ਦਦਵਾਲ ਸਾਹਿਬ, ਜਸਮਾਨ ਸਾਹਿਬ ਨੇ ਕੈਨੇਡਾ ਤੋਂ, ਔਰ ਬਾਕੀ ਦੋਸਤ ਤੁਸੀਂ ਪਲੀਜ਼ ਉੱਥੇ ਜਾ ਕੇ ਉਹਨਾਂ ਨੂੰ ਕਹੋਗੇ ਤੇ ਉਹ ਤੁਹਾਨੂੰ ਅਵੇਲੇਬਲ ਕਰਨਾ। ਡਾਕਟਰ ਸਾਹਿਬ ਨੇ ਕਹਿਤਾ। ਨੈਣ ਸੁਖ ਸਾਹਿਬ, ਅੱਜ ਦੀ ਇੱਕ ਗੱਲਬਾਤ ਵਾਸਤੇ ਅਸੀਂ ਬਹੁਤ ਮਸ਼ਕੂਰ ਹਾਂ ਤੁਹਾਡੇ, ਔਰ ਡਾਕਟਰ ਸਾਹਿਬ ਦੇ ਵੀ। ਔਰ ਮੈਂ ਚਾਹਾਂਗਾ ਕਿ ਅੱਜ ਦੀ ਜਿਹੜੀ ਗੱਲ ਹੈ, ਤੁਸੀਂ ਉਹਦੇ ਹਵਾਲੇ ਨਾਲ ਜਿਹੜੀ ਇੱਕ ਚੀਜ਼ ਕੀਤੀ ਗਈ, ਮੇਰਾ ਖਿਆਲ ਹੈ ਕਿ ਅੱਜ ਅਸੀਂ ਇਹ ਗੱਲ ਤੈਅ ਕਰ ਲੈਂਦੇ ਹਾਂ ਦੋਸਤਾਂ ਦੇ ਨਾਲ ਵੀ ਕਿ ਜਿਹੜਾ ਅਗਲੀ ਵਾਰ 21 ਸਤੰਬਰ ਦਾ ਜਿਹੜਾ ਦਿਨ ਹੋਏਗਾ, ਜਿੱਦਾਂ ਨੈਣ ਸੁੱਖ ਹੋਰਾਂ ਨੇ ਕਿਹਾ ਔਰ ਡਾਕਟਰ ਸਰਗਾਨਾ ਸਾਹਿਬ ਨੇ ਵੀ ਇਸ ਨੂੰ ਸੈਕੰਡ ਕੀਤਾ, ਤੇ ਅਸੀਂ ਵੀ ਚਾਹਾਂਗੇ ਕਿ ਜਿਹੜੇ ਸਾਡੇ ਦੋਸਤ ਚੜ੍ਹਦੇ ਪੰਜਾਬ ਤੋਂ ਨੇ ਜਾਂ ਜਿਹੜੇ ਬਾਕੀ ਬਾਹਰ ਨੇ, ਉਹ ਸਾਰੇ ਵੀ ਅਗਲੀ ਵਾਰ ਇਹ ਦਿਨ ਜਿਹੜਾ ਨਾ ਅਸੀਂ ਉਹਦੇ ਹਵਾਲੇ ਨਾਲ ਕੰਮ ਕਰੀਏ ਔਰ ਅਗਲੀ ਦਫਾ ਮਨਾਈਏ। ਸਰ, ਅੱਜ ਦੇ ਪ੍ਰੋਗਰਾਮ ਵਾਸਤੇ ਨੈਣ ਸੁੱਖ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ, ਔਰ ਡਾਕਟਰ ਤਰਾਬੁਲ ਹਸਨ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਸਰ। बहुत शुक्रिया जनाब, थैंक यू। ਅੱਜ ਦੇ ਇਸ ਪ੍ਰੋਗਰਾਮ ਦੋਸਤ ਮੌਜੂਦ ਜਿਹੜੇ ਸਾਨੂੰ ਵੇਖ ਰਹੇ ਸਨ, ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਕਿ ਉਹ ਅੱਜ ਇਸ ਪ੍ਰੋਗਰਾਮ ਤੇ ਆਏ। ਔਰ ਮੈਂ ਸਮਝਦਾ ਕਿ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਇਸ ਫੋਰਮ ਤੋਂ ਅਸੀਂ ਬਹੁਤ ਸਾਰੀਆਂ ਚੀਜ਼ਾਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਔਰ ਅੱਜ ਮੈਨੂੰ ਦਿਲੀ ਖੁਸ਼ੀ ਹੈ ਔਰ ਅੱਜ ਮੈਨੂੰ ਬੜਾ ਚਾਅ ਇਸ ਗੱਲ ਦਾ ਕਿ ਅੱਜ ਅਸੀਂ ਇੱਕ ਧਰਤੀ ਦੇ ਇੱਕ ਪੁੱਤਰ ਵਾਸਤੇ, ਇੱਕ ਜਿਹੜਾ ਸਾਡਾ ਲੀਡਰ ਸੀ ਉਹਦੇ ਵਾਸਤੇ ਅਸੀਂ ਅੱਜ ਇੱਕ ਪ੍ਰੋਗਰਾਮ ਕੀਤਾ। ਔਰ ਮੈਂ ਬਹੁਤ ਮਸ਼ਕੂਰ ਹਾਂ ਸਾਰੇ ਦੋਸਤਾਂ ਦਾ ਜਿਨ੍ਹਾਂ ਕਮੈਂਟ ਦੇ ਵਿੱਚ ਇਹ ਆਖਿਆ, ਖਾਸ ਕਰ ਜਿਹੜੇ ਸਾਡਾ ਧਰਮ ਗੁਰਾਇਆ ਸਾਹਿਬ ਨੇ ਆਖਿਆ ਕਿ ਮੈਂ ਅਗਲੀ ਵਾਰ ਜਿੱਦਾਂ ਹੀ ਪਾਕਿਸਤਾਨ ਤੇ ਮੈਂ ਜ਼ਰੂਰ ਦੇ ਪਿੰਡ ਜਾਵਾਂਗਾ, ਔਰ ਜਿਵੇਂ ਅਸੀਂ ਦੁੱਲਾ ਭੱਟੀ ਦਾ ਮੇਲਾ ਮਨਾਉਂਦੇ ਹਾਂ, ਇਵੇਂ ਹੀ ਅਸੀਂ ਰਾਏ ਅਹਿਮਦ ਖਾਨ ਖਰਲ ਦਾ ਵੀ ਮਨਾਵਾਂਗੇ। ਜਦੋਂ ਉਹਨਾਂ ਨੂੰ ਪਤਾ ਲੱਗਾ, ਮੇਰੇ ਨਾਲ ਜਿਹੜੇ ਦੂਸਰੇ ਬਾਕੀ ਪ੍ਰੋਫੈਸਰ ਹਜ਼ਰਾਤ ਨੇ, ਡਾਕਟਰ ਸਮੀਨਾ ਆਵਾਨ ਹੋਰਾਂ ਨੇ ਵੀ ਇਹ ਕਿਹਾ ਕਿ ਜੀ ਸ਼ੋਰ ਅਸੀਂ ਵੀ ਕਰਾਂਗੇ, ਅਲਾਮਾ ਇਕਬਾਲ ਓਪਨ ਯੂਨੀਵਰਸਿਟੀ, ਔਰ ਬਾਕੀ ਵੀ ਜਿਹੜੇ ਦੋਸਤ ਨੇ, ਮੈਂ ਪਿਸ਼ੌਰਾ ਸਿੰਘ ਹੋਰਾਂ ਤੋਂ ਵੀ ਇਹੀ ਬੇਨਤੀ ਕਰਾਂਗਾ, ਔਰ ਪ੍ਰੋਫੈਸਰ ਸੋਹਲ ਸਾਹਿਬ ਨੇ, ਔਰ ਪ੍ਰੋਫੈਸਰ ਹਰਦੀਪ ਕੌਰ ਵੜੈਚ ਨੇ, ਔਰ ਹੋਰ ਵੀ ਜਿਹੜੇ ਦੋਸਤ ਜਿਹੜੇ ਵੀ ਸਾਨੂੰ ਸੁਣ ਰਹੇ, ਗੁਰਦਾਸ ਦਦਵਾਲ ਸਾਹਿਬ ਨੂੰ ਤੇ ਬਹੁਤ ਪੁਰਜ਼ੋਰ ਅਪੀਲ ਕਰਾਂਗਾ ਕਿ ਜੀ ਸਾਰੇ ਇੰਗਲੈਂਡ ਦੇ ਵਿੱਚ ਬੜੇ ਮੁਤਹਰਕ ਨੇ, ਪੰਜਾਬੀ ਦਾ ਉੱਥੇ ਕੰਮ ਕਰਦੇ ਨੇ, ਪੰਜਾਬ ਦੀ ਹਿਸਟਰੀ ਦੇ ਹਵਾਲੇ ਨਾਲ। ਇਹ ਵੀ ਪ੍ਰੀਤਮ ਸਾਹਿਬ ਨੂੰ ਵੀ ਰਿਕੁਐਸਟ ਕਰਾਂਗਾ ਕਿ ਇਹ ਦਿਨ ਦੇ ਹਵਾਲੇ ਨਾਲ ਜਿਹੜਾ ਹੈ ਅਸੀਂ ਇੱਕ, ਕਿਉਂਕਿ ਮੈਨੂੰ ਬਹੁਤ ਇਸ ਗੱਲ ਦਾ ਲੱਗਾ, ਕਿਉਂਕਿ ਡਾਕਟਰ ਸਾਹਿਬ ਸਰਗਾਰਾ ਸਾਹਿਬ ਨੇ ਜਦੋਂ ਕੰਮ ਕੀਤਾ ਤੇ ਬੜੀ ਖੁਸ਼ੀ ਦੀ ਗੱਲ ਸੀ। ਅਸੀਂ ਇੱਧਰ ਸੁਣਦੇ ਰਹੇ ਸਾਂ, ਪਰ ਜਦੋਂ ਉਹਨੂੰ ਅਸੀਂ ਇੱਕ ਕਿਤਾਬ ਦੀ ਸ਼ਕਲ 'ਚ ਵੇਖਿਆ, PhD ਦੀ ਥੀਸਿਸ ਦੀ ਸ਼ਕਲ 'ਚ ਵੇਖਿਆ, ਤਾਂ ਬਹੁਤ ਹੀ ਖੂਬਸੂਰਤ ਲੱਗਾ ਕਿ ਹੋਰ ਵੀ ਗੱਲ ਅੱਗੇ ਚੱਲੀ। ਤੇ ਇੱਧਰ ਜਦੋਂ ਬਹੁਤ ਸਾਰੇ ਕਮੈਂਟ ਐਸੇ ਆਏ ਕਿ ਅਸੀਂ ਨਹੀਂ ਜਾਣਦੇ, ਸਾਨੂੰ ਅੱਜ ਪਤਾ ਲੱਗਾ। ਤੇ ਮੈਂ ਚਾਹੁੰਦਾ ਕਿ ਅਗਲੀ ਵਾਰ ਜਿੱਦਾਂ ਨੈਣ ਸੁੱਖ ਨੇ ਕਿਹਾ, ਬੜੀ ਸੋਹਣੀ ਗੱਲ ਕੀਤੀ ਕਿ ਅਗਲੀ ਵਾਰ ਕੋਈ ਇੱਧਰੋਂ ਵੀ ਲੋਕੀ ਆਉਣ ਜਿਹੜੇ ਗੱਲ ਕਰਨ, ਉਹਨਾਂ ਦਾ ਵੀ ਕੋਈ ਥੀਸਿਸ ਹੋਵੇ, ਉਹਨਾਂ ਦਾ ਵੀ ਕੋਈ ਰਿਸਰਚ ਪੇਪਰ ਹੋਵੇ, ਔਰ ਉੱਥੇ ਵੀ ਇਹ ਗੱਲਬਾਤ ਚੱਲੇ। ਸੋ ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ। ਮਿਲਨੇ ਅਗਲੀ ਗੱਲਬਾਤ ਦੇ ਨਾਲ। ਰੱਬ ਰੱਖ।